ਸਤਿ ਸ਼੍ਰੀ ਅਕਾਲ ਜੀ, ਸਵਾਗਤ ਆਪ ਸਭ ਦਾ ਪੰਜਾਬ ਟੀਵੀ ਤੇ ਜੀ। ਉਮੀਦ ਕਰਦੇ ਹਾਂ ਕਿ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਤੁਸੀਂ ਜਿਹੜੇ ਦਿਸ਼ਾ ਨਿਰਦੇਸ਼ ਮਿਲ ਰਹੇ ਆ ਆਪਾਂ ਨੂੰ ਜਿਵੇਂ ਸਮੇਂ ਸਿਰ ਸਰਕਾਰ ਵੱਲੋਂ ਉਹਨਾਂ ਦੀ ਪਾਲਣਾ ਕਰਕੇ ਇੱਕ ਦੂਜੇ ਦੇ ਨਾਲ ਜਿਹੜਾ ਕੋਆਪਰੇਟ ਕਰ ਰਹੇ ਹੋ ਤੇ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਅਰਦਾਸਾਂ ਦੇ ਦੁਆਵਾਂ ਉਹ ਕਾਰਾਗਰ ਹੋਣੀਆਂ ਸਿੱਧ ਹੋ ਰਹੀਆਂ ਤੇ ਕਿਤੇ ਨਾ ਕਿਤੇ ਆਸਟ੍ਰੇਲੀਆ ਜਿਹੜਾ ਉਹ ਥੋੜ੍ਹਾ ਬਹੁਤ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋ ਰਿਹਾ। ਤਿਆਰੀਆਂ ਮੁਕੰਮਲ ਕਰ ਰਹੇ ਆ ਕਿ ਪਹਿਲਾਂ ਜੇ ਕਿਤੇ ਕੱਲ੍ਹ ਨੂੰ ਇਹ ਬਾਈ ਚਾਂਸ ਜਿਹੜਾ ਇਹ ਇੱਕ ਦੂਜੇ ਤੋਂ ਹੁਣ ਜਿਹੜਾ ਛੂਤ ਛਾਤ ਨਾਲ ਵਧਣ ਦੀ ਤਿਆਰੀ ਇਹ ਤਿਆਰੀ ਚੱਲ ਰਹੀ ਹੈ ਦੀ ਹੁਣ ਉਸ ਸਿਚੁਏਸ਼ਨ 'ਚ ਆ ਗਿਆ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਰੋਕ ਪਾ ਕੇ ਤੇ ਡਾਕਟਰਾਂ ਦੀ ਜਿਹੜੀ ਟੀਮ ਹੈ ਤੇ ਜਾਂ ਵਲੰਟੀਅਰਸ ਜਿਹੜੇ ਲੈ ਕੇ ਨਾਲ ਕਰ ਰਹੇ ਤੇ ਜਿਵੇਂ ਨਾਲ ਅਪਡੇਟ ਹੁੰਦੀ ਹੈ ਸਕਾਟ ਮੋਰਿਸਨ ਆਪਣੀ ਜਿਹੜੀ ਮੀਟਿੰਗ ਕਰਕੇ ਸਾਰੀ ਆਪਣੀ ਪੈਨਲ ਦੇ ਨਾਲ ਐਕਸਪਰਟਸ ਦੇ ਨਾਲ ਤੇ ਉਹ ਆਪਾਂ ਨੂੰ ਲਾਈਵ ਹੋ ਕੇ ਦੱਸਦੇ ਰਹਿੰਦੇ ਆ। ਤੇ ਜਿਹੜੀ ਹੁਣ ਤਾਜ਼ਾ ਘਟਨਾ ਆਈ ਹੈ ਇੱਕ ਗੱਲਬਾਤ ਜਿਹੜੀ ਆਪਣੀ ਕਮਿਊਨਿਟੀ 'ਚ ਕਾਫੀ ਫੈਲ ਰਹੀ ਹੈ ਕਿ ਜਿਹੜੇ ਸਟੂਡੈਂਟਸ ਬਾਰੇ ਜਿਹੜਾ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਉਹ ਤੁਸੀਂ ਜੇ ਨਹੀਂ ਇੱਥੇ ਆਪਣਾ ਕੰਮਕਾਰ ਕਰਕੇ ਆਪਣੇ ਪੈਰਾਂ ਸਰ ਆਪਦੇ ਆਪ ਨੂੰ ਖੜੇ ਨਹੀਂ ਕਰ ਸਕਦੇ ਕਿਸੇ ਸਥਿਤੀ 'ਚ ਕਿਸੇ ਮੁਸੀਬਤ 'ਚੋਂ ਤਾਂ ਤੁਸੀਂ ਆਪਣੇ ਦੇਸ਼ ਜਿਹੜਾ ਵਾਪਸ ਜਾ ਸਕਦੇ ਹੋ ਜਿੱਥੋਂ ਵੀ ਤੁਸੀਂ ਬਿਲੋਂਗ ਕਰਦੇ ਹੋ। ਕਿਉਂਕਿ ਇਹ ਜਿਹੜੀ ਗੱਲਬਾਤ ਕਾਫੀ ਸਟੂਡੈਂਟਸ ਵੱਲੋਂ ਉਠਾਈ ਜਾ ਰਹੀ ਸੀ ਕਿ ਤੁਸੀਂ ਫੰਡਸ ਕਰ ਰਹੇ ਹੋ ਜਿਹੜੇ ਆਪਣੇ ਦੇਸ਼ ਦੇ ਵਾਸੀਆਂ ਲਈ ਸਹਾਇਤਾ ਦੇ ਜਿਹੜੇ ਅੱਡ ਪੈਕੇਜ ਦੇ ਰਹੇ ਹੋ ਤਾਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਵੇਂ ਆਪਾਂ ਕਹਿ ਰਹੇ ਸੀ ਵਨ ਟਾਈਮ 750 ਰੁਪਇਆ ਜਿਹੜੇ ਸੈਂਟਰਲ ਲਿੰਕ ਤੇ ਡਿਪੈਂਡੈਂਟ ਹੈਗੇ ਉਹਨਾਂ ਨੂੰ ਆਉਣਾ ਕਿਤੇ 1500 ਜਿਹੜੇ ਇੰਪਲੋਇਰਸ ਹੈਗੇ ਆਪਣੇ ਇੰਪਲੋਈਜ਼ ਨੂੰ ਸਪੋਰਟ ਦੇਣ ਵਾਸਤੇ ਜਾਂ ਸੋਲ ਟਰੇਡਰ ਹੈਗੇ ਆ ਜਾਂ ਜਿਹੜਾ 1.1 ਬਿਲੀਅਨ ਦਾ ਜਾਂ ਹੋਰ ਕਿਸੇ ਵੀ ਤਰੀਕੇ ਨਾਲ ਜਿਹੜੀਆਂ ਫੰਡਿੰਗ ਹੋ ਰਹੀ ਸੀਗੀ ਤੇ ਉਹਦੇ 'ਚ ਸਟੂਡੈਂਟਸ ਦੀ ਜਿਹੜੀ ਡਿਮਾਂਡ ਸੀਗੀ ਜਾਂ ਇਨਕੁਆਇਰੀ ਸੀ ਉਹ ਪੱਤਰਕਾਰਾਂ ਦੇ ਥਰੂ ਜਿਹੜੀ ਉੱਥੇ ਸਕਾਟ ਮੋਰਿਸਨ ਤੱਕ ਪਹੁੰਚੀ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਟੂਡੈਂਟਸ ਲਈ ਕੁਝ ਨਹੀਂ ਕਰ ਸਕਦੇ ਕਿਉਂਕਿ ਆਪਣੇ ਹੀ ਜਿਹੜੇ ਬਸ਼ਿੰਦੇ ਆ ਜਿਹੜੇ ਇੱਥੋਂ ਦੇ ਨਾਗਰਿਕ ਆ ਲੋਕ ਜਿਹੜੇ ਇੱਥੋਂ ਦੇ ਵਸਨੀਕ ਹੈਗੇ ਆ ਚਾਹੇ PR ਹੈ ਤੇ ਚਾਹੇ ਉਹ ਸਿਟੀਜ਼ਨ ਹੈ ਤੇ ਉਹਨਾਂ ਦੇ ਬਾਰੇ ਹੀ ਉਹ ਚਿੰਤਤ ਨੇ ਫਿਲਹਾਲ। ਤਾਂ ਇਹਦੇ ਬਾਰੇ ਅੱਗੇ ਕੀ ਹੁਣ ਜਿਹੜਾ ਸਟੂਡੈਂਟਾਂ ਦਾ ਭਵਿੱਖ ਹੋਊਗਾ ਜਾਂ ਇਹਦੇ ਬਾਰੇ ਕਿੰਨੀ ਕੁ ਚਿੰਤਾ ਕਰਨ ਦੀ ਲੋੜ ਹੈ ਤੇ ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਸਾਡੇ ਮਾਹਿਰ ਇਮੀਗ੍ਰੇਸ਼ਨ ਦੇ ਅਜੇ ਬਾਂਸਲ ਜੀ ਆਏ ਨੇ ਬਾਂਸਲ ਇਮੀਗ੍ਰੇਸ਼ਨ ਤੋਂ ਤੇ ਉਹ ਕਾਫੀ ਟਾਈਮ ਤੋਂ ਜਿਹੜੀਆਂ ਸੇਵਾਵਾਂ ਨਿਰਪੱਖ ਹੋ ਕੇ ਵਧੀਆ ਤਰੀਕੇ ਨਾਲ ਇੱਕ ਇਮਾਨਦਾਰੀ ਨਾਲ ਰਸੂਖ ਨਾਲ ਪਿਆਰ ਨਾਲ ਨਿਭਾ ਰਹੇ ਨੇ ਤੇ ਪਹਿਲਾਂ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਜਿਹੜੀਆਂ ਹਲਚਲ ਕੋਈ ਨਾ ਕੋਈ ਨਿਤ ਦਿਨ ਹੁੰਦੀ ਰਹਿੰਦੀ ਹੈ ਤੇ ਆਪਣਾ ਪ੍ਰੋਗਰਾਮ ਜਿਹੜਾ 15ਵੇਂ ਦਿਨ ਹੁੰਦਾ ਤੇ 15ਵੇਂ ਦਿਨ ਜਿਹੜਾ ਅੱਜ ਪ੍ਰੋਗਰਾਮ ਜਦੋਂ ਸਟਾਰਟ ਕਰਨਾ ਉਦੋਂ ਕੁਛ ਟਾਈਮ ਪਹਿਲਾਂ ਹੀ ਜਿਹੜੀ ਹਲਚਲ ਜਿਹੜੀ ਆਪਣੇ ਨਜ਼ਰੀ ਪਈ ਆ ਤੇ ਪਹਿਲਾਂ ਤਾਂ ਓਵਰਆਲ ਜੇ ਆਪਾਂ ਇਹਦੇ ਬਾਰੇ ਗੱਲ ਕਰੀਏ ਤੇ ਕੀ ਇਹ ਜਿਹੜੀ ਇਹਦਾ ਕੀ ਹੁਣ ਸਟੂਡੈਂਟਸ ਦੇ ਵਿੱਚ ਜਿਹੜਾ ਖੌਫ ਜਿਹੜਾ ਪੈਦਾ ਹੋ ਗਿਆ ਕਿ ਵੀ ਸਰਕਾਰ ਸਾਡੀ ਹੁਣ ਕੇਅਰ ਨਹੀਂ ਕਰ ਰਹੀ ਉਹਨਾਂ ਨੇ ਪੱਲਾ ਝਾੜ ਲਿਆ। ਹਾਂਜੀ ਬਿਲਕੁਲ, ਕਿਤੇ ਨਾ ਕਿਤੇ ਆਸਟ੍ਰੇਲੀਆ ਨੇ ਜਿਹੜੇ ਬਾਰੇ ਕੀ ਆਪਣੀਆਂ ਬੜੇ ਹੀ ਸਵਾਲ ਜਿਹੜੇ ਕਿ ਸਟੂਡੈਂਟਾਂ ਦੇ ਸਾਨੂੰ ਆ ਰਹੇ ਸੀਗੇ ਵੀ ਆਸਟ੍ਰੇਲੀਅਨ ਗਵਰਨਮੈਂਟ ਸਾਡੇ ਲਈ ਕੀ ਕਰ ਰਹੀ ਹੈ ਕੀ ਕਰੂਗੀ ਕਿਉਂਕਿ ਪੂਰੀ ਦੁਨੀਆ ਦੇ ਵਿਸ਼ਵ ਦੇਸ਼ ਦੀਆਂ ਹਰ ਇੱਕ ਗਵਰਨਮੈਂਟ ਦਾ ਆਪਣਾ ਅੱਡ ਨਜ਼ਰੀਆ ਰਿਹਾ। ਆਸਟ੍ਰੇਲੀਆ ਨੇ ਹਜੇ ਤੱਕ ਕਲੀਅਰ ਨਹੀਂ ਕੀਤਾ ਸੀ ਤੇ ਕਿਤੇ ਨਾ ਕਿਤੇ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਅੱਜ ਦੀ ਸਟੇਟਮੈਂਟ ਤੋਂ ਬਾਅਦ ਇਹ ਚੀਜ਼ ਕਲੀਅਰ ਕਰ ਦਿੱਤੀ ਹੈ ਕਿ ਉਹ ਇੰਟਰਨੈਸ਼ਨਲ ਸਟੂਡੈਂਟ ਨੂੰ ਸਪੋਰਟ ਨਹੀਂ ਕਰਨਗੇ। ਸਕਾਟ ਮੋਰਿਸਨ ਨੇ ਅੱਜ ਆਪਣੀ ਸਟੇਟਮੈਂਟ ਦੇ ਵਿੱਚ ਕਲੀਅਰ ਕਰ ਦਿੱਤਾ ਹੈ ਕਿ ਵੀ ਉਹਨਾਂ ਦੀ ਜਿਹੜੀ ਪਾਲਿਸੀ ਹੈ ਉਹ ਸਟੂਡੈਂਟਾਂ ਨੂੰ ਬਿਲਕੁਲ ਸਪੋਰਟ ਨਹੀਂ ਦੇਣਗੇ ਕਿਉਂਕਿ ਉਹ ਪਹਿਲਾਂ ਹੀ ਆਪਣੇ ਜਿਹੜੇ ਫੰਡ ਤੇ ਜਿਹੜੇ ਆਪਣੇ ਐਕਸਪੈਂਸ ਨੇ ਉਹ ਸ਼ੋਅ ਕਰਕੇ ਆਏ ਨੇ ਤੇ ਉਹਨਾਂ ਨੂੰ ਉਹ ਕਮਿਟਮੈਂਟਾਂ ਨੂੰ ਆਪਣਾ ਪੂਰੀਆਂ ਕਰਨਾ ਚਾਹੀਦਾ। ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਹੋਰ ਜਿਹੜੇ ਦੂਸਰੇ ਸਟੂਡੈਂਟਾਂ ਤੋਂ ਇਲਾਵਾ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਨੇ ਚਾਹੇ ਉਹ TR ਵਾਲੇ ਨੇ ਚਾਹੇ ਐਮਪਲੋਇਰ ਸਪਾਂਸਰ ਨੇ ਉਹਦੇ ਪਿੱਛੇ ਆਪਣੇ ਜਿਹੜੇ ਐਕਟਿੰਗ ਮਾਈਗ੍ਰੇਸ਼ਨ ਮਿਨਿਸਟਰ ਨੇ ਐਲਨ ਡਗ ਉਹ ਪਾਲਿਸੀ ਡਰਾਫਟ ਕਰ ਰਹੇ ਨੇ ਤੇ ਉਹਦੇ ਪਿੱਛੇ ਹੀ ਜਲਦੀ ਅਨਾਉਂਸਮੈਂਟ ਕਰਨਗੇ ਤੇ ਇਹਦੇ ਪਿੱਛੇ ਉਮੀਦ ਕੀਤੀ ਜਾ ਰਹੀ ਹੈ ਕਿ ਕੁਛ ਨਾ ਕੁਛ ਚੰਗਾ ਕਰਨਗੇ ਜੀ ਉਹਨਾਂ ਨੂੰ ਤਾਂ ਸਪੋਰਟ ਕਰਨਗੇ। ਹਾਂਜੀ ਮਤਲਬ ਕਹਿਣ ਤੋਂ ਭਾਵ ਵੀ ਹਜੇ ਕੋਈ ਇਦਾਂ ਦੀ ਕੋਈ ਸਕੀਮ ਜਾਂ ਇਦਾਂ ਦਾ ਕੋਈ ਐਲਾਨ ਨਹੀਂ ਹੋਇਆ ਕਿ ਜਿਹਦੇ ਨਾਲ ਸਟੂਡੈਂਟ ਜਿਹੜੇ ਆਪਣੇ ਹੈਗੇ ਆ ਉਹਨਾਂ ਨੂੰ ਕੋਈ ਖਤਰਾ ਸਾਬਤ ਹੋ ਗਿਆ। ਉਹ ਤਾਂ ਸਿਰਫ ਕਹਿਣ ਤੋਂ ਇੰਨਾ ਕੀ ਮਤਲਬ ਸੀਗਾ ਕਿ ਵੀ ਜੇ ਤੁਸੀਂ ਕਹਿ ਰਹੇ ਹੋ ਨਾ ਕਿ ਵੀ ਅਸੀਂ ਕੰਮ ਸਾਡੇ ਛੁੱਟ ਗਿਆ ਹੁਣ ਬੜੇ ਰੈਸਟੋਰੈਂਟਾਂ ਦੇ ਵਿੱਚ ਕੰਮ ਕਰ ਰਹੇ ਆ ਰੈਸਟੋਰੈਂਟ ਜਿਹੜੇ ਉਹ ਮਤਲਬ ਡਾਈਨਿੰਗ ਲਈ ਬੰਦ ਹੋ ਗਏ ਆ ਟੇਕ ਵੇ ਲਈ ਉਹਨਾਂ ਨੂੰ ਕੁਛ ਘੱਟ ਬੰਦੇ ਚਾਹੀਦੇ ਹੁੰਦੇ ਉਹਨਾਂ ਨੇ ਸਟੂਡੈਂਟ ਜਿਹੜੇ ਆ ਜਾਂ ਜਿਹੜੇ 20 ਘੰਟੇ ਕੰਮ ਕਰਦੇ ਸੀਗੇ ਉਹਨਾਂ ਨੂੰ ਬੜੇ ਕੰਮਾਂ ਤੋਂ ਜਿਹੜੀ ਛੁੱਟੀ ਮਿਲ ਗਈ ਤੇ ਜੇ ਘਰੇ ਬੈਠਦੇ ਆ ਤਾਂ ਪ੍ਰਾਈਮ ਮਿਨਿਸਟਰ ਦਾ ਕਹਿਣ ਦਾ ਮਤਲਬ ਇਹੀ ਆ ਕਿ ਵੀ ਤੁਸੀਂ ਇੱਕ ਸ਼ੋਅ ਕਰਕੇ ਆਏ ਸੀਗੇ ਕਿ ਅਸੀਂ 1 ਸਾਲ ਦਾ ਖਰਚਾ ਜਿਹੜਾ ਅਸੀਂ ਕੱਢ ਸਕਦੇ ਹਾਂ ਸਾਡੇ ਕੋਲ ਇੰਨੇ ਕੁ ਫੰਡ ਹੈਗੇ ਆ। ਪਰ ਹੁਣ ਉਹਦੇ ਤੋਂ ਇਹ ਭੈ ਖਾਣ ਵਾਲੀ ਹਜੇ ਤੱਕ ਕੋਈ ਗੱਲ ਨਹੀਂ ਕਿ ਵੀ ਉਹਨਾਂ ਨੇ ਤੁਹਾਨੂੰ ਕੰਮ ਨਹੀਂ ਕਰਨ ਦੇਣਾ ਜਾਂ ਜਿੱਥੇ ਤੁਸੀਂ ਹੋਰ ਅਲਟਰਨੇਟਿਵ ਤੁਸੀਂ ਕੰਮ ਕਰਕੇ ਆਪਦਾ ਗੁਜ਼ਾਰਾ ਚਲਾਉਣੇ ਤਾਂ ਚਲਾ ਸਕਦੇ ਆ। ਇਹਦੇ 'ਚ ਇਦਾਂ ਦੀ ਕੋਈ ਨਹੀਂ ਸਟੇਟਮੈਂਟ ਆਈ ਕਿ ਵੀ ਤੁਹਾਨੂੰ ਇੰਡੀਆ ਜਾਂ ਹੋਰ ਕੰਟਰੀਜ਼ ਵਿੱਚ ਵਾਪਸ ਜਾਣਾ ਪਊਗਾ। ਨਹੀਂ ਜੀ, ਇਸ ਸਟੇਟਮੈਂਟ ਨੂੰ ਕਦੇ ਵੀ ਇਸ ਤਰ੍ਹਾਂ ਤਰੀਕੇ ਨਾਲ ਨਾ ਲਿਆ ਜਾਵੇ ਕਿ ਵੀ ਪ੍ਰਾਈਮ ਮਿਨਿਸਟਰ ਤੁਹਾਨੂੰ ਉਰੋਂ ਕੱਢਣਾ ਚਾਹੁੰਦੇ ਨੇ ਜਾਂ ਉਰੋਂ ਆਸਟ੍ਰੇਲੀਅਨ ਗਵਰਨਮੈਂਟ ਤੁਹਾਨੂੰ ਸਪੋਰਟ ਨਹੀਂ ਕਰਨਾ ਚਾਹੁੰਦੀ। ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਦਾ ਸਿੱਧਾ ਮਤਲਬ ਹੈ ਜੀ
ਕਿ ਉਹਨਾਂ ਦੀ ਪ੍ਰਾਇੋਰਟੀ ਹਜੇ ਉਹਨਾਂ ਦੇ ਸਿਟੀਜ਼ਨ ਤੇ ਪੀਆਰ ਬੰਦੇ ਨੇ ਤੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਉਹ ਸਪੋਰਟ ਨਹੀਂ ਕਰਨਗੇ। ਸਪੋਰਟ ਨਾ ਕਰਨ ਦਾ ਮਤਲਬ ਸਿਰਫ ਇੰਨਾ ਹੀ ਆ ਜੀ ਵੀ ਉਹ ਕੋਈ ਫਾਈਨੈਂਸ਼ੀਅਲ ਹੈਲਪ ਨਹੀਂ ਦੇਣਗੇ ਜੀ ਉਹਨਾਂ ਨੂੰ। ਜੇ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਚਾਹੀਦੀ ਹੈ ਤਾਂ ਆਪਣੇ ਲੋਕਲ ਕਾਉਂਸਲੇਟ ਨਾਲ ਕੰਟੈਕਟ ਕਰਨ। ਪਰ ਉਦੋਂ ਇਲਾਵਾ ਆਸਟ੍ਰੇਲੀਅਨ ਗਵਰਨਮੈਂਟ ਫਾਈਨੈਂਸ਼ੀਅਲ ਹੈਲਪ ਤੋਂ ਇਲਾਵਾ ਉਹ ਕਹਿ ਰਹੇ ਨੇ ਕਿ ਤੁਸੀਂ ਆਪਣੀ ਉਹਨਾਂ ਨੇ ਫੁੱਲ ਟਾਈਮ ਵਰਕ ਕਰਦੇ ਜੀ ਸਟੂਡੈਂਟਾਂ ਨੂੰ, ਜਿਹੜੇ ਆਪਣੇ ਹੈਲਥ ਕੇਅਰ ਦੇ ਵਿੱਚ ਕੰਮ ਕਰ ਰਹੇ ਨੇ ਜਿਹੜੇ ਸਟੂਡੈਂਟ ਹੈਗੇ ਨੇ ਜੀ, ਤੇ ਜਿਹੜੇ ਆਪਣੇ ਉਰੇ ਸੁਪਰਮਾਰਕੀਟਾਂ ਵਿੱਚ ਕੰਮ ਕਰ ਰਹੇ ਨੇ ਤਾਂ ਉੱਥੇ ਤੁਸੀਂ ਪਰਮਿਸ਼ਨ ਲੈ ਕੇ ਫੁੱਲ ਟਾਈਮ ਕੰਮ ਕਰ ਸਕਦੇ ਹੋ। ਤਾਂ ਉਹ ਤੁਹਾਨੂੰ ਕੰਮ ਕਰਨ ਤੋਂ ਨਹੀਂ ਰੋਕ ਰਹੇ, ਨਾ ਹੀ ਉਹ ਵਾਪਸ ਜਾਣ ਨੂੰ ਕਹਿ ਰਹੇ ਨੇ। ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਹੈ ਜਿਹੜੀ ਕਿ ਇਹ ਜਿਹੇ ਬੜੇ ਔਖੇ ਟਾਈਮ ਤੇ ਆਈ ਹੈ, ਇਹ ਮੰਦਭਾਗੀ ਹੈ ਤੇ ਮੈਂ ਕਹੂੰਗਾ ਇਹਨੂੰ ਵਧੀਆ ਤਰੀਕੇ ਨਾਲ ਕਿਹਾ ਜਾ ਸਕਦਾ ਸੀ। ਬਿਲਕੁਲ ਬਿਲਕੁਲ ਹਾਂਜੀ। ਤੇ ਜਿਵੇਂ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਤੁਸੀਂ 1 ਸਾਲ ਦਾ ਸ਼ੋਅ ਕਰਕੇ ਆਉਂਦੇ ਹੋ, ਪਰ ਪ੍ਰਾਈਮ ਮਿਨਿਸਟਰ ਨੂੰ ਇਹ ਯਾਦ ਰੱਖਣਾ ਚਾਹੀਦਾ ਜੀ ਸਟੂਡੈਂਟ ਵੀਜ਼ਾ 1 ਸਾਲ ਦਾ ਨਹੀਂ ਹੁੰਦਾ, 2 3 5 ਸਾਲ ਤੱਕ ਦਾ ਵੀ ਹੁੰਦਾ ਜੀ। ਤਾਂ ਜਿਨ੍ਹਾਂ ਨੂੰ ਉਰੇ ਰਹਿੰਦੇ ਨੂੰ 2 3 ਸਾਲ ਹੋ ਚੁੱਕੇ ਨੇ ਉਹ ਕਿੱਥੋਂ ਕਰਨ। ਤੇ ਦੂਸਰੀ ਗੱਲ ਹੈ ਜੀ, ਇਹ ਕੱਲ ਆਸਟ੍ਰੇਲੀਆ ਦੇ ਉੱਤੇ ਆਪਦਾ ਨਹੀਂ ਹੈ, ਪੂਰੀ ਦੁਨੀਆ ਦੇ ਵਿੱਚ ਆਪਦਾ ਆਈ ਹੈ ਜੀ। ਤਾਂ ਜਿਹੜੇ ਉਹਨਾਂ ਦੇ ਪੇਰੈਂਟਸ ਨੇ ਜੀ ਜਾਂ ਭੈਣ ਭਰਾ ਨੇ ਜਿਨ੍ਹਾਂ ਨੇ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਨਾ ਸੀਗਾ, ਜਿਨ੍ਹਾਂ ਨੇ ਲੋਨ ਲੈ ਲੈ ਕੇ ਬੰਦੇ ਉਰੇ ਭੇਜੇ ਨੇ ਜੀ, ਉਹਨਾਂ ਦੀ ਫਾਈਨੈਂਸ਼ੀਅਲ ਹਾਲਤ ਵੀ ਤਾਂ ਹਿੱਲੀ ਹੈ ਜੀ। ਹਾਂਜੀ ਹਾਂਜੀ। ਤਾਂ ਕਿਤੇ ਨਾ ਕਿਤੇ ਸਾਰਿਆਂ ਦੀ ਫੀਲਿੰਗ ਨੂੰ ਤਾਂ ਠੇਸ ਬਹੁਤ ਪਹੁੰਚੀ ਹੈ ਜੀ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਸਾਰੀਆਂ ਅਟਕਲਾਂ ਨੂੰ ਬਰਾਮ ਲੱਗ ਗਿਆ ਕਿ ਆਸਟ੍ਰੇਲੀਆ ਸ਼ਾਇਦ ਇੰਟਰਨੈਸ਼ਨਲ ਸਟੂਡੈਂਟਾਂ ਦੀ ਕੋਈ ਹੈਲਪ ਕਰੇ। ਬਿਲਕੁਲ, ਜਿਹੜੀ ਗੱਲ ਆ ਨਾ ਵੀ ਆਪਣਾ ਹੁਣ ਜਦੋਂ ਵੀ ਕਿਤੇ ਜਿਹੜੀ ਕੋਈ ਸਟੇਟਮੈਂਟ ਆਉਂਦੀ ਜਾਂ ਲਾਈਵ ਹੋ ਕੇ ਉਹ ਜਿਹੜੀਆਂ ਸਾਰੀਆਂ ਜਿਹੜੀਆਂ ਅਪਡੇਟਸ ਦਿੰਦੇ ਆ ਤਾਂ ਉਹਨੂੰ ਤਰੀਕੇ ਨਾਲ ਸੁਣਿਆ ਜਾਂਦਾ, ਧਿਆਨ ਨਾਲ ਵੀ ਹੁਣ ਕਦੋਂ ਲਾਕਡਾਊਨ ਹੋ ਰਿਹਾ। ਕਿਉਂਕਿ ਹਰੇਕ ਜਦੋਂ ਲਾਈਵ ਹੋਣ ਦੀ ਜਦੋਂ ਇੱਕ ਨੋਟੀਫਿਕੇਸ਼ਨ ਆਉਂਦਾ ਹਰੇਕ ਦਾ ਇਹੀ ਕੰਸਰਨ ਹੁੰਦਾ, ਥੱਲੇ ਕੁਐਸਚਨ ਵੀ ਇਹੀ ਹੁੰਦੇ ਆ ਵੀ ਤੁਸੀਂ ਪ੍ਰੋਪਰ ਲਾਕਡਾਊਨ ਕਦੋਂ ਕਰ ਰਹੇ ਆ। ਹੁਣ ਇੰਨੇ ਧਿਆਨ ਨਾਲ ਸੁਣੇ ਜਾਣ ਦੇ ਵਿੱਚ ਜਦੋਂ ਇਹ ਸਟੇਟਮੈਂਟ ਆਉਂਦੀ ਹੈ ਨਾ ਤੇ ਫਿਰ ਉਹ ਪਿਕ ਹੋ ਜਾਂਦੀ ਤੇ ਉਹਨੀ ਕੱਟ ਕੇ ਉਹ ਸ਼ੇਅਰ ਹੁੰਦੀ ਨਾ ਜਦੋਂ, ਤੇ ਫਿਰ ਉਹ ਬਿਨਾਂ ਗੱਲੋਂ ਵੀ ਖੌਫ ਪੈਦਾ ਕੀਤਾ ਜਾ ਰਿਹਾ, ਜਿਹੜਾ ਕਹਿ ਸਕਦੇ ਵੀ ਆਪਣੇ ਲੋਕਾਂ ਵੱਲੋਂ ਵੀ ਜਿਹੜੀ ਇੱਕ ਨਿੱਕੀ ਜਿਹੀ ਚੀਜ਼ ਆਈ ਹੈ ਤੇ ਉਹਨੂੰ ਇੰਨਾ ਕੁ ਘੁਮਾ ਦਿੱਤਾ ਜਾਂਦਾ ਤੇ ਉਹ ਚੀਜ਼ ਟਾਈਟਲ ਇਸ ਤਰੀਕੇ ਨਾਲ ਬਣਦੇ ਕਿ ਵੀ ਸਟੂਡੈਂਟਾਂ ਦੀ ਕੋਈ ਪਰਵਾਹ ਨਹੀਂ ਕਰ ਰਿਹਾ। ਹੁਣ ਮੈਂ ਨਾਲ ਪਹਿਲਾਂ ਕਮੈਂਟ ਵੀ ਆ ਰਹੇ ਸੀ, ਬਲਦੇਵ ਸਿੰਘ ਕਹਿ ਰਹੇ ਜੀ ਐਜੂਕੇਸ਼ਨ ਇੰਡਸਟਰੀ ਇਜ਼ ਦ 3rd ਲਾਰਜੈਸਟ ਇਨ ਆਸਟ੍ਰੇਲੀਆ। ਹੁਣ ਜੇ ਮੇਰਾ ਸਵਾਲ ਪੂਰਾ ਹੁੰਦਾ ਜੀ, ਮੈਂ ਕਹਿੰਦਾ ਕਿ ਵੀ ਜੇ ਆਪਾਂ ਇਹਨੂੰ ਇਵੇਂ ਲੈ ਕੇ ਚੱਲਦੇ ਕਿ ਵੀ ਆਸਟ੍ਰੇਲੀਆ ਜਿਹੜਾ ਸਟੂਡੈਂਟ ਤੇ ਬਹੁਤ ਬੇਸਡ ਆ, ਤੀਜੀ ਇਹ ਜਿਹੜੀ ਤੀਜਾ ਥੰਮ ਹੈ ਇਕਨੋਮਿਕ ਦਾ, ਪਰ ਉਹ ਹੁਣ ਅੱਜ ਤੱਕ ਉਹਨਾਂ ਨੇ ਕਦੇ ਨਹੀਂ ਇਹ ਚੀਜ਼ ਅਨਾਉਂਸ ਕੀਤੀ ਕਿ ਵੀ ਅਸੀਂ ਸਟੂਡੈਂਟਾਂ ਤੇ ਬੇਸ ਤੇ ਕਿੰਨੀ ਇੰਡਸਟਰੀ ਆਪਣੀ ਖੜੀ ਕੀਤੀ ਹੈ ਜਾਂ ਕਿੰਨਾ ਅਸੀਂ ਸਾਡੀ ਸਰਕਾਰ ਟੈਕਸ ਵਗੈਰਾ ਤੇ ਜਿਹੜਾ ਕੰਮ ਕਰਦੇ ਆ ਜਾਂ ਫੀਸਾਂ ਤੇ ਕਾਲਜਾਂ ਤੇ ਕਿੰਨਾ ਨਿਰਭਰ ਹੈ, ਅੱਜ ਤੱਕ ਉਹਨਾਂ ਨੇ ਕਦੇ ਵੀ ਨਹੀਂ ਸ਼ੋਅ ਕੀਤਾ। ਉਹਨਾਂ ਦੀ ਪ੍ਰਾਇੋਰਟੀ ਰਹੀ ਆਪਦੇ ਲੋਕ, ਉਹਨਾਂ ਨੂੰ ਖੁਸ਼ ਕਰਨਾ ਤੇ ਉਹਨਾਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਹੀ ਇਹੋ ਜਿਹੀਆਂ ਸਟੇਟਮੈਂਟਾਂ ਜਿਹੜੀਆਂ ਉਹਨਾਂ ਦੀਆਂ ਦਿੱਤੀਆਂ ਜਾਂਦੀਆਂ। ਬਿਲਕੁਲ ਜੀ, ਬਿਲਕੁਲ ਬੜੀ ਹੀ ਪੋਲੀਟੀਕਲ ਸਟੇਟਮੈਂਟ ਹੈ ਜੀ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ, ਠੀਕ ਹੈ ਆਸਟ੍ਰੇਲੀਅਨ ਗਵਰਨਮੈਂਟ ਨਹੀਂ ਆਪਣੇ ਇੰਟਰਨੈਸ਼ਨਲ ਸਟੂਡੈਂਟਾਂ ਲਈ ਕੁਝ ਕਰਨਾ ਚਾਹੁੰਦੀ, ਬਹੁਤੀਆਂ ਗਵਰਨਮੈਂਟਾਂ ਨਹੀਂ ਕਰ ਰਹੀਆਂ, ਪਰ ਜਿਵੇਂ ਕਿ ਮੈਂ ਪਹਿਲਾਂ ਕਿਹਾ ਇਹਨੂੰ ਬਹੁਤ ਹੀ ਹੋਰ ਵਧੀਆ ਤਰੀਕੇ ਨਾਲ ਮੈਸੇਜ ਨੂੰ ਦਿੱਤਾ ਜਾ ਸਕਦਾ ਸੀ। ਇੰਸਟੈਡ ਕੀ ਤੁਸੀਂ ਕਹਿ ਰਹੇ ਹੋ ਜੀ ਤੁਸੀਂ ਆਪਣੇ ਫੰਡ ਸ਼ੋਅ ਕਰਕੇ ਆਏ ਹੋ ਤੇ ਤੁਸੀਂ ਉਹ ਪੂਰੇ ਕਰੋ, ਪਰ ਜਿਹੜੇ ਫੰਡ ਸ਼ੋਅ ਕਰਕੇ ਨੇ ਉਹ ਵੀ ਤਾਂ ਕਿਤੇ ਨਾ ਕਿਤੇ ਹਿੱਲੇ ਹੀ ਨੇ ਜੀ। ਹਾਂਜੀ ਹਾਂਜੀ, ਉਹ ਸਾਰੇ ਲੈ ਕੇ ਥੋੜੀ ਆਏ ਨੇ, ਸ਼ੋਅ ਹੀ ਕਰਕੇ ਆਏ ਨੇ ਜੀ। ਬਿਲਕੁਲ। ਤੇ ਕਿਤੇ ਨਾ ਕਿਤੇ ਜਦੋਂ ਹੁਣ ਇੰਡੀਆ ਦੇ ਵਿੱਚ ਜਿਵੇਂ ਆਪਾਂ ਬਹੁਤੀ ਗੱਲ ਕਰੀਏ, ਬਹੁਤ ਲੋਕ ਘਰੇ ਬੈਠੇ ਨੇ ਜੀ, ਤਾਂ ਉਹਨਾਂ ਦੇ ਫਾਈਨੈਂਸ਼ੀਅਲ ਬਿਲਕੁਲ ਖਰਾਬ ਹੋਣੇ, ਬੈਂਕ ਬੰਦ ਹੋ ਗਏ ਜੀ, ਤਾਂ ਉਹ ਪੈਸੇ ਕਿਵੇਂ ਮੰਗਾਉਣ ਜੀ, ਟ੍ਰਾਂਸਫਰ ਵੀ ਨਹੀਂ ਕਰ ਸਕਦੇ, ਬੈਂਕਾਂ ਬੰਦ ਨੇ ਜੀ, ਕਰਫਿਊ ਲੱਗੇ ਹੋਏ ਨੇ ਜੀ। ਨਹੀਂ, ਇਹਨੂੰ ਆਪਾਂ ਸੌਖੇ ਤਰੀਕੇ ਨਾਲ ਜੇ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹੀ ਚੀਜ਼ ਆ ਕਿ ਕਈਆਂ ਥਾਵਾਂ ਤੇ ਤਾਂ ਸਟੂਡੈਂਟਸ ਨੂੰ ਇਹ ਆਪਸ਼ਨ ਵੀ ਮਿਲ ਜਾਂਦੀ ਹੈ ਕਿ ਹੁਣ ਜਦੋਂ ਕਾਲਜ ਵਗੈਰਾ ਆਫ ਹੈ, ਤਕਰੀਬਨ ਆਪਣੇ ਜਿਹੜੇ ਕਾਲਜ ਆਨਲਾਈਨ ਕਰਤੇ ਆ, ਜਿੰਨੀ ਕੁ ਚਿਰ ਉਹਨਾਂ ਨੇ ਸਟੱਡੀ ਕਰਨੀ ਹੁੰਦੀ, ਬਾਕੀ ਟਾਈਮ ਉਹਨਾਂ ਨੇ ਜਿਹੜਾ ਕੰਮ ਕਰਨਾ। ਹੁਣ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਹੈਗੇ ਆਪਣੇ, ਜਿਹੜਾ ਕਾਫੀ ਜ਼ਿਆਦਾ ਹੁਣ ਬਿਜ਼ੀ ਚੱਲ ਰਿਹਾ ਕੰਮ, ਹਨਾ। ਤੁਸੀਂ ਸੁਪਰਮਾਰਕੀਟਸ ਦੀ ਗੱਲ ਕਰ ਹੀ ਦਿੱਤੀ ਹੈ, ਹੋਰ ਕੋਈ ਇਦਾਂ ਦੀਆਂ ਇੰਡਸਟਰੀਜ਼ ਹੈਗੀਆਂ ਜਿੱਥੇ ਤੁਸੀਂ ਸਟੂਡੈਂਟ ਆਪ ਕੰਮ ਕਰਕੇ ਲਾਹਾ ਲੈ ਸਕਦੇ ਆ। ਉਹਨਾਂ ਨੇ ਕਿਤੇ ਨਹੀਂ, ਮੇਰੇ ਖਿਆਲ ਚ ਹੁਣ ਰਿਸਟ੍ਰਿਕਸ਼ਨਾਂ ਜਿਹੜੀਆਂ ਮੈਂ ਵੇਖਦਾ ਕਿ ਵੀ ਰਿਸਟ੍ਰਿਕਸ਼ਨਾਂ ਕਾਫੀ ਚੱਕੀ ਜਾਂਦੇ, ਚੈਕਿੰਗ ਬਹੁਤ ਘੱਟ ਗਈ ਆ ਵੀ ਤੁਹਾਡੇ ਕਿਸੇ ਨੇ ਵਰਕਰ ਹਾਈਟ ਨਹੀਂ ਚੈੱਕ ਕਰਨੇ। ਮੈਂ ਗਲਤ ਸਟੇਟਮੈਂਟ ਦੇ ਰਿਹਾ ਵੈਸੇ, ਮੈਂ ਨਹੀਂ ਤੁਸੀਂ ਨਹੀਂ ਕਹਿ ਸਕਦੇ, ਪਰ ਚਲੋ ਇਹ ਚੀਜ਼ ਹਜੇ ਆਪਣੇ ਫਾਇਦੇ ਵੱਲ ਹੀ ਜਾ ਰਹੀ ਵੀ ਸਟੂਡੈਂਟ ਆਪਣੇ ਆਪ ਨੂੰ ਸਿਚੁਏਸ਼ਨਾਂ ਚੋਂ ਇੱਕ ਜੌਬ ਤੋਂ ਕੱਢ ਕੇ ਦੂਜੀ ਚ ਕੋਪ ਅਪ ਇਸ ਚੀਜ਼ ਨਾਲ ਕਰ ਸਕਦੇ ਆ ਜੀ, ਕਰ ਸਕਦੇ ਨੇ ਜੀ। ਬਟ ਜਿਵੇਂ ਮੈਂ ਪਹਿਲਾਂ ਵੀ ਕਿਹਾ ਜੀ, ਇੱਕ ਚੀਜ਼ ਹੋਰ ਮੈਂ ਤੁਸੀਂ ਜਿਹੜੀ ਗੱਲ ਰੇਜ਼ ਕੀਤੀ ਹੈ ਜੀ ਕਿ ਕਾਲਜ ਬੰਦ ਨੇ, ਕਾਲਜ ਬੰਦ ਨਹੀਂ ਹੋਏ। ਓਕੇ, ਕਾਲਜ ਆਨਲਾਈਨ ਹੋ ਗਏ ਤੇ ਸਟੂਡੈਂਟਾਂ ਨੂੰ ਫੀਸ ਉਵੇਂ ਹੀ ਭਰਨੀ ਪੈ ਰਹੀ ਹੈ ਜੀ, ਖਰਚੇ ਉਹਨਾਂ ਦੇ ਸਾਰੇ ਉਵੇਂ ਨੇ ਜੀ। ਤੇ ਦੂਜੀ ਜਿਵੇਂ ਤੁਸੀਂ ਕਿਹਾ ਟਰੱਕ ਜੀ, ਹਰ ਇੱਕ ਬੰਦਾ ਟਰੱਕ ਨਹੀਂ ਚਲਾ ਸਕਦਾ, ਹਰ ਇੱਕ ਸਟੂਡੈਂਟ ਆਪਣਾ ਸੁਪਰਮਾਰਕੀਟ ਦੇ ਵਿੱਚ ਏਜ ਕੇਅਰ 'ਚ ਕੰਮ ਨਹੀਂ ਕਰ ਸਕਦਾ। ਉਹਨਾਂ ਦਾ ਕੀ ਹੈ ਜੀ, ਉਹਨਾਂ ਬਿਜ਼ਨਸ ਤੇ ਜਿਹੜੇ ਸਟੂਡੈਂਟ ਆਪਣੇ ਹਸਪੀਟੈਲਿਟੀ ਇੰਡਸਟਰੀ 'ਚ ਕੰਮ ਕਰ ਰਹੇ ਨੇ, ਉਹ ਕਿੱਥੋਂ ਕੰਮ ਲੱਭਣ ਜੀ? ਉਹਨਾਂ ਦਾ ਰੈਸਟੋਰੈਂਟ ਹੀ ਬੰਦ ਹੋ ਗਏ ਜੀ। ਬਿਲਕੁਲ। ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਸਪੋਰਟ ਦੀ ਲੋੜ ਸੀ, ਸਪੋਰਟ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਕਾਈਂਡ ਵਰਡ ਯੂਜ਼ ਕੀਤੇ ਜਾ ਸਕਦੇ ਸੀ ਜੀ, ਤਰੀਕੇ ਨਾਲ ਕਿਹਾ ਜਾ ਸਕਦਾ ਸੀ, ਬਜਾਏ ਕਿ ਤੁਸੀਂ ਸਿੱਧੀ ਉਹਨਾਂ ਦੇ ਕਰਾਰੀ ਚੋਟ ਮਾਰੋ ਵੀ ਤੁਸੀਂ ਤਾਂ ਫੰਡ ਸ਼ੋਅ ਕਰਕੇ ਆਏ ਸੀ, ਹੁਣ ਤੁਸੀਂ ਉਹ ਵਰਤੋ। ਵੀ ਇਹਨਾਂ ਨੂੰ ਦੱਸੋ ਮੰਗਾਵੇ ਕੌਣ ਜੀ?
ਜਿਹੜੀ ਚੀਜ਼ ਸਾਰਿਆਂ ਨਾਲੋਂ ਵੱਡੀ ਗੱਲ ਤਾਂ ਇਹ ਹੈ ਨਾ ਕਿ ਵੀ ਤੁਸੀਂ ਹੁਣ ਉਹਨਾਂ ਦੀ ਹੈਲਪ ਲੈਣ ਲਈ ਤੁਸੀਂ ਉਹਨਾਂ ਨੂੰ ਫੁੱਲ ਟਾਈਮ ਕਰ ਰਹੇ ਹੋ ਹੈਲਥ ਡਿਪਾਰਟਮੈਂਟ ਜਿਹੜੇ ਕਈ ਡਿਪਾਰਟਮੈਂਟ ਇਦਾਂ ਦੇ ਤੁਸੀਂ ਆਪ ਹੀ ਦੱਸਿਆ ਉਹਨਾਂ ਨੂੰ ਤੁਸੀਂ ਹੈਲਪ ਦੇ ਤੌਰ ਤੇ ਵਰਤ ਰਹੇ ਹੋ ਤੁਹਾਡੇ ਕੋਲੇ ਇੰਨਾ ਸਟਾਫ ਇੰਨੀ ਫੈਕਲਟੀ ਜਿਹੜੀ ਨਹੀਂ ਹੈ ਉਹਨਾਂ ਨੂੰ ਤੁਸੀਂ ਸਗੋਂ ਉਹਨਾਂ ਦੇ ਜਿਹੜੇ ਜ਼ਖਮ ਕਿਤੇ ਨਾ ਕਿਤੇ ਹੱਲੇ ਹੈਗੇ ਆ ਉਹਨਾਂ ਨੂੰ ਤੁਸੀਂ ਭਰਨ ਦੀ ਥਾਂ ਤੇ ਉਹਨਾਂ ਨੂੰ ਕੰਪਨਸੇਸ਼ਨ ਦੇਣ ਦਾ ਵਾਅਦਾ ਦੇਣ ਦੀ ਥਾਂ ਤੇ ਤੁਸੀਂ ਉਹਨਾਂ ਨੂੰ ਉਲਟਾ ਇੱਕ ਰੂੜ ਬਿਆਨ ਦੇ ਕੇ ਤੁਸੀਂ ਉਹਨਾਂ ਨੂੰ ਹਲਚਲ ਪੈਦਾ ਕਰਕੇ ਆਪਣੇ ਵਿਰੋਧ ਕਰ ਰਹੇ ਆ। ਕੱਲ ਨੂੰ ਹੁਣ ਜਿਹੜੀ ਵੱਡੀ ਚੀਜ਼ ਹੈ ਕਿ ਬੜੇ ਲੋਕਾਂ ਦੇ ਵੀਜ਼ੇ ਉੱਥੇ ਲੱਗੇ ਪਏ ਆ ਉਹਨਾਂ ਨੇ ਆਉਣਾ ਫਿਰ ਉਹ ਇੱਥੋਂ ਅਗਲੀਆਂ ਸਟੱਡੀਜ਼ ਸਟਾਰਟ ਕਰਨਗੇ ਫਿਰ ਤੁਹਾਡਾ ਜਿਹੜਾ ਇਹ ਬੁਸ਼ ਫਾਇਰ ਵਾਲੇ ਜਿਹੜੇ ਅਜੇ ਜ਼ਖਮ ਭਰਨੇ ਆ ਕਿੰਨੀ ਟੂਰਿਸਟ ਤੇ ਸਟੂਡੈਂਟ ਇੰਡਸਟਰੀ ਨੇ ਤੁਹਾਨੂੰ ਫਾਇਦਾ ਦੇਣਾ ਤੁਸੀਂ ਉਹ ਆਪਦੇ ਸਿਰਫ ਲੋਕਾਂ ਨੂੰ ਖੁਸ਼ ਕਰਨ ਵਾਸਤੇ ਆਪਦੀ ਭੈੜੀ ਸਟੇਟਮੈਂਟ ਦੇ ਰਹੇ ਆ। ਬਿਲਕੁਲ ਜੀ ਬਿਲਕੁਲ ਨਹੀਂ ਦੇਣੀ ਬੰਦੀ ਸੀ ਜੀ ਪੂਰੀ ਦੁਨੀਆ 'ਚ ਮੈਨੂੰ ਲੱਗਦਾ ਪਹਿਲਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਇਹਦੀ ਭੈੜੀ ਸਟੇਟਮੈਂਟ ਦਿੱਤੀ ਆ। ਹਾਂਜੀ ਹਾਂਜੀ ਵਿਜ਼ਟਰ ਵੀਜ਼ੇ ਪਿੱਛੇ ਵੀ ਕਿਹਾ ਜੀ ਤੁਸੀਂ ਨਹੀਂ ਰਹਿ ਸਕਦੇ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਜਿਵੇਂ ਉਹੀ ਮੇਰੇ ਹਿਸਾਬ ਨਾਲ ਜੀ ਚੁਆਇਸ ਆਫ ਵਰਡ ਹੀ ਗਲਤ ਸੀ ਜੀ। ਤਾਂ ਉਹਨਾਂ ਨੇ ਵਿਜ਼ਟਰ ਵੀਜ਼ੇ ਵਾਲੇ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਆਪਣਾ ਸਮਾਨ ਚੱਕੋ ਤੇ ਆਪਣੀ ਦੁਨੀਆ ਆਪਣੇ ਦੇਸ਼ ਵਾਪਸ ਜਾਓ। ਕਿਤੇ ਨਾ ਕਿਤੇ ਕਹਿਣ ਦਾ ਮਤਲਬ ਇਹ ਸੀ ਵੀ ਜੇ ਤੁਹਾਨੂੰ ਉਰੇ ਕੋਈ ਔਖ ਹੈ ਤਾਂ ਤੁਸੀਂ ਆਪਣੇ ਕੰਟਰੀ ਵਾਪਸ ਜਾ ਸਕਦੇ ਹੋ। ਹਾਂਜੀ ਹਾਂਜੀ ਪਰ ਫਿਰ ਵੀ ਉੱਥੇ ਫਿਰ ਉਹੀ ਗੱਲ ਜੀ ਇਹੋ ਜਿਹੀ ਸਟੇਟਮੈਂਟ ਦੇਣ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਜਾਣਗੇ ਕਿਹੜੇ ਦੇਸ਼ ਜੀ ਸਾਰੇ ਦੁਨੀਆ ਦੇ ਤਾਂ ਬਾਰਡਰ ਬੰਦ ਨੇ ਜੀ। ਬਿਲਕੁਲ ਤਾਂ ਉਹ ਉੱਥੇ ਨਹੀਂ ਜਾ ਸਕਦੇ। ਤਾਂ ਮੇਰੇ ਖਿਆਲ ਤੇ ਬੜਾ ਜਿਵੇਂ ਤੁਸੀਂ ਕਿਹਾ ਆਪਣੇ ਵੋਟ ਬੈਂਕ ਨੂੰ ਖੁਸ਼ ਕਰਨ ਲਈ ਤੁਸੀਂ ਇਹ ਜਿਹੀਆਂ ਭੈਣੀਆਂ ਸਟੇਟਮੈਂਟਾਂ ਦੇ ਕੇ ਬਾਲਾ ਦੂਰ ਨਹੀਂ ਜਾ ਸਕਦੇ ਜੀ ਕਿਉਂਕਿ ਜਿਹੜੇ ਤੁਹਾਡੇ ਵੋਟ ਬੈਂਕ ਨੇ ਜੀ ਜਿਹੜੇ ਤੁਹਾਡੇ ਮੇਰੇ ਵਰਗੇ ਭਰਾ ਨੇ ਸਾਡੇ ਹੀ ਭੈਣ ਭਰਾ ਉਰੇ ਆ ਕੇ ਪੜ੍ਹ ਰਹੇ ਨੇ ਜੀ ਸਾਡੇ ਭੈਣ ਭਰਾ ਹੀ ਉਰੇ ਸਟੂਡੈਂਟ ਵੀਜ਼ੇ ਤੇ ਨੇ ਜੀ ਜਿਹੜੇ ਆਸਟ੍ਰੇਲੀਅਨ ਇਕਨੋਮੀ ਨੂੰ ਉਹ ਵੀ ਉਨੇ ਸਪੋਰਟ ਕਰ ਰਹੇ ਨੇ ਜਿੰਨਾ ਅਸੀਂ ਕਰ ਰਹੇ ਨੇ। ਬਿਲਕੁਲ ਜੀ ਜੇ ਆਪਾਂ ਹੁਣ ਕਨਕਲੂਜਨ ਦੇ ਵੱਲ ਜਾਈਏ ਇਸ ਗੱਲ ਦੀ ਤੇ ਕਿ ਇਹਨੂੰ ਇਸ ਬਿਆਨ ਦੀ ਨਿਖੇਧੀ ਕਰਦੇ ਹੋਏ ਬਸ ਇਹਨੂੰ ਸਿਰਫ ਹਲਕੇ 'ਚ ਲੈਣਾ ਚਾਹੀਦਾ ਕਿਉਂਕਿ ਚੱਲ ਉਮੇਰਿਆ ਉਹਨਾਂ ਦੀ ਇੱਕ ਸਟੇਟਮੈਂਟ ਦੇ ਨਾਲ ਕੁਝ ਵੀ ਤਬਦੀਲੀ ਨਹੀਂ ਆਈ ਜੋ ਪਿਛਲੇ ਟਾਈਮਾਂ ਦੇ ਵਿੱਚ ਐਕਸਪੈਕਟ ਕਰ ਰਹੇ ਸੀ ਨਾ ਵੀ ਸਟੂਡੈਂਟ ਨੂੰ ਵੀ ਕੁਝ ਕਿਉਂਕਿ ਕਮੈਂਟਸ ਆਉਂਦੇ ਆਪਾਂ ਨੂੰ ਵੀ ਸਟੂਡੈਂਟਸ ਨੂੰ ਕੀ ਜਿਹੜੇ ਥੋੜਾ ਪੀਆਰ ਸਿਟੀਜ਼ਨ ਉਹ ਤੇ ਜਿਹੜੇ ਪੱਤਿਆਂ ਤੇ ਲੱਗੇ ਹੋਏ ਆ ਨਾ ਉਹਨਾਂ ਨੂੰ ਚਲੋ ਸਪੋਰਟ ਮਿਲ ਰਹੀ ਤੇ ਸਾਨੂੰ ਕੀ ਹੈ ਸੋ ਉਹਨਾਂ ਨੇ ਇਹੀ ਕਿਹਾ ਕਿ ਹਜੇ ਫਿਲਹਾਲ ਕੋਈ ਸਪੋਰਟ ਨਹੀਂ। ਹਾਂਜੀ ਇਹਨਾਂ ਨੇ ਇੱਕ ਚੀਜ਼ ਦੋ ਚੀਜ਼ਾਂ ਕਲੀਅਰ ਕਰ ਦਿੱਤੀਆਂ ਨੇ ਜੀ ਜਿਵੇਂ ਕਿ ਇਹਨਾਂ ਨੇ ਕਿਹਾ ਵੀ ਸਟੂਡੈਂਟ ਵੀਜ਼ੇ ਨੂੰ ਅਸੀਂ ਬਿਲਕੁਲ ਸਪੋਰਟ ਨਹੀਂ ਕਰਾਂਗੇ ਤਾਂ ਕਿਤੇ ਨਾ ਕਿਤੇ ਪਰ ਇਹਨਾਂ ਦੇ ਨਾਲ ਹੀ ਸਕਾਟ ਮੋਰਿਸਨ ਜੀ ਨੇ ਕਿਹਾ ਜੀ ਕਿ ਵੀ ਹੋਰ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਨੇ ਉਹਨਾਂ ਲਈ ਐਕਟਿੰਗ ਜਿਹੜੇ ਆਪਣੇ ਮਾਈਗ੍ਰੇਸ਼ਨ ਮਿਨਿਸਟਰ ਨੇ ਉਹ ਐਲਨ ਟੈਗ ਉਹ ਆਪਣੀ ਬਣਾ ਰਹੇ ਨੇ ਜੀ ਪਾਲਿਸੀ ਬਣਾ ਰਹੇ ਨੇ ਤਾਂ ਇਹ ਚੀਜ਼ ਉਹ ਐਕਸਪੈਕਟ ਕੀਤੀ ਜਾ ਸਕਦੀ ਹੈ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਨੇ ਜਿਹੜੇ ਕਿ ਫੰਡ ਸ਼ੋ ਕਰਕੇ ਨਹੀਂ ਆਏ ਤੇ ਜਿਹੜੇ ਕਿ ਉਰੇ ਫੁੱਲ ਟਾਈਮ ਕੰਮ ਕਰ ਰਹੇ ਸੀ ਜਾਂ ਕਰ ਰਹੇ ਨੇ ਤੇ ਆਸਟ੍ਰੇਲੀਅਨ ਇਕਨੋਮੀ ਨੂੰ ਸਪੋਰਟ ਕਰ ਰਹੇ ਨੇ ਤੇ ਕਰੋਨਾ ਵਾਇਰਸ ਕਰਕੇ ਉਹਨਾਂ ਦੇ ਕਿਤੇ ਨਾ ਕਿਤੇ ਏਮਪਲੋਇਮੈਂਟ ਦੇ ਫਰਕ ਪਿਆ ਉਹਨਾਂ ਪਿੱਛੇ ਜ਼ਰੂਰ ਗਵਰਨਮੈਂਟ ਕੁਝ ਨਾ ਕੁਝ ਅਨਾਉਂਸ ਕਰੂਗੀ ਚਾਹੇ ਉਹ 485 ਵੀਜ਼ੇ ਵਾਲੇ ਨੇ ਚਾਹੇ ਉਹ ਏਮਪਲੋਇਰ ਸਪਾਂਸਰ ਵੀਜ਼ੇ ਵਾਲੇ ਨੇ ਜੀ ਚਾਹੇ ਹੋਰ ਵੀ ਕਿਸੇ ਵੇਰੀਅਸ ਟ੍ਰੇਨਿੰਗ ਵੀਜ਼ੇ ਵਾਲੇ ਨੇ ਉਹਨਾਂ ਲਈ ਕੁਝ ਨਾ ਕੁਝ ਉਮੀਦ ਜ਼ਰੂਰ ਕੀਤੀ ਜਾ ਸਕਦੀ ਹੈ ਤੇ ਅਸੀਂ ਆਸ ਕਰਦੇ ਹਾਂ ਤੇ ਵੀ ਉਹਨਾਂ ਨੂੰ ਬਿਲਕੁਲ ਸਟੂਡੈਂਟਾਂ ਵਾਂਗੂ ਹਾਸ਼ੀਏ ਤੇ ਨਹੀਂ ਰੱਖਿਆ ਜਾਊਗਾ ਜੀ ਉਹਨਾਂ ਨੂੰ ਕੁਝ ਨਾ ਕੁਝ ਸਪੋਰਟ ਦਿੱਤੀ ਜਾਣੀ ਚਾਹੀਦੀ ਹੈ। ਫਿਲਹਾਲ ਤਾਂ ਮੇਰੇ ਖਿਆਲ 'ਚ ਜਿਹੜੀ ਮੇਨ ਚੀਜ਼ ਉਹਨਾਂ ਦੀ ਜਿਹੜੀ ਫਾਈਟ ਚੱਲ ਰਹੀ ਜਿਵੇਂ ਉਹਨਾਂ ਨੇ ਕਿਹਾ ਸੀਗਾ ਕਿ ਵੀ ਆਪਣਾ ਇਹ ਆਪਸ ਵਿੱਚ ਕੋਆਪਰੇਸ਼ਨ ਚੱਲ ਰਹੀ ਹੈ ਇੱਕ ਪਾਸੇ ਸਰਕਾਰ ਹੈ ਤੇ ਇੱਕ ਪਾਸੇ ਪਬਲਿਕ ਆ ਇਹ ਆਪਣੀ ਪਾਰਟਨਰਸ਼ਿਪ ਚੱਲ ਰਹੀ ਹੈ ਵੀ ਜੇ ਤੁਸੀਂ ਸਾਨੂੰ ਸਪੋਰਟ ਕਰੋਗੇ ਤੇ ਅਸੀਂ ਤੁਹਾਡੀ ਸਪੋਰਟ ਕਰ ਸਕਦੇ ਹਾਂ ਤੇ ਫਿਲਹਾਲ ਉਹ ਇਕਨੋਮੀ ਨੂੰ ਚੱਲਦਾ ਰੱਖਣ ਵਾਸਤੇ ਇੰਡਸਟਰੀ ਨੂੰ ਲੋਕਾਂ ਨੂੰ ਚੱਲਦੇ ਰੱਖਣ ਵਾਸਤੇ ਹੀ ਉਹ ਜਿਹੜੀਆਂ ਜਿਵੇਂ ਹੁਣ ਅੱਜ ਜ਼ਿਆਦਾਤਰ ਵੱਡੀ ਸਟੇਟਮੈਂਟ ਹੈ ਵੀ ਉਹ ਜਿਹੜੇ ਇਹ ਨਹੀਂ ਬੰਦ ਕਰਨਗੇ ਕੱਲ ਬਲੀ ਸਿੰਘ ਨੇ ਵੀ ਅਪਡੇਟ ਕੀਤੀ ਸੀ ਬਾਈ ਹੁਣਾਂ ਨੇ ਕਿ ਵੀ ਜਿਹੜੇ ਚਾਈਲਡ ਕੇਅਰ ਆ ਉਹਨਾਂ ਨੇ ਫ੍ਰੀ ਕਰਤਾ ਕਿ ਤੁਸੀਂ ਜਿੰਨੇ ਵੀ ਆਪਣੇ ਬੱਚੇ ਭੇਜਣੇ ਆ ਕੰਮ ਚਾਲੂ ਰੱਖੋ ਬੱਚੇ ਤੁਹਾਡੇ ਫ੍ਰੀ ਪੜ੍ਹਨਗੇ ਹੁਣ ਇਦਾਂ ਦੇ ਕਰਕੇ ਉਹ ਜੋਬਾਂ ਨੂੰ ਚੱਲਦੇ ਰੱਖਣ ਦੀ ਹੀ ਜਿਹੜੀ ਇੱਕ ਸੰਕੇਤ ਦੇ ਰਹੇ ਆ ਉਹਨਾਂ ਨੇ ਹਜੇ ਕਿਸੇ ਨੂੰ ਕੀ ਫੰਡ ਦੇਣਾ ਜਾਂ ਕਿਸੇ ਨੂੰ ਕੀ ਸਪੋਰਟ ਕਰਨਾ ਇਹਦੇ ਵਿਤਕਰੇ 'ਚ ਨਹੀਂ ਜਾਇਆ ਗਿਆ ਕੁਝ ਵੀ ਕੰਮ ਵਿਤਕਰੇ 'ਚ ਨਹੀਂ ਵੀ ਇਹਦੇ ਨਾਲ ਇਹਨਾਂ ਨੂੰ ਪੈਸੇ ਦੇਤੇ ਆ ਇਹਨਾਂ ਨੂੰ ਫੰਡ ਦੇਤੇ ਇਹਨਾਂ ਨੂੰ ਸ਼ੋਰਟੀ ਦੇਤੀ ਸਿਕਿਉਰਿਟੀ ਦੇਤੀ ਆ ਤੇ ਆ ਰਹਿ ਗਏ ਆ ਇਸ ਸਿਚੁਏਸ਼ਨ 'ਚ ਮੇਰੇ ਖਿਆਲ 'ਚ ਇਹਨੂੰ ਨਹੀਂ ਪਾਉਣਾ ਚਾਹੀਦਾ ਹਜੇ ਹਾਂ ਬਿਲਕੁਲ ਬਹੁਤ ਅਰਲੀ ਹੈ ਜੀ ਕਿ ਇਹ ਜਿਹੀਆਂ ਸਟੇਟਮੈਂਟਾਂ ਦੇਣੇ ਆ ਕਿ ਤੁਸੀਂ ਆਪਣੀ ਕੰਟਰੀ ਬਾਅਦ ਜੋ ਤਾਂ ਅਸੀਂ ਤੁਹਾਨੂੰ ਸਪੋਰਟ ਨਹੀਂ ਕਰਦੇ ਨਹੀਂ ਮੇਰੇ ਖਿਆਲ 'ਚ ਵੀ ਆਪਣੇ ਵੱਲੋਂ ਵੀ ਇਹ ਚੀਜ਼ ਨੂੰ ਇੰਨਾ ਬੜਾਵਾ ਨਹੀਂ ਦੇਣਾ ਚਾਹੀਦਾ ਬਿਲਕੁਲ ਦੇਣਾ ਚਾਹੀਦਾ ਇਹਨੂੰ ਹਾਂਜੀ ਕਿਉਂਕਿ ਕਿਤੇ ਨਾ ਕਿਤੇ ਜਿਵੇਂ ਤੁਸੀਂ ਕਿਹਾ ਵੀ ਪੀਐਮ ਦੀ ਸਟੇਟਮੈਂਟ ਨੂੰ ਕੱਟ ਕੇ ਸ਼ੇਅਰ ਕੀਤਾ ਜਾ ਰਿਹਾ ਜੀ ਤਾਂ ਪਲੀਜ਼ ਤੁਸੀਂ ਉਹ ਕੱਟੇ ਹੋਏ ਪਾਰਟ ਨਾ ਦੇਖੋ ਪੂਰੀ ਸਟੇਟਮੈਂਟ ਪੜ੍ਹੋ ਤਾਂ ਸ਼ਾਇਦ ਤੁਹਾਨੂੰ ਥੋੜਾ ਜਿਹਾ ਮਿਲੂਗਾ ਕਿਉਂਕਿ ਕਿਤੇ ਨਾ ਕਿਤੇ ਉਹ ਪਾਲਿਸੀ ਡਰਾਫਟ ਕਰ ਰਹੇ ਨੇ ਜੀ। ਇੱਕ ਚੀਜ਼ ਜ਼ਰੂਰ ਮੈਂ ਕਹਿਣਾ ਚਾਹੂੰਗਾ ਵੀ ਪੀਐਮ ਨੂੰ ਐਕਨੋਲਜ ਕਰਨਾ ਚਾਹੀਦਾ ਜੀ ਵੀ ਜਿਹੜੇ ਸਟੂਡੈਂਟ ਜਾਂ ਟੈਂਪਰੇਰੀ ਵੀਜ਼ਾ ਹੋਲਡਰ ਨੇ ਉਹ ਵੀ ਆਸਟ੍ਰੇਲੀਅਨ ਇਕਨੋਮੀ ਨੂੰ ਉਨਾ ਹੀ ਧੱਕਾ ਲਾਉਂਦੇ ਜਿੰਨਾ ਪੀਆਰ ਜਾਂ ਸਿਟੀਜ਼ਨ ਬੰਦੇ ਜੀ ਬਿਲਕੁਲ ਤੇ ਉਹ ਵੀ ਪਾਰਟ ਆਫ ਦਾ ਇਕਨੋਮੀ ਨੇ ਜੀ। ਹਾਂਜੀ ਉਵੇਂ ਰਲਦਾ ਮਿਲਦਾ ਇੱਕ ਸਵਾਲ ਵੀ ਆਇਆ ਪਰ ਆਪਣੇ ਸ਼ਾਇਦ ਤੁਹਾਡੇ ਦੇ ਨਾਲ ਨੇ ਆਪਣੇ ਟੈਕਸ ਵਾਲੇ ਪ੍ਰੋਗਰਾਮ ਦੇ ਵਿੱਚ ਰਿਲੇਟਡ ਸਵਾਲ ਹੈ ਪਰ ਜੇ ਤੁਹਾਡੇ ਕੋਲ ਕੋਈ ਇਦਾਂ ਦਾ ਕੋਈ ਹੋਵੇ ਬਲਜੀਤ ਜਸੀਨ ਗਿੱਲ ਕਹਿ ਰਿਹਾ ਜੀ ਵਾਈ ਨਾਟ ਟੈਂਪਰੇਰੀ ਐਂਡ ਸਟੂਡੈਂਟ ਕੈਨ ਵਿਦਡਰਾ ਸੁਪਰ ਬਟ ਵੀ ਸਟਿਲ ਪੇ ਟੈਕਸ ਐਂਡ ਸੁਪਰ ਕੈਨ ਯੂ ਟੈਲ ਮੀ ਸਮਥਿੰਗ ਵੀ ਜਿਹੜੇ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਮੈਂਟ ਕਰਨਾ ਚਾਹੁੰਦਾ ਜੀ। ਹਾਂਜੀ ਤੇ ਨਾਲ ਹੀ ਅੱਗੇ ਇੱਕ ਸਵਾਲ ਆਇਆ ਸੀ ਤਵਲੀਨ ਕੌਰ ਜੀ ਕਹਿ ਰਹੇ ਹੈਲੋ ਸਰ ਆਈ ਵਰਕਡ ਇਨ ਬਨਿੰਗਸ ਕੈਨ ਆਈ ਵਰਕ ਫੁੱਲ ਟਾਈਮ ਵੀ ਬਨਿੰਗ ਜੋ ਉਹ ਕਰਵਾ ਸਕਦੇ ਕਿਉਂਕਿ ਉਹ ਵੀ ਉਹਦੇ ਲਈ ਪਰਮਿਸ਼ਨ ਆਨਲਾਈਨ ਜਾ ਕੇ ਲੈਣੀ ਪੈਂਦੀ ਹੈ ਜੀ ਤਾਂ ਤੁਸੀਂ ਜਿਹੜੀ ਵੀ ਇੰਡਸਟਰੀ 'ਚ ਪੜਦੇ ਹੋ ਆਪਣਾ ਤੁਸੀਂ ਕੇਸ ਪੁੱਟ ਅਪ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਡਿਪਾਰਟਮੈਂਟ ਦੱਸੂਗਾ
ਫੁੱਲ ਟਾਈਮ ਕੰਮ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਹਾਂਜੀ ਬਿਲਕੁਲ ਜੀ। ਬਲਦੇਵ ਸਿੰਘ ਨੇ ਵੀ ਕਿਹਾ ਦਿਸ ਇਜ਼ ਅਨਫੇਅਰ। ਪ੍ਰਭ ਸ਼ਰਨ ਸਿੰਘ ਸੰਧੂ ਤੁਹਾਨੂੰ ਹੈਲੋ ਕਹਿ ਰਹੇ ਜੀ, ਤੇ ਨਾਲ ਜਿਹੜੇ ਕਮੈਂਟਸ ਚੱਲ ਰਹੇ ਜੀ, ਗੁਰਜੀਤ ਢਿੱਲੋਂ ਕਹਿ ਰਹੇ ਗੁੱਡ ਜੀ, ਓਮਕਾਰ ਰੰਧਾਵਾ ਜੀ ਨੇ ਹੋਰ ਦੋਸਤਾਂ ਨੂੰ ਵਿੱਚ ਨਾਲ ਸ਼ਾਮਲ ਕੀਤਾ, ਧੰਨਵਾਦ ਜੀ। ਮਕਬੂਲ ਅਹਿਮਦ ਕਹਿ ਰਹੇ ਲਵ ਯੂ ਅਜੇ ਸਰ, ਤੇ ਨਿਰਮਲ ਸਿੰਘ ਖੇਲਾ ਜੀ ਕਹਿ ਰਹੇ ਆ ਬੈਸਟ ਸਰਵਿਸ ਇਨ ਟਾਊਨ, ਬਾਂਸਲ ਇਮੀਗ੍ਰੇਸ਼ਨ ਨੂੰ ਕਹਿ ਰਹੇ ਆ ਜੀ, ਧੰਨਵਾਦ ਜੀ। ਆਸ਼ੀਸ਼ ਕੁਮਾਰ ਕਹਿ ਰਹੇ ਮੈਂ ਤੇ ਮੇਰਾ ਟੈਚੀ, ਹੁਣ ਇਹ ਮੈਨੂੰ ਸਮਝ ਨਹੀਂ ਆਈ ਜੀ ਤੁਹਾਡੇ ਕੋਡ ਵਰਡ ਹੋਣੇ ਕੁਛ ਨਾ ਕੁਛ ਨਾਲ ਚੱਲ ਰਹੀਆਂ ਗੱਲਾਂ ਬਾਤਾਂ ਤੁਹਾਡੀਆਂ। ਉਹ ਲਖਬੀਰ ਬਲ ਕਹਿ ਰਹੀ ਜੀ ਇਟਸ ਨਾਟ ਗੁੱਡ ਡਿਸੀਜਨ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ। ਸੋ ਆਪਾਂ ਇਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਅਰਸ਼ਦੀਪ ਕਹਿ ਰਹੇ ਜੀ ਨਿਊ ਸਾਊਥ ਵੇਲ 190 ਦਾ ਕੀ ਚਾਂਸ ਨੇ ਐਜ਼ ਅ ਸ਼ੈਫ। ਲਖਬੀਰ ਬਲ ਜੀ ਕਹਿ ਦਈਏ ਇਟਸ ਨਾਟ ਗੁੱਡ ਡਿਸੀਜਨ, ਇਹ ਕੋਈ ਡਿਸੀਜਨ ਨਹੀਂ ਹੋਇਆ, ਫਿਰ ਆਪਾਂ ਕਹਿ ਦਈਏ ਹਾਂ ਨਹੀਂ ਬਿਲਕੁਲ ਇਹ ਸਿਰਫ ਤੇ ਸਿਰਫ ਆ ਜੀ ਉਹਨਾਂ ਨੇ। ਚਲੋ ਤੁਸੀਂ ਦੱਸੋ ਕੱਲ ਆਪਾਂ ਬਿਲਕੁਲ ਜੀ ਇਹ ਕੋਈ ਡਿਸੀਜਨ ਨਹੀਂ ਹੈਗਾ ਜੀ। ਆਸਟ੍ਰੇਲੀਆ ਨੇ ਆਪਣਾ ਥੋੜਾ ਜਿਹਾ ਰੁੱਖ ਕਲੀਅਰ ਕੀਤਾ, ਤਾਂ ਜਿਹੜੀਆਂ ਕਿ ਅੱਜ ਕੱਲ੍ਹ ਅਟਕਲਾਂ ਜਿਵੇਂ ਕਿ ਆਪਾਂ ਨੂੰ ਪਿਛਲੀ ਵਾਰ ਵੀ ਸਵਾਲ ਆਏ ਤੇ ਰੇਡੀ ਬੇਸ ਤੇ ਆ ਰਹੇ ਸੀ ਵੀ ਆਸਟ੍ਰੇਲੀਆ ਇੰਟਰਨੈਸ਼ਨਲ ਸਟੂਡੈਂਟਾਂ ਲਈ ਕੀ ਕਰੂਗਾ, ਤਾਂ ਉਹਨਾਂ ਨੇ ਇਹ ਤੇ ਵਿਰਾਮ ਲਾਤਾ ਵੀ ਆਸਟ੍ਰੇਲੀਆ ਅੱਜ ਦੇ ਟਾਈਮ ਦੇ ਵਿੱਚ ਆਸਟ੍ਰੇਲੀਅਨ ਸਟੂਡੈਂਟਾਂ ਲਈ ਕੁਝ ਨਹੀਂ ਕਰ ਰਿਹਾ। ਹਾਂਜੀ, ਪਰ ਐਟ ਦਾ ਸੇਮ ਟਾਈਮ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜਿਹੜੇ ਆਪਣੇ ਐਕਟਿੰਗ ਮਾਈਗ੍ਰੇਸ਼ਨ ਮਿਨਿਸਟਰ ਐਲਨ ਟਗ ਜੀ ਆਪਣੇ ਉਹ ਇੱਕ ਪਾਲਿਸੀ ਡਰਾਫਟ ਕਰ ਰਹੇ ਨੇ ਟੈਂਪਰੇਰੀ ਵੀਜ਼ਾ ਹੋਲਡਰ ਲਈ, ਤੇ ਮੇਰੇ ਖਿਆਲ ਨਾਲ ਆਪਾਂ ਨੂੰ ਹਜੇ ਕੰਕਲੂਜਨ ਨਹੀਂ ਕਰਨਾ ਚਾਹੀਦਾ, ਵੇਟ ਕਰਨੀ ਚਾਹੀਦੀ ਹੈ ਫਰਦਰ ਅਨਾਉਂਸਮੈਂਟ ਦੀ ਜੀ। ਬਿਲਕੁਲ 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 ਹਾਂਜੀ। ਜਿਹੜੀ ਉਹਨਾਂ ਨੇ ਗੱਲ ਕੀਤੀ ਅੱਗੇ ਨਾਲ ਕਮੈਂਟਸ ਮੈਂ ਦੇਖ ਰਿਹਾ ਸੀਗਾ, ਟੋਟਲੀ ਅਨਫੇਅਰ ਸਟੇਟਮੈਂਟ ਕਿਉਰ ਦੇਸਾਈ ਜੀ ਕਹਿ ਰਹੇ ਜੀ ਟੋਟਲੀ ਅਨਫੇਅਰ ਸਟੇਟਮੈਂਟ ਆਪਾਂ ਕਹਿ ਸਕਦੇ ਹਾਂ, ਬਹੁਤ ਗਲਤ ਦਿੱਤੀ ਉਹਨਾਂ ਨੇ, ਨਹੀਂ ਦੇਣੀ ਚਾਹੀਦੀ ਸੀ, ਪਰ ਕੋਈ ਇਦਾਂ ਦਾ ਡਿਸੀਜਨ ਨਹੀਂ। ਨਾਲ ਉਹਦੇ ਬਾਰੇ ਵੀ ਆਪਾਂ ਜਵਾਬ ਦੇ ਦਈਏ। ਅਰਸ਼ਦੀਪ ਕਹਿ ਰਹੇ ਨਿਊ ਸਾਊਥ ਵੇਲ 190 ਦੇ ਕੀ ਚਾਂਸ ਨੇ ਐਜ਼ ਅ ਸ਼ਿਫ। ਵਧੀਆ ਚਾਂਸ ਨੇ ਜੀ, ਜੇ ਤੁਸੀਂ ਨਿਊ ਸਾਊਥ ਵੇਲ ਵਿੱਚ ਰਹਿੰਦੇ ਹੋ ਤੇ ਉੱਥੇ ਕੰਮ ਕਰਦੇ ਹੋ ਤਾਂ ਬਹੁਤ ਚਾਂਸ ਨੇ, ਪਰ ਜੇ ਤੁਸੀਂ ਨਿਊ ਸਾਊਥ ਵੇਲ ਵਿੱਚ ਨਹੀਂ ਰਹਿੰਦੇ ਫਿਰ ਕੋਈ ਚਾਂਸ ਨਹੀਂ ਜੀ। ਠੀਕ ਠੀਕ ਠੀਕ। ਆਪਾਂ ਇਹਦੇ ਬਾਰੇ ਵੀ ਇੱਕ ਸਵਾਲ ਜਿਹੜਾ ਆਪਾਂ ਡਿਸਕਸ ਕਰ ਰਹੇ ਸੀਗੇ ਕਿ ਵੀ ਜਿਹੜੀ ਬਾਰਡਰ ਸਿਕਿਉਰਿਟੀ ਹੋਈ ਆ, ਬਾਰਡਰ ਬਲੌਕ ਕੀਤੇ ਬਾਰਡਰ ਕਲੋਜ਼ ਹੋਏ ਆ, ਤੇ ਕੋਈ ਬੰਦਾ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਉੱਥੇ ਰਹਿ ਰਿਹਾ ਜਾਂ ਪੜ੍ਹ ਰਿਹਾ ਤੇ ਉਹ ਵਾਪਸ ਜਾ ਸਕਦਾ ਕਿ ਵੀ ਬਾਈ ਚਾਂਸ ਕਿਸੇ ਹੋਰ ਸਟੇਟ ਦੇ ਵਿੱਚ ਵਿਜ਼ਿਟ ਕਰ ਰਿਹਾ ਹੋਵੇ, ਤਸਮਾਨੀਆ ਤੋਂ ਆਇਆ ਹੋਵੇ ਜਾਂ ਉਹਨਾਂ ਦੀਆਂ ਫਲਾਈਟਸ ਵਗੈਰਾ ਦਾ ਜਿਨ੍ਹਾਂ ਨੂੰ ਉੱਥੇ ਰਹਿ ਕੇ ਹੀ ਪੜ੍ਹਨ ਦੀ ਜਿਹੜੀ ਉਹ ਹਦਾਇਤ ਮਿਲੀ ਹੁੰਦੀ ਵੀ ਜੇ ਤੁਸੀਂ ਉੱਥੇ ਨਹੀਂ ਹੋਵੋਗੇ ਤੇ ਫਿਰ ਤੁਹਾਨੂੰ ਉਹ ਕੰਪਲੀਟ ਜਿਹੜਾ ਕੰਪਲੀਸ਼ਨ ਲੈਟਰ ਨਹੀਂ ਮਿਲਣੀ। ਹਾਂਜੀ ਬਿਲਕੁਲ, ਤੁਸੀਂ ਬਾਰਡਰ ਕਲੋਜ਼ ਕਰਨ ਦਾ ਮਤਲਬ ਇਹ ਹੈ ਜੀ, ਤਾਂ ਤੁਸੀਂ ਬਿਨਾਂ ਕਿਸੇ ਜ਼ਰੂਰੀ ਮਤਲਬ ਤੋਂ ਤੁਸੀਂ ਘੁੰਮਣ ਫਿਰਨ ਜਾਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਤੁਸੀਂ ਨਹੀਂ ਜਾ ਸਕਦੇ, ਠੀਕ ਹੈ ਜੀ। ਜੇ ਤੁਸੀਂ ਜਾਓਗੇ ਤਾਂ ਤੁਹਾਨੂੰ 14 ਦਿਨ ਲਈ ਕੁਆਰੰਟਾਈਨ ਕਰਨਾ ਪਊਗਾ ਜੀ, ਪਰ ਜੇ ਤੁਸੀਂ ਉੱਥੇ ਦੇ ਬਸ਼ਿੰਦੇ ਹੋ, ਤੁਸੀਂ ਉੱਥੇ ਰਹਿੰਦੇ ਹੋ ਜੀ, ਤੁਸੀਂ ਉੱਥੇ ਪੜ੍ਹ ਰਹੇ ਹੋ, ਤੁਸੀਂ ਉੱਥੇ ਕੰਮ ਕਰ ਰਹੇ ਹੋ, ਤਾਂ ਤੁਸੀਂ ਬਿਲਕੁਲ ਜਾ ਸਕਦੇ ਹੋ ਜੀ। ਤੇ ਜੇ ਉਹ ਡੀਮਡ ਐਸੈਂਸ਼ੀਅਲ ਤਾਂ ਤੁਹਾਨੂੰ ਕੁਆਰੰਟਾਈਨ ਵੀ ਨਹੀਂ ਕਰਨਾ ਪਊਗਾ, ਪਰ ਜੇ ਕਿਤੇ ਨਾ ਕਿਤੇ ਲੱਗਿਆ ਵੀ ਤੁਸੀਂ ਇਹ ਤੁਹਾਡੇ ਲਈ ਇੰਨਾ ਐਸੈਂਸ਼ੀਅਲ ਨਹੀਂ ਸੀ ਜਾਂ ਤੁਸੀਂ ਬੇਮਤਲਬ ਟਰੈਵਲ ਕੀਤਾ ਤਾਂ ਤੁਹਾਨੂੰ 14 ਦਿਨ ਲਈ ਆਪਣੇ ਘਰੇ ਕੁਆਰੰਟਾਈਨ ਕਰਨਾ ਪਊਗਾ ਜੀ। ਚਾਹੇ ਤੁਸੀਂ ਇਹਦਾ ਮਤਲਬ ਬਿਲਕੁਲ ਇਹ ਨਹੀਂ ਹੈਗਾ ਤੁਸੀਂ ਵਾਪਸ ਜਾ ਸਕਦੇ, ਤੁਸੀਂ ਬਿਲਕੁਲ ਚਾਹੇ ਤੁਸੀਂ ਐਡਲੇਡ ਨੇ ਬਾਰਡਰ ਕਲੋਜ਼ ਕੀਤੇ ਨੇ, ਕੁਇਨਜ਼ਲੈਂਡ ਨੇ ਕੀਤੇ ਨੇ, ਤਸਮਾਨੀਆ ਨੇ ਕੀਤੇ ਨੇ ਜੀ, ਮੈਨੂੰ ਲੱਗਦਾ ਨਾਰਥਰਨ ਟੈਟ ਤੇ ਵੈਸਟਰਨ ਆਸਟ੍ਰੇਲੀਆ ਨੇ ਵੀ ਕਰਤੇ, ਪਰ ਤੁਸੀਂ ਇਹਨਾਂ ਸਾਰਿਆਂ ਵਿੱਚ ਵਾਪਸ ਜਾ ਸਕਦੇ ਹੋ ਜੇ ਤੁਸੀਂ ਉੱਥੇ ਰਹਿੰਦੇ ਹੋ, ਤੇ ਪਰ ਤੁਹਾਨੂੰ ਕੁਆਰੰਟਾਈਨ ਕਰਨਾ ਪੈ ਸਕਦਾ 14 ਦਿਨ ਲਈ। ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਹਲਕਾ ਜਿਹਾ ਨਾਲ ਰਲਦਾ ਹਲਕਾ ਫੁਲਕਾ ਜਿਹਾ ਕੁਐਸਚਨ ਆ ਜਿਹਦੀ ਸ਼ਾਇਦ ਤੁਕ ਨਾ ਬਣੇ, ਜਿਹੜੇ ਉਹਨਾਂ ਨੇ ਕਾਲਜ ਆਨਲਾਈਨ ਕੀਤੇ ਸਟੱਡੀ, ਜੇ ਕਿਸੇ ਹੋਰ ਸਟੇਟ ਵਿੱਚ ਰਹਿੰਦੇ ਹੋਏ ਉਹ ਮੈਲਬਨ ਜਾਂ ਸਿਡਨੀ ਰਹਿ ਕੇ ਉਹ ਆਨਲਾਈਨ ਸਟੱਡੀ ਕਰ ਸਕਦੇ ਕਿ ਨਹੀਂ? ਬਿਲਕੁਲ ਕਰ ਸਕਦੇ ਨੇ, ਪਰ ਤੁਸੀਂ ਇਹ ਚੀਜ਼ ਧਿਆਨ ਰੱਖਣੀ ਪੈਣੀ ਹੈ ਵੀ ਤੁਸੀਂ ਉੱਥੇ ਦੀਆਂ ਰੈਜ਼ੀਡੈਂਸ਼ੀਅਲ ਰਿਕੁਆਇਰਮੈਂਟਾਂ ਸ਼ਾਇਦ ਪੂਰੀਆਂ ਨਾ ਕਰ ਪਾਓ, ਕਿਉਂਕਿ ਜੇ ਤੁਸੀਂ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਤੁਸੀਂ ਜੇ ਉਰੇ ਦੂਸਰੀ ਸਟੇਟ ਵਿੱਚ ਰਹਿੰਦੇ ਹੋ ਤਾਂ ਇਹਦਾ ਮਤਲਬ ਇਹ ਹੈ ਵੀ ਇਹ ਤੁਹਾਡੀ ਚੁਆਇਸ ਹੈ, ਤੁਹਾਡੀ ਮਜਬੂਰੀ ਨਹੀਂ ਹੈ ਜੀ। ਤੁਸੀਂ ਉਸ ਸਟੇਟ ਦੇ ਵਿੱਚ ਬਿਲਕੁਲ ਵਾਪਸ ਜਾ ਸਕਦੇ ਹੋ, ਸਿਰਫ ਤੁਹਾਨੂੰ 14 ਦਿਨ ਲਈ ਕੁਆਰੰਟਾਈਨ ਕਰਨਾ ਪਊਗਾ, ਤੇ ਤੁਸੀਂ ਇਹੀ ਰਿਕਮੈਂਡ ਕਰਦੇ ਹਾਂ ਵੀ ਤੁਸੀਂ ਇਸ ਚੀਜ਼ ਨੂੰ ਐਕਸਕਿਊਜ਼ ਨਾ ਬਣਾਓ ਤੇ ਜਲਦੀ ਤੋਂ ਜਲਦੀ ਆਪਣੀ ਜਿੱਥੇ ਤੁਸੀਂ ਪੜ੍ਹ ਰਹੇ ਹੋ ਉੱਥੇ ਵਾਪਸ ਜਾਓ। ਬਿਲਕੁਲ ਜੀ। ਆਪਾਂ ਹੁਣ ਬ੍ਰੇਕ ਤੇ ਚੱਲੇ ਹਾਂ ਜੀ, ਤੇ ਮੇਰੇ ਖਿਆਲ 'ਚ ਜਿਹੜਾ ਆਪਣੀ ਡਿਸਕਸ਼ਨ ਜਿਹੜੀ ਕਰਨ ਦੇ ਜਿਹੜੇ ਸਵਾਲ ਬਣਾਏ ਸੀ ਉਦੋਂ ਜ਼ਿਆਦਾ ਲਿਸਟ ਜਿਹੜੀ ਕਮੈਂਟਸ ਦੇ ਵਿੱਚ ਆ ਰਹੀ, ਕਿਉਂਕਿ ਇਹ ਭਖ ਦਾ ਜਿਹੜਾ ਮਸਲਾ ਸੀਗਾ ਤੇ ਸ਼ਾਇਦ ਸਾਰੇ ਅਸੀਂ ਕਮੈਂਟ ਨਾ ਲੈ ਸਕੀਏ, ਪਰ ਧੰਨਵਾਦ ਤੁਹਾਡਾ, ਜਿੰਨੇ ਕੰਸਰਨ ਤੁਹਾਡੇ ਹੈਗੇ ਅਸੀਂ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਕਮੈਂਟਸ ਲੈ ਜਾਣਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ। ਧੰਨਵਾਦ। ਇੰਡੀਆ ਦੀਆਂ ਖੂਬਸੂਰਤ ਯਾਦਾਂ ਨੂੰ ਯਾਦ ਕਰਾਉਂਦਾ ਹੋਇਆ ਵੀ ਪ੍ਰੈਜ਼ੈਂਟ ਮੈਮਰੀਜ਼ ਆਫ ਇੰਡੀਆ ਇੰਡੀਅਨ ਰੈਸਟੋਰੈਂਟ ਐਂਡ ਪਾਰਟੀ ਹਾਲ। ਬਹੁਤ ਹੀ ਖੂਬਸੂਰਤ ਡੈਕੋਰੇਸ਼ਨ ਐਂਡ ਇੰਟੀਰੀਅਰ ਸੀਟਿੰਗ ਐਂਡ ਵੈਲ ਟ੍ਰੇਨਡ ਸਟਾਫ ਲੈ ਕੇ ਆਏ ਨੇ ਮੈਮਰੀਜ਼ ਆਫ ਇੰਡੀਆ। ਮੈਮਰੀਜ਼ ਆਫ ਇੰਡੀਆ ਤੁਹਾਡੇ ਲਈ ਲੈ ਕੇ ਆਇਆ ਹੈ ਬ੍ਰੇਕਫਾਸਟ, ਲੰਚ ਐਂਡ ਡਿਨਰ। ਜੀ ਹਾਂ, ਇਟਸ ਓਪਨ ਫਰੋਮ 10 AM till 11 PM in the night time। ਵੈਜ ਨੌਨ ਵੈਜ ਥਾਲੀ ਦੇ ਨਾਲ ਨਾਲ ਇਹਨਾਂ ਦੀ ਸਪੈਸ਼ਲਿਟੀ ਹੈ ਅੰਮ੍ਰਿਤਸਰੀ ਕੁਲਚੇ, ਛੋਲੇ ਭਟੂਰੇ, all types of stuffed paranthas, gulab jamuns and hot jalebis।
It's open from 10 a.m. till 11 p.m. and it's located in Raven Hall. And ਉਹਨਾਂ ਨੂੰ ਤੁਸੀਂ ਬੁੱਕ ਕਰ ਸਕਦੇ ਹੋ ਕਿਸੇ ਵੀ ਪਾਰਟੀ ਹਾਲ ਲਈ up to 150 people ਤੇ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਵੈਜ ਔਰ ਨਾਨ ਵੈਜ ਕੇਟਰਿੰਗ ਦੇ ਲਈ। ਐਂਡ ਬੱਚਿਆਂ ਲਈ ਇੱਕ ਸਪੈਸ਼ਲ ਪਲੇਗਰਾਉਂਡ ਜਿੱਥੇ ਤੁਹਾਡੇ ਬੱਚੇ ਫ੍ਰੀ ਪਲੇ ਦਾ ਆਨੰਦ ਉਠਾ ਸਕਦੇ ਨੇ। 200 car parking, special taxi parkings and lots of space for trucks। ਇਹਨਾਂ ਸਾਰੀਆਂ ਸੁਵਿਧਾਵਾਂ ਦਾ ਆਨੰਦ ਉਠਾਉਣ ਲਈ ਅੱਜ ਹੀ ਵਿਜ਼ਿਟ ਕਰੋ। ਜੀ ਹਾਂ, ਮੈਮਰੀਜ਼ ਆਫ ਇੰਡੀਆ ਇਨ ਰੈਵਨ ਹਾਲ। ਪੰਜਾਬ ਸਟਰੀਟ ਚਾਰਟ ਕਾਰਨਰ ਇਨ ਸਪ੍ਰਿੰਗਵੈਲ। ਪੰਜਾਬ ਸਟਰੀਟ ਚਾਰਟ ਕਾਰਨਰ ਦੀ ਅਪਾਰ ਸਫਲਤਾ ਤੋਂ ਬਾਅਦ ਕੰਦੋਲਾ ਫੈਮਿਲੀ ਲੈ ਕੇ ਆਈ ਹੈ ਦ ਗ੍ਰੈਂਡ ਪੰਜਾਬ ਇੰਡੀਅਨ ਰੈਸਟੋਰੈਂਟ ਐਂਡ ਬਾਰ। जितना ही खूबसूरत नाम उन्नी ही खूबसूरत लुक। इस दे नाल थोनू मिलेगा जी ऑथेंटिक इंडियन टेस्ट एंड वेरी ब्यूटीफुल सिटिंग। बेस्ट डाइनिंग सर्विस दे नाल तुसी उठा सकते हो ओपन बार दा लुत्फ। अपनी किसी भी मोमेंट ਨੂੰ ਖਾਸ ਬਣਾਉਣ ਲਈ, ਇੱਕ ਖਾਸ ਡਿਨਰ ਲਈ, ਇੱਕ ਖਾਸ ਬਰਥਡੇ ਪਾਰਟੀ ਸੈਲੀਬ੍ਰੇਸ਼ਨ ਲਈ ਅੱਜ ਹੀ ਕੰਟੈਕਟ ਕਰੋ ਦੀ ਗ੍ਰੈਂਡ ਪੰਜਾਬ ਲੋਕੇਟਡ ਇਨ ਮਾਲਬਨ। ਇਹ ਪ੍ਰੋਵਾਈਡ ਕਰਦੇ ਨੇ ਤੁਹਾਨੂੰ ਫ੍ਰੀ ਐਂਪਲ ਫਰੰਟ ਪਾਰਕਿੰਗ। ਗ੍ਰੈਂਡ ਪੰਜਾਬ ਦਾ ਇੱਕ ਨਿੱਕਾ ਜਿਹਾ ਹੋਰ ਉਪਰਾਲਾ ਕਸਟਮਰ ਰਾਇਲਟੀ ਕਾਰਡ। ਜੀ ਹਾਂ, ਜਿੱਥੇ ਤੁਸੀਂ ਪਾ ਸਕਦੇ ਹੋ ਐਵਰੀਡੇ ਕਸਟਮਰ ਡਿਸਕਾਊਂਟ। ਤੇ ਗ੍ਰੈਂਡ ਪੰਜਾਬ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਬਰਥਡੇ ਪਾਰਟੀ ਸੈਲੀਬ੍ਰੇਸ਼ਨ ਦੇ ਲਈ ਤੇ ਪਾਰਟੀ ਹਾਲ ਬੁੱਕ ਕਰ ਸਕਦੇ ਹੋ ਅਪ ਟੂ 50 ਪੀਪਲ। ਸਵਾਗਤ ਹੈ ਜੀ ਆਪ ਸਭ ਦਾ ਫੇਰ ਪੰਜਾਬ ਟੀਵੀ ਤੇ ਗੱਲਬਾਤ ਚੱਲ ਰਹੀ ਹੈ ਜੀ। ਜਿਹੜੀ ਨਵੀਂ ਸਟੇਟਮੈਂਟ ਜਿਹੜੀ ਗੱਲਾਂ ਬਾਤਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਤੋਂ ਕਿਹਾ ਗਿਆ ਸ਼ਾਇਦ ਜਿਹੜੀ ਬਹੁਤ ਮੰਦਭਾਗੀ ਬਣ ਚੁੱਕੀ ਹੈ ਇਸ ਟਾਈਮ। ਬਹੁਤ ਹੀ ਗਲਤ ਹੈ, ਬਹੁਤ ਹੀ ਅਨਫੇਅਰ ਹੈ ਕਿ ਜੇ ਸਟੂਡੈਂਟਸ ਸਾਡੇ ਤੋਂ ਹੈਲਪ ਦੀ ਤਵੱਕੋ ਕਰ ਰਹੇ ਆ ਤਾਂ ਉਹ ਹਜੇ ਸਾਡੇ ਕੋਲ ਇਦਾਂ ਦਾ ਕੋਈ ਪਲਾਨ ਨਹੀਂ। ਜੇ ਉਹ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਸੈਲਫ ਡਿਪੈਂਡੈਂਟ ਨਹੀਂ ਕਰ ਸਕਦੇ ਖਰਚੇ ਬਾਰੇ, ਉਹ ਆਪਣੇ ਕੰਟਰੀਜ਼ ਵਾਪਸ ਜਾ ਸਕਦੇ ਆ ਉਨੀ ਦੇਰ ਲਈ ਜਿੰਨਾ ਚਿਰ ਇੱਥੇ ਹਾਲਾਤ ਨਹੀਂ ਸੰਭਲਦੇ। ਸਾਡੇ ਤੋਂ ਆਪਣੇ ਸਿਟੀਜ਼ਨ ਤੇ ਜਿਹੜੇ ਰੈਜ਼ੀਡੈਂਟਸ ਆ ਉਹ ਨਹੀਂ ਸੰਭਾਲੇ ਜਾ ਰਹੇ। ਬਹੁਤ ਹੀ ਮੰਦਭਾਗੀ ਜਿਹੜੀ ਸਟੇਟਮੈਂਟ ਉਹਦੇ ਬਾਰੇ ਗੱਲਬਾਤ ਕਰ ਰਹੇ ਸੀ। ਕੁਝ ਹੋਰ ਜਿਹੜੇ ਸਵਾਲ ਸੀਗੇ ਆਪਾਂ ਨਾਲ ਉਹ ਗੱਲਬਾਤ ਕੀਤੀ ਸੀ, ਤੁਹਾਡੇ ਸਵਾਲ ਵੀ ਲਏ ਤੇ ਨਾਲ ਅਜੇ ਬੰਸਲ ਜੀ, ਬੰਸਲ ਇਮੀਗ੍ਰੇਸ਼ਨ ਸਾਡੇ ਨਾਲ ਮੌਜੂਦ ਨੇ। ਸਵਾਗਤ ਹੈ ਫਿਰ। ਧੰਨਵਾਦ ਜੀ। ਹਾਂਜੀ, ਕਾਫੀ ਜਿਹੜੇ ਕਮੈਂਟਸ ਆ ਰਹੇ ਆ ਜਿਹੜੇ ਇਹ ਚੀਜ਼ ਨੂੰ ਬੜਾ ਗਲਤ ਕਿਹਾ ਜਾ ਰਿਹਾ। ਗਲਤ ਹੈਗੇ ਤੇ ਪਰ ਫਿਰ ਆਪਾਂ ਇਹੀ ਕਹਿੰਦੇ ਆ ਕਿ ਵੀ ਇਹਦੇ ਚੋਂ ਐਵੇਂ ਕੋਈ ਪੈਨਿਕ ਹੋਣ ਵਾਲੀ ਗੱਲ ਨਹੀਂ। ਇੱਕ ਸਿਰਫ ਇੱਕ ਸਟੇਟਮੈਂਟ ਹੈ, ਕੋਈ ਡਿਸੀਜਨ ਨਹੀਂ। ਪਰ ਨੈਕਸਟ ਆਉਣ ਵਾਲੇ ਟਾਈਮ ਦੇ ਵਿੱਚ ਜੇ ਕਿਤੇ ਇਹ ਪ੍ਰੈਸ਼ਰ ਉਹਨਾਂ ਤੇ ਕਰ ਜਾਂਦਾ ਤਾਂ ਉਹਨਾਂ ਨੂੰ ਸ਼ਾਇਦ ਕੁਝ ਨਾ ਕੁਝ ਹੋਰ ਜਿਹੜੀ ਤਰੀਕੇ ਨਾਲ ਗੱਲਬਾਤ ਕਰਨ ਦਾ ਜਿਹੜਾ ਉਹਨਾਂ ਨੂੰ ਪਤਾ ਲੱਗਣਾ ਪਊਗਾ। ਹੁਣ ਵਿਜ਼ਟਰ ਵੀਜ਼ਾ ਨੂੰ ਜਿਵੇਂ ਕਹਿਣਾ ਜੀ ਵਧੀਆ ਗੱਲ ਹੈ ਵੀ ਤੁਸੀਂ ਆਏ ਉਰੇ ਪੈਸੇ ਸਾਡੀ ਕੰਟਰੀ ਵਿੱਚ ਖਰਚੇ ਤੇ ਹੁਣ ਤੁਸੀਂ ਆਪਣੀ ਕੰਟਰੀ ਵਾਪਸ ਜਾ ਸਕਦੇ ਹੋ। ਪਰ ਮੈਂ ਫਿਰ ਇਹ ਚੀਜ਼ ਕਹਿਣਾ ਚਾਹੂੰਗਾ ਦਰਸ਼ਕਾਂ ਨੂੰ ਵੀ ਕਿ ਇਹਨੂੰ ਇਸ ਤਰ੍ਹਾਂ ਨਾ ਲਿਆ ਜਾਵੇ ਕਿ ਵੀ ਤੁਹਾਨੂੰ ਵਾਪਸ ਜਾਣ ਲਈ ਕਿਹਾ ਜਾ ਰਿਹਾ ਜੀ। ਉਹ ਸਿਰਫ ਇਸ ਤਰ੍ਹਾਂ ਕਹਿ ਰਹੇ ਨੇ ਕਿ ਜੇ ਤੁਸੀਂ ਆਪਣੇ ਆਪ ਨੂੰ ਉਰੇ ਸਸਟੇਨ ਨਹੀਂ ਕਰ ਸਕਦੇ, ਤੁਹਾਡਾ ਉਰੇ ਕੋਈ ਭੈਣ ਭਾਈ ਨਹੀਂ ਹੈਗਾ, ਤੁਸੀਂ ਬਿਲਕੁਲ ਸਪੋਰਟ ਨਹੀਂ ਕਰ ਸਕਦੇ ਤੇ ਤੁਸੀਂ ਵਾਪਸ ਜਾ ਸਕਦੇ ਹੋ ਤੇ ਤੁਹਾਡੀ ਫੈਮਿਲੀ ਵਾਪਸ ਆ ਜਾ ਕਿਸੇ ਵੀ ਰੀਜ਼ਨ ਕਰਕੇ ਤਾਂ ਤੁਸੀਂ ਵਾਪਸ ਜਾ ਸਕਦੇ ਹੋ। ਆਸਟ੍ਰੇਲੀਆ ਦੇ ਵਿੱਚ ਤੁਸੀਂ ਆਣਾ ਬੰਦ ਹੈ, ਬਾਹਰ ਆਣਾ ਬੰਦ ਨਹੀਂ ਹੈਗਾ। ਤਾਂ ਜੇ ਤੁਹਾਡੀ ਕੰਟਰੀ ਤੁਹਾਨੂੰ ਐਕਸੈਪਟ ਕਰਦੀ ਹੈ ਤੇ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ ਤਾਂ ਵਾਪਸ ਜਾ ਸਕਦੇ ਹੋ। ਪਰ ਇਹਨੂੰ ਕਿਸੇ ਵੀ ਤਰੀਕੇ ਤੋਂ ਐਵੇਂ ਨਾ ਲਿਆ ਜਾਵੇ ਕਿ ਵੀ ਤੁਹਾਨੂੰ ਵਾਪਸ ਜਾਣ ਲਈ ਕਿਹਾ ਜਾ ਰਿਹਾ। ਜਿਹੜੇ ਵਿਜ਼ਟਰ ਵੀਜ਼ੇ ਵਾਲੇ ਹੈਗੇ ਨੇ ਉਹ ਉਰੇ ਰਹਿ ਕੇ ਆਪਣੇ ਫਰਦਰ ਆਪਸ਼ਨ ਐਕਸਰਸਾਈਜ਼ ਜੇ ਉਹ ਕਰਨਾ ਚਾਹੁੰਦੇ ਨੇ ਤਾਂ ਕਰ ਸਕਦੇ ਨੇ, ਜੇ ਉਹ ਵਾਪਸ ਜਾਣਾ ਚਾਹੁੰਦੇ ਨੇ ਤਾਂ ਵਾਪਸ ਜਾ ਸਕਦੇ ਨੇ। ਬਿਲਕੁਲ ਜੀ। ਤਾਂ ਇਹ ਚੀਜ਼ ਨੂੰ ਜਿਹੜੀ ਐਕਸਪੈਕਟੇਸ਼ਨ ਸੀਗੀ, ਜਿਹੜੀ ਇੱਕ ਸਟੂਡੈਂਟਸ ਜਿਹੜੇ ਕਹਿ ਰਹੇ ਸੀਗੇ ਵੀ ਅਸੀਂ ਇੱਥੋਂ ਦੇ ਪੱਕੇ ਨਹੀਂ ਆ ਤੇ ਸਾਡੇ ਲਈ ਸਰਕਾਰ ਕੀ ਕਰੂਗੀ, ਉਹ ਜਿਹੜੀ ਇੱਕ ਨਾ ਗਲਤ ਜਿਵੇਂ ਆਪਾਂ ਕਹਿ ਸਕਦੇ ਵੀ ਕਰਾਰੀ ਚਪੇੜ ਜੀ ਮਾਰ ਕੇ ਉਹਨਾਂ ਨੇ ਸਾਡਾ ਦਿਲ ਤੋੜਿਆ। ਬਿਲਕੁਲ ਇੱਕ ਆਸ ਟੁੱਟੀ ਆ ਕਿ ਵੀ ਅਸੀਂ ਵੀ ਤੁਹਾਡੇ ਜਿਹੜੇ ਹੁਣ ਪਹਿਲਾਂ ਆਇਆ ਸੀਗਾ ਇੱਕ ਸਵਾਲ ਕਿ ਵੀ ਅਸੀਂ ਵੀ ਟੈਕਸ ਪੇ ਕਰਦੇ ਹਾਂ, ਅਸੀਂ ਵੀ ਸੁਪਰ ਪੇ ਕਰਦੇ ਹਾਂ, ਅਸੀਂ ਵੀ ਤੁਹਾਡੀ ਇਕਨੋਮੀ ਨੂੰ ਚੱਲੀ ਜਾਣ ਤੁਹਾਡੇ ਜਿਹੜੇ ਸਹਾਇਕ ਹੁੰਦੇ ਆ। ਪਰ ਫਿਲਹਾਲ ਅਜੇ ਵੇਟ ਕਰਨੀ ਚਾਹੀਦੀ ਆ। ਹੋ ਸਕਦਾ ਕਿ ਵੀ ਸਾਰਾ ਆਸੇ ਪਾਸੋਂ ਜਿਹੜਾ ਪ੍ਰੈਸ਼ਰ ਆਪਣਾ ਬਣਦਾ ਤੇ ਇਹ ਚੀਜ਼ ਨਾਲ ਉਹਨਾਂ ਨੂੰ ਡਿਸੀਜਨ ਚੇਂਜ ਕਰਨੇ ਪੈਣ। ਮੈਂ ਇਹ ਰਿਪੀਟ ਕਰਤੀ ਗੱਲ, ਪਰ ਜਿਹੜੀ ਚੀਜ਼ ਇਹ ਬਣਦੀ ਆ ਕਿ ਜੇ ਕਿਸੇ ਨਾਲ ਅਨਫੇਅਰ ਹੁੰਦਾ
ਤਾਂ ਉਹਦੇ ਲਈ ਰਲ ਮਿਲ ਕੇ ਸਾਰਾ ਪ੍ਰੈਸ਼ਰ ਜਿਹੜਾ ਉਹ ਕ੍ਰੀਏਟ ਕਰਨਾ ਬਣਦਾ। ਅੱਗੇ ਆਪਾਂ ਜਿਹੜੀ ਗੱਲਬਾਤ ਕਰਨੀ ਸੀ, ਵੈਸੇ ਜਿਹੜਾ ਟੌਪਿਕ ਆਪਾਂ ਪਾਇਆ ਸੀਗਾ ਕਿ ਜਿਹੜੇ ਇੱਥੇ ਰਹਿ ਰਹੇ ਹੌਲੀਡੇ ਵਿਜ਼ਟਰ ਜਾਂ ਟੂਰਿਸਟ ਵੀਜ਼ੇ ਤੇ ਜਿਹੜੇ ਆ, ਬਿਲਕੁਲ ਜੀ, ਉਹ ਜੇ ਆਪਣੇ ਕੰਟਰੀਜ਼ ਵਾਪਸ ਨਹੀਂ ਜਾ ਸਕਦੇ ਤਾਂ ਉਹਨਾਂ ਦੇ ਲਈ ਵਰਕ ਰਾਈਟ ਨਹੀਂ ਇੱਥੇ ਹੈਗੇ। ਕੁਝ ਕੰਮ ਇਦਾਂ ਦੇ ਹੈਗੇ ਆ ਜਿਹੜੇ ਉਹ ਸਟੇ ਹੋਮ ਦੇ ਵਿੱਚ ਰਹਿ ਕੇ ਜਾਂ ਕਿਸੇ ਇੱਕ ਬੰਦਿਸ਼ ਦੇ ਵਿੱਚ ਰਹਿ ਕੇ ਤੁਸੀਂ ਉਹ ਕੰਮ ਕਰ ਸਕਦੇ, ਪਰ ਤੁਹਾਡੇ ਕੋਲੇ ਵਰਕ ਰਾਈਟਸ ਜਿਹੜੇ ਆ ਉਹ ਨਾ ਹੋਣ ਕਰਕੇ ਤੁਸੀਂ ਨਹੀਂ ਕਰ ਸਕਦੇ। ਕੀ ਉਹ ਹੋ ਸਕਦੇ ਆ? ਜੇ ਹੋ ਸਕਦੇ ਤਾਂ ਕਿਵੇਂ? ਬਿਲਕੁਲ ਜੀ, ਬਹੁਤ ਹੀ ਘੱਟ ਲੋਕਾਂ ਨੂੰ ਜਾਣਕਾਰੀ ਹੈ ਜੀ। ਤੁਸੀਂ ਆਸਟ੍ਰੇਲੀਆ ਵਿੱਚ ਰਹਿ ਕੇ, ਸਿਰਫ ਆਸਟ੍ਰੇਲੀਆ ਦੇ ਵਿੱਚ ਤੁਸੀਂ ਰਹਿ ਕੇ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹੋ, ਜਿਹਦੇ ਤੇ ਨਾਲ ਤੁਸੀਂ ਕੇਸ ਆਫ ਨੂੰ ਰਿਕੁਐਸਟ ਕਰ ਸਕਦੇ ਹੋ ਕਿ ਉਹਦੇ ਉੱਤੇ ਜਿਹੜੀ 8101 ਨੋ ਵਰਕ ਵਾਲੀ ਕੰਡੀਸ਼ਨ ਆ ਉਹ ਨਾ ਲਾਈ ਜਾਵੇ। ਇਹਦਾ ਪ੍ਰੋਪਰ ਲੈਜਿਸਲੇਸ਼ਨ ਦੇ ਵਿੱਚ ਆਪਣਾ ਧਿਆਨ ਰੱਖਿਆ ਗਿਆ ਜੀ ਵੀ ਜੇ ਤੁਸੀਂ ਕੋਈ ਵਿਜ਼ਟਰ ਵੀ, ਜਿਹਨੂੰ ਪ੍ਰਾਈਮ ਮਿਨਿਸਟਰ ਨੇ ਆਪਣੇ ਧਿਆਨ 'ਚ ਨਹੀਂ ਰੱਖਿਆ ਖੈਰ, ਪਰ ਪਹਿਲਾਂ ਜਿਨ੍ਹਾਂ ਨੇ ਕਨਸਟੀਟਿਊਸ਼ਨ ਬਣਾਈ ਉਹ ਪ੍ਰੋਪਰਲੀ ਇਹਦੇ ਵਿੱਚ ਰੱਖਿਆ ਗਿਆ ਜੀ। ਬਿਲਕੁਲ ਪ੍ਰੋਵੀਜ਼ਨ ਦਿੱਤੀ ਗਈ ਹੈ ਵੀ ਜੇ ਕਿਸੇ ਵੀ ਰੀਜ਼ਨ ਕਰਕੇ ਤੁਸੀਂ ਆਸਟ੍ਰੇਲੀਆ ਆਉਂਦੇ ਹੋ ਤੇ ਤੁਹਾਡੇ ਸਰਕਮਸਟੈਂਸ ਚੇਂਜ ਹੋ ਜਾਂਦੇ ਨੇ। 4 ਫੈਕਟਰ ਨੇ ਜੀ, ਮੈਂ ਵਰਡ ਬਾਏ ਵਰਡ ਦੱਸ ਦਿੰਦਾ ਤੁਹਾਨੂੰ। ਜਿਵੇਂ ਕਿ ਜੇ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਫੇਸ ਕਰ ਰਹੇ ਹੋ ਕਿਉਂਕਿ ਤੁਹਾਡੇ ਸਰਕਮਸਟੈਂਸ ਚੇਂਜ ਹੋ ਗਏ ਆਸਟ੍ਰੇਲੀਆ ਆਉਣ ਤੋਂ ਬਾਅਦ, ਮੈਂ ਇਹ ਫੇਰ ਰਿਪੀਟ ਕਰ ਰਿਹਾ ਜੀ, ਭਾਵੇਂ ਵਿਜ਼ਟਰ ਵੀਜ਼ਾ ਕ੍ਰਾਈਟੇਰੀਆ ਹੈਗਾ ਜੀ ਤੁਹਾਡੇ ਕੋਲ ਨਾ ਫੰਡ ਹੋਣੇ ਚਾਹੀਦੇ ਨੇ, ਪਰ ਫਿਰ ਵੀ ਕਿਸੇ ਵੀ ਸਰਕਮਸਟੈਂਸ ਆਸਟ੍ਰੇਲੀਆ ਆਉਣ ਤੋਂ ਬਾਅਦ ਤੁਹਾਡੇ ਚੇਂਜ ਹੋ ਗਏ ਤੇ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਫੇਸ ਕਰ ਰਹੇ ਹੋ ਜੀ, ਇੱਕ ਫੈਕਟਰ ਹੈ ਜੀ। ਤੇ ਯੂ ਆਰ ਲਾਈਕਲੀ ਟੂ ਬਿਕਮ ਅ ਚਾਰਜ ਹੁੰਦਾ, ਬਲਕਿ ਤੁਹਾਨੂੰ ਲੱਗਦਾ ਵੀ ਤੁਸੀਂ ਆਸਟ੍ਰੇਲੀਅਨ ਗਵਰਨਮੈਂਟ ਦੇ ਉੱਤੇ ਭਾਰ ਬਣ ਸਕਦੇ ਹੋ। ਠੀਕ ਹੈ ਜੀ। ਤੇ ਜਿਹੜਾ ਕੁਝ ਵੀ ਹੋਇਆ ਇਹਦੇ ਵਿੱਚ ਇਹ ਤੁਹਾਡੇ ਕੰਟਰੋਲ ਤੋਂ ਬਾਹਰ ਸੀ ਚੀਜ਼। ਇਹ ਨਹੀਂ ਹੈਗਾ ਜੀ ਤੁਸੀਂ ਆਪ ਹੀ ਆਪਣਾ ਕੋਈ ਇਸ ਤਰ੍ਹਾਂ ਦਾ ਪੁੱਠਾ ਦਾ ਕੰਮ ਕੀਤਾ, ਕੋਈ ਚੌੜ ਕਰਦੇ ਜਾਂ ਕੋਈ ਕੰਮ ਕਰਦੇ ਡਿੱਗ ਕੇ ਸੱਟ ਲੱਗੀ, ਉਹ ਨਹੀਂ ਜੀ। ਕੋਈ ਇਸ ਤਰ੍ਹਾਂ ਦਾ ਹੋਇਆ ਕਿ ਜਿਹਦੇ ਉੱਤੇ ਤੁਹਾਡਾ ਕੋਈ ਕੰਟਰੋਲ ਨਹੀਂ ਸੀ ਜੀ। ਤੇ ਉਸ ਤੋਂ ਬਾਅਦ ਐਡ ਹੈਵ ਅ ਕੰਪੈਲਿੰਗ ਪਰਸਨਲ ਰੀਜ਼ਨ, ਵੀ ਤੁਹਾਡਾ ਕੋਈ ਆਪਣਾ ਕੋਈ ਪਰਸਨਲ ਰੀਜ਼ਨ ਹੈ ਜਿਹਦੇ ਕਰਕੇ ਤੁਹਾਨੂੰ ਕੰਮ ਕਰਨਾ ਪਊ। ਇਹ ਬੇਸਿਕਲੀ ਸਾਰੇ ਜਿਹੜੇ ਫੈਕਟਰ ਨੇ ਇੱਕੋ ਚੀਜ਼ ਨੂੰ ਆਪਣੇ ਐਡਰੈਸ ਕਰਦੇ ਨੇ ਵੀ ਕਰੋਨਾ ਵਾਇਰਸ ਕਰਕੇ, ਜਿਵੇਂ ਇੱਕ ਵੱਡਾ ਰੀਜ਼ਨ ਹੈ ਜੀ ਕਰੋਨਾ ਸਿਚੁਏਸ਼ਨਲ ਚੇਂਜ ਜਿਹੜੀਆਂ ਹੋ ਜਾਂਦੀਆਂ ਪਈਆਂ ਜੀ। ਤਾਂ ਇੱਕ ਜਿਹੜਾ ਕਰੋਨਾ ਵਾਇਰਸ ਆਪਣੇ ਆਪ ਦੇ ਵਿੱਚ ਉਹ ਚਾਰੇ ਫੈਕਟਰਾਂ ਨੂੰ ਐਡਰੈਸ ਕਰਦਾ ਜੀ। ਤਾਂ ਕਿਸੇ ਵੀ ਕਰਕੇ ਜਿਵੇਂ ਤੁਹਾਡੇ, ਕਿਉਂਕਿ ਜੇ ਹੁਣ ਤੁਸੀਂ ਆਪਣੇ ਭੈਣ ਭਾਈ ਕੋਲ ਆਏ ਹੋ ਜੀ ਤੇ ਉਹਨਾਂ ਨੇ ਤੁਹਾਨੂੰ ਸਪੋਰਟ ਕੀਤਾ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਫੇਰ ਵੀ ਕਰ ਸਕਦੇ ਹੋ ਕਿਉਂਕਿ ਕਰੋਨਾ ਵਾਇਰਸ ਕਰਕੇ ਉਹ ਵੀ ਇਫੈਕਟ ਹੋਏ ਨੇ ਜੀ, ਉਹਨਾਂ ਦੀ ਇਨਕਮ ਤੇ ਵੀ ਫਰਕ ਪਿਆ। ਤਾਂ ਜਿਹੜੇ ਵੀ 2 ਬੰਦੇ ਕੰਮ ਕਰਦੇ ਸੀ, 3 ਬੰਦੇ ਜਿਹੜੇ ਹੁਣ ਘਰੇ ਬੈਠੇ ਨੇ, ਤਾਂ ਉਹ ਆਪਣੀ ਫੈਮਿਲੀ ਨੂੰ ਸਪੋਰਟ ਕਰਨਗੇ ਤੇ ਤੁਹਾਨੂੰ ਨਹੀਂ ਕਰ ਸਕਦੇ, ਇਹ ਵੀ ਇੱਕ ਰੀਜ਼ਨ ਹੈ ਜੀ। ਤੇ ਕਰੋਨਾ ਵਾਇਰਸ ਬਿਯੋਂਡ ਤੁਹਾਡੇ ਰੀਜ਼ਨ ਸੀਗਾ ਤੇ ਤੁਹਾਨੂੰ ਆਪਣੇ ਆਪ ਨੂੰ ਉਰੇ ਜਿੰਨਾ ਟਾਈਮ ਇੰਡੀਆ ਦੇ ਜਾਂ ਹੋਰ ਕਿਸੇ ਵੀ ਕੰਟਰੀ ਦੇ ਬਾਰਡਰ ਨਹੀਂ ਖੁੱਲ੍ਹੇ ਤਾਂ ਤੁਸੀਂ ਉਹਨਾਂ ਚਿਰ ਆਪਣਾ ਉਰੇ ਰਹਿਣ ਦਾ ਗੁਜ਼ਰ ਬਸਰ ਕਰਨ ਲਈ ਤੁਸੀਂ ਨਵਾਂ ਵਿਜ਼ਟਰ ਵੀਜ਼ਾ ਵਿਦਆਊਟ ਵਰਕ ਰਾਈਟ ਵਿਦ ਵਰਕ ਰਾਈਟਸ ਤੁਸੀਂ ਪਾ ਸਕਦੇ ਹੋ। ਬਿਲਕੁਲ ਹਾਂਜੀ। ਬਾਕੀ ਜਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਵੀ ਇਹ ਵੀ ਅਪਡੇਟ ਕਰਦੇ ਰਹੀਏ ਕਿ ਗੁਰਦੁਆਰਾ ਸਾਹਿਬ ਦੇ ਵੈਸੇ ਜਿਹੜੇ ਲੰਗਰ ਹਾਲ ਬੰਦ ਹੋਏ ਆ, ਤਕਰੀਬਨ ਸਾਰੇ ਗੁਰਦੁਆਰਾ ਸਾਹਿਬ ਜਿਹੜੇ ਇਹ ਸਟੂਡੈਂਟਸ ਵਗੈਰਾ ਜਾਂ ਜਿਹੜੇ ਬੰਦੇ ਅਨੇਬਲ ਹੈਗੇ ਆ, ਚਾਹੇ ਉਹ ਡਿਸੇਬਲ ਹੈ, ਚਾਹੇ ਉਹ ਬਿਮਾਰੀ ਕਰਕੇ ਜਾਂ ਕੋਈ ਕੁਆਰੰਟਾਈਨ ਕਰਕੇ ਜਾਂ ਸੈਲਫ ਆਈਸੋਲੇਸ਼ਨ ਕਰਕੇ ਕਿਸੇ ਤਰੀਕੇ ਨਾਲ ਉਹ ਵੀ ਅਸਮਰਥ ਆ ਕਿ ਉਹ ਕਿਤੇ ਜਾ ਨਹੀਂ ਸਕਦੇ, ਤੇ ਬੜੇ ਰੈਸਟੋਰੈਂਟ ਹੈਲਪ ਕਰ ਰਹੇ ਆ। ਜਿਹੜੇ ਆਪਣੇ ਸਿੱਖ ਵਲੰਟੀਅਰ ਆਸਟ੍ਰੇਲੀਆ ਦੇ ਜਿਹੜੇ ਗੁਰਸਿੱਖ ਭਾਈ ਸੱਜਣ ਹੈਗੇ ਸਾਰੇ ਦੋਸਤ, ਉਹਨਾਂ ਦੇ ਨਾਲ ਸਪੋਰਟ ਕਰ ਰਹੇ ਆ। ਖਾਲਸਾ ਛਾਉਣੀ ਪਲੰਪਟਨ ਵਾਲੇ ਉਹ ਸਾਰੇ ਜਾ ਕੇ ਜਗ੍ਹਾ ਜਾ ਕੇ ਸਪੋਰਟ ਕਰ ਰਹੇ ਆ। ਉਹਨਾਂ ਨੂੰ ਲੋਕ ਇੰਨਾ ਕੁ ਪਿਆਰ ਦੇ ਰਹੇ, ਜਿਵੇਂ ਸਿੱਖ ਵਲੰਟੀਅਰ ਵਾਲੇ ਦੋਸਤਾਂ ਨੂੰ ਉਹ ਜਿਹੜੇ ਜਾਂਦੇ ਤੇ ਉਹ ਲੋਕ ਵੀ ਲਵ ਸਿੱਖ ਤੇ ਨਾਲ ਫੁੱਲ ਦੇ ਕੇ ਤੇ ਉਹ ਦੇ ਰਹੇ, ਜਿਵੇਂ ਔਲਖ ਸਾਹਿਬ ਕੁਲਦੀਪ ਔਲਖ ਬਾਈ ਹੋਣੀ ਉਹ ਪਾਉਂਦੇ ਰਹੇ ਪੋਸਟਾਂ ਤੇ ਬੜਾ ਚੀਜ਼ਾਂ ਨੂੰ ਉਹ ਰਿਸਪੌਂਸ ਮਿਲਦਾ। ਤੇ ਤੁਸੀਂ ਵੀ ਜੇ ਕਿਸੇ ਵੀ ਹਾਰਡਸ਼ਿਪ 'ਚ ਹੈਗੇ ਆ ਕਿਸੇ ਤਰੀਕੇ ਨਾਲ ਵੀ, ਬੜੇ ਲੋਕ ਬੜੇ ਬਿਜ਼ਨਸ ਇਦਾਂ ਦੇ ਹੈਗੇ ਆ ਜਿਹੜੇ ਕਿ ਉਹ ਤਿਆਰ ਆ ਕਿ ਸਾਨੂੰ ਦੱਸੋ ਵੀ ਜਿਹੜੇ ਇਸ ਹਾਰਡਸ਼ਿਪ 'ਚ ਨਿਕਲ ਰਹੇ ਆ ਤਾਂ ਅਸੀਂ ਉਹਨਾਂ ਦੀ ਹੈਲਪ ਕਰੀਏ। ਸੋ ਜੇ ਤੁਸੀਂ ਕਿਸੇ ਵੀ ਤਰੀਕੇ ਨਾਲ ਆਪਦੇ ਜਿਹੜੇ ਆਵਰਸ ਆ ਉਹ ਵਧਾਉਣਾ ਚਾਹੁੰਦੇ ਹੋ, ਜਾਂ ਤੁਹਾਨੂੰ ਲੱਗਦਾ ਬਨਿੰਗਸ 'ਚ ਜਿਹੜੇ ਤੁਸੀਂ ਫੁੱਲ ਟਾਈਮ ਕੰਮ ਕਰਨਾ, ਜਾਂ ਜਿੱਥੇ ਜ਼ਿਆਦਾ ਬਿਜ਼ੀ ਜਿਹੜੀਆਂ ਚੀਜ਼ਾਂ ਹੈਗੀਆਂ ਉੱਥੇ ਤੁਸੀਂ 20 ਘੰਟੇ ਹੀ ਕੰਮ ਆ ਤੇ ਤੁਹਾਨੂੰ ਅਲਾਓ ਕਰਨਾ ਮੋਰ, ਤੇ ਜਿਹੜੇ ਇਹਨਾਂ ਦੇ ਐਡਰੈਸ ਆ ਤੇ ਨਾਲ ਜਿਹੜੇ ਫੋਨ ਨੰਬਰ ਆ, ਈਮੇਲ ਆ, ਬਾਂਸਲ ਇਮੀਗ੍ਰੇਸ਼ਨ ਦੇ ਉਹ ਚੱਲ ਰਹੇ ਆ ਥੱਲੇ ਟਿਕਰਿੰਗ ਦੇ ਵਿੱਚ, ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਜਿਹੜੀ ਡਿਟੇਲ ਦੇ ਵਿੱਚ ਵੀ ਕਿੱਥੇ ਕੀ ਪ੍ਰੋਸੀਜਰ ਹੈ, ਕਿਵੇਂ ਕਰਨਾ, ਉਹ ਸਾਰਾ ਤੁਹਾਨੂੰ ਇਹ ਐਕਸਪਲੇਨ ਕਰ ਦੇਣਗੇ। ਇਹਦੇ 'ਚ ਚੀਜ਼ ਇਹੀ ਆ ਕਿ ਵੀ ਹੁਣ ਆਪਾਂ ਸਾਰਾ ਕੁਝ ਹਰੇਕ ਜਿਹੜਾ ਕਮੈਂਟ ਦਾ ਜਵਾਬ ਆ ਤਰੀਕੇ ਨਾਲ ਆਪਾਂ ਦੇ ਨਹੀਂ ਸਕਦੇ, ਪਰ ਹਾਂ ਇਹ ਪੋਸੀਬਲ ਹੈਗਾ ਜਿਵੇਂ ਤੁਸੀਂ ਦੱਸਿਆ ਕਿ ਵੀ ਜੇ ਸਟੂਡੈਂਟ ਵੀ ਚਾਹਣ ਤੇ ਜਾਂ ਉਹਨਾਂ ਨੂੰ ਆਲਰੇਡੀ ਅਲਾਉ ਕੀਤਾ ਗਿਆ ਵੀ 20 ਘੰਟੇ ਤੋਂ ਪ੍ਰੋਪਰ ਰਸਤਾ ਦੇਖੋ ਜੀ ਇਹਨਾਂ ਨੇ ਦੱਸਿਆ। ਤੇ ਜਿਵੇਂ ਪਲੀਜ਼ ਟੈਨਾ ਸਾਹਿਬ ਦੀ ਪਹਿਲਾਂ ਵਾਲੀ ਗੱਲ ਨਾ ਮੰਨੋ ਵੀ ਤੁਸੀਂ ਵਰਕ ਰਾਈਟ ਨਹੀਂ ਚੈੱਕ ਹੋ ਰਹੇ ਸੀ, ਫੁੱਲ ਟਾਈਮ ਕੰਮ ਕਰੋ, ਉਹ ਕਿਸੇ ਵੀ ਚੈੱਕ ਹੋ ਸਕਦੇ ਨੇ। ਤਾਂ ਪਲੀਜ਼ ਤਰੀਕੇ ਨਾਲ ਲੀਗਲ ਰੂਟ ਅਪਣਾਓ ਜੀ ਤੇ ਉਹਨੂੰ ਜੋ ਕੀ ਲਿਆ ਜਾਵੇ, ਕਿਉਂਕਿ ਇਹਦੇ ਪ੍ਰੋਪਰ ਫਾਰਮ ਹੈ ਜੀ। ਤੁਸੀਂ ਆਨਲਾਈਨ ਜਾਓ, ਤੁਸੀਂ ਆਪਣਾ ਆਨਲਾਈਨ ਉੱਥੇ ਜਾ ਕੇ ਰਿਕੁਐਸਟ ਪਾਓ ਤੇ ਤੁਹਾਨੂੰ ਫੁੱਲ ਟਾਈਮ ਅਲਾਉ ਕੀਤਾ ਜਾਊਗਾ, ਤੁਸੀਂ ਕੰਮ ਕਰ ਸਕਦੇ ਹੋ। ਤੇ ਦੂਜੀ ਗੱਲ ਜੀ, ਜਿਵੇਂ ਕਿ ਟੈਨਾ ਸਾਹਿਬ ਨੇ ਕਿਹਾ ਹਰ ਇੱਕ ਬਿਜ਼ਨਸ ਸਾਡਾ, ਅਸੀਂ ਵੀ ਬਹੁਤ ਸਪੋਰਟ ਕਰ ਰਹੇ ਹਾਂ ਜੀ। ਜੇ ਤੁਸੀਂ ਕਰੋਨਾ ਵਾਇਰਸ ਨਾਲ ਅਫੈਕਟਡ ਹੋ,
ਕੋਈ ਵੀਜ਼ਾ ਵਧਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਰਹੀ ਹੈ, ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਆ ਰਹੀ ਹੈ, ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ, ਤੇ ਅਸੀਂ ਜਿੰਨੀ ਵੀ ਬਣਦੀ ਲੋੜੀਂਦੀ ਮਦਦ ਹੋਊਗੀ ਕੀਤੀ ਜਾਊਗੀ ਜੀ। ਅਸੀਂ ਪਿਛਲੇ 2 ਹਫ਼ਤਿਆਂ ਤੋਂ ਮਤਲਬ ਕਿ ਵੀ ਕਰੋਨਾ ਵਾਇਰਸ ਕਰਕੇ ਅਫੈਕਟਡ ਜਿਹੜੇ ਵੀ ਪੇਰੈਂਟਸ ਸੀਗੇ ਜੀ, ਹਾਂਜੀ। ਪੇਰੈਂਟਸ ਕੀ ਭੈਣ ਭਾਈ ਜਿਹੜੇ ਵੀ ਸਾਡੀ ਫੀਸ ਅਫੋਰਡ ਨਹੀਂ ਕਰ ਸਕਦੇ ਸੀ, ਅਸੀਂ ਉਹਨਾਂ ਦੇ ਵੀਜ਼ੇ ਫ੍ਰੀ ਲਾ ਰਹੇ ਹਾਂ ਜੀ, ਸਿਰਫ ਉਹ ਡਿਪਾਰਟਮੈਂਟ ਦੀ ਫੀਸ ਪੇ ਕਰਕੇ, ਤੇ ਉਹਨੂੰ ਬੜਾ ਹੁੰਗਾਰਾ ਮਿਲਿਆ ਜੀ। ਅਸੀਂ ਬੜੇ ਹੀ ਮਤਲਬ ਕਿ ਨੰਬਰ ਦੇਣੇ ਵੀ ਮੁਸ਼ਕਲ ਨਹੀਂ ਜਿੰਨੇ ਅਸੀਂ ਵੀਜ਼ੇ ਅਪਲਾਈ ਕਰ ਚੁੱਕੇ ਜੀ, ਤੇ ਅਸੀਂ ਹਜੇ ਵੀ ਇਹਨੂੰ ਕੰਟੀਨਿਊ ਕਰ ਰਹੇ ਹਾਂ ਜੀ। ਹਾਂਜੀ। ਤਾਂ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਤੁਹਾਡਾ ਕੋਈ ਭੈਣ ਭਾਈ ਹੈਗਾ ਜਿਹਨੂੰ ਆਪਣਾ ਮਾਪਿਓ ਹੈਗੇ ਨੇ ਜੀ, ਹਾਂਜੀ। ਸੌਰੀ, ਤਾਂ ਜਿਨ੍ਹਾਂ ਨੂੰ ਆਪਣਾ ਕਰੋਨਾ ਵਾਇਰਸ ਕਰਕੇ ਵੀਜ਼ਾ ਵਧਾਉਣ ਦੀ ਲੋੜ ਪੈ ਰਹੀ ਹੈ ਜੀ, ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ। ਹਾਂਜੀ, ਇਹਦੇ ਲਈ ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਪਿਛਲੀ ਵਾਰੀ ਜਿਹੜਾ ਤੁਸੀਂ ਅਨਾਉਂਸ ਕੀਤਾ ਸੀਗਾ ਤੇ ਉਹਨੂੰ ਵਾਅਦੇ ਨੂੰ ਪੂਰਾ ਕਰਦੇ ਹੋਏ ਤੁਸੀਂ 100 ਤੋਂ ਪਲੱਸ ਜਿਹੜੇ ਲੋਕਾਂ ਨੇ ਕੀਤੀ ਆ, ਪਰ ਕਿਤੇ ਨਾ ਕਿਤੇ ਥੋੜਾ ਜਿਹਾ ਇਹ ਵੀ ਆਪਾਂ ਨੂੰ ਜ਼ਰੂਰ ਵੇਖ ਲੈਣਾ ਚਾਹੀਦਾ ਕਿ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਇਸ ਸੇਵਾਵਾਂ ਦਾ ਲਾਭ ਨਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਕਿ ਜੇ ਤੁਹਾਡੇ ਕੋਲੇ ਕੁਝ ਫੀਸ ਦੇਣ ਦੇ ਪੈਸੇ ਤੁਸੀਂ ਯੋਗ ਹੈਗੇ ਆ ਤੇ ਇਹ ਨਾ ਵੇਖਿਆ ਜਾਵੇ ਕਿ ਇੱਧਰ ਆਪਸ਼ਨ ਨਾ ਦੇ ਕੇ ਵੀ ਹੈਗੀ ਆ, ਤੇ ਕਈ ਵਾਰੀ ਤੁਹਾਨੂੰ ਆਪਦੇ ਅਕਾਊਂਟ ਭੇਜਣੇ ਪੈ ਜਾਂਦੇ ਜਿਨ੍ਹਾਂ ਦੇ ਵਿੱਚ ਪੈਸੇ ਸ਼ੋ ਹੋ ਜਾਂਦੇ ਆ ਕਿ ਨਹੀਂ। ਬਿਲਕੁਲ ਹੋ ਜਾਂਦੇ ਨੇ, ਬਿਲਕੁਲ ਹੋ ਜਾਂਦੇ ਨੇ। ਚਲੋ ਆਪਾਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦੇ ਜੀ। ਫਾਈਨੈਂਸ਼ੀਅਲ ਹਾਰਡਸ਼ਿਪ ਨੂੰ ਫਾਈਨੈਂਸ਼ੀਅਲ ਹਾਰਡਸ਼ਿਪ ਹੀ ਸਮਝਿਆ ਜਾਵੇ ਜੀ, ਹਾਂਜੀ, ਹਾਂਜੀ। ਪਲੀਜ਼, ਕਿਉਂਕਿ ਅਸੀਂ ਵੀ ਜੇ ਤੁਸੀਂ ਸਾਨੂੰ ਸਪੋਰਟ ਨਹੀਂ ਕਰੋਗੇ ਤਾਂ ਅਸੀਂ ਵੀ ਲੰਬਾ ਟਾਈਮ ਤੁਹਾਨੂੰ ਸਪੋਰਟ ਸ਼ਾਇਦ ਨਾ ਕਰ ਪਾਈਏ ਜੀ। ਹਾਂਜੀ। ਜਿਹੜੀ ਸਾਡੀ ਸਰਵਿਸ ਆ ਵੀ ਜਿਹੜੇ ਬੰਦੇ ਜਿਨ੍ਹਾਂ ਨੂੰ ਸੱਚੀ ਜ਼ਰੂਰਤ ਆ, ਜਿਹੜੇ ਸਟੂਡੈਂਟ ਨੇ ਵਿਚਾਰੇ ਜਿਹੜੇ ਕੰਮ ਨਹੀਂ ਕਰ ਸਕਦੇ, ਉਹਨਾਂ ਲਈ ਆ ਜੀ। ਜੇ ਤੁਸੀਂ PR ਜਾਂ ਸਿਟੀਜ਼ਨ ਹੋ ਤਾਂ ਸੌਰੀ ਆ ਜੀ, ਅਸੀਂ ਹੁਣ ਉਹਨਾਂ ਦੇ ਵੀਜ਼ੇ ਤਾਂ ਸ਼ਾਇਦ ਫ੍ਰੀ ਨਹੀਂ ਪਾਵਾਂਗੇ ਜੀ, ਪਰ ਜੇ ਤੁਸੀਂ ਸਟੂਡੈਂਟ ਹੋ, ਤੁਹਾਡੀ ਜੌਬ ਜਾ ਚੁੱਕੀ ਆ, ਤੁਸੀਂ ਨਹੀਂ ਅਫੋਰਡ ਕਰ ਸਕਦੇ ਤੇ ਤੁਹਾਡੇ ਪੇਰੈਂਟਸ ਉਰੇ ਆਏ ਨੇ ਜੀ, ਤਾਂ ਅਸੀਂ ਉਹਨਾਂ ਦਾ ਵੀਜ਼ਾ ਹਜੇ ਵੀ ਫ੍ਰੀ ਐਕਸਟੈਂਡ ਕਰਾਂਗੇ। ਉਹੀ ਹੈ ਨਾ ਕਿ ਤੁਹਾਡੇ ਕੋਲ ਕੋਈ ਇਦਾਂ ਦੀ ਟੀਮ ਤਾਂ ਹੈ ਨਹੀਂ ਜਿਹੜੀ ਉਹ ਇਨਕੁਆਇਰੀ ਕਰੇ ਪਹਿਲਾਂ ਕਿ ਵੀ ਇਹ ਮੈਨੂੰ ਵਾਕਈ ਲੋੜ ਹੈ ਕਿ ਨਹੀਂ ਲੋੜ ਹੈ। ਇਮਾਨਦਾਰੀ ਜਿਹੜੀ ਆ, ਹਾਂਜੀ, ਜਿੰਨਾ ਟਾਈਮ ਦੀ ਸਾਨੂੰ ਸਪੋਰਟ ਕਰਨਗੇ ਉਹਨਾਂ ਟਾਈਮ ਹੀ ਅਸੀਂ ਸਪੋਰਟ ਕਰ ਸਕਦੇ ਹਾਂ ਜੀ। ਹਾਂਜੀ, ਹਾਂਜੀ। ਜਿਵੇਂ ਕਿ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਜੀ ਵੀ ਨੀਡ ਯੂਰ ਸਪੋਰਟ ਤਾਂ ਕਿ ਵੀ ਕੈਨ ਸਪੋਰਟ ਯੂ ਬੈਕ। ਬਿਲਕੁਲ ਜੀ। ਆਪਾਂ ਕਮੈਂਟਸ ਵੀ ਜਿਹੜੇ ਨਾਲ ਲੈਂਦੇ ਜਾਈਏ। ਆਸ਼ੀਸ਼ ਕੰਬੋਜ ਜੀ ਕਹਿ ਰਹੇ ਵਾਟ ਅਬਾਊਟ 489 ਹੋਲਡਰਸ। 489 ਹੋਲਡਰ ਜਿਵੇਂ ਆਸ਼ੀਸ਼ ਜੀ, ਅਨਫੋਰਚੂਨੇਟਲੀ ਇਹ ਵੀ ਜੀ ਟੈਂਪਰੇਰੀ ਵੀਜ਼ਾ ਕੈਟਾਗਰੀ ਦੇ ਵਿੱਚ ਹੀ ਆਉਂਦੇ ਨੇ ਜੀ, ਤੇ ਇੰਡੀਆ ਜਿਵੇਂ ਹੁਣ ਟਰੈਵਲ ਬੈਨ ਲੱਗਿਆ ਸੀ ਆਸਟ੍ਰੇਲੀਆ ਆਉਣ ਲਈ, ਤਾਂ ਹਰੇ ਤੱਕ ਤਾਂ ਮੈਂ ਇਹੀ ਕਹੂੰਗਾ ਟੈਂਪਰੇਰੀ ਵੀਜ਼ੇ ਵਾਲੇ, ਚਾਹੇ ਉਹ 489 ਨੇ ਜੀ, ਚਾਹੇ 482 ਆ, ਚਾਹੇ 485 ਆ, ਇਹਨਾਂ ਨਾਲ ਤਾਂ ਹਜੇ ਤੱਕ ਮਤਰੇਈ ਮਾਰ ਵਿਹਾਰੀ ਹੋ ਰਿਹਾ ਜੀ। ਹਾਂਜੀ। ਉਹਨਾਂ ਨੂੰ ਉਰੇ ਆਉਣ ਨਹੀਂ ਦਿੱਤਾ ਜਾ ਰਿਹਾ। ਹਾਂਜੀ। ਤਾਂ ਮੈਨੂੰ ਲੱਗਦਾ ਜੀ ਆਸ਼ੀਸ਼ ਜੀ ਤੁਹਾਡੇ ਲਈ ਵੀ ਹੁਣ ਤਾਂ ਐਲਨ ਟੈਗ ਜੀ ਹੀ ਕੋਈ ਅਨਾਉਂਸਮੈਂਟ ਕਰਨਗੇ ਜੀ, ਉਹਨਾਂ ਤੋਂ ਹੀ ਉਮੀਦ ਕੀਤੀ ਜਾ ਸਕਦੀ ਹੈ। ਪ੍ਰਾਈਮ ਮਿਨਿਸਟਰ ਨੇ ਇਹਦਾ ਪੱਲਾ ਝਾੜ ਲਿਆ ਜੀ। ਹਾਂਜੀ, ਥੈਂਕ ਯੂ ਜੀ। ਤੇ ਅਸਦ ਨਯਮ ਜੀ ਕਹਿ ਰਹੇ ਆ ਜੀ ਡੂ ਯੂ ਥਿੰਕ ਨਾਓ ਅ ਡੇਜ਼ ਨਰਸਿਸ ਆਰ ਗੈਟਿੰਗ ਮੋਰ 190 ਗ੍ਰਾਂਟਸ। ਹਜੇ ਦੇਖੋ ਜੀ ਇਹਨਾਂ ਚੀਜ਼ਾਂ ਦਾ ਫਰਕ ਨੂੰ ਟਾਈਮ ਲੱਗ ਜਾਂਦਾ, ਫਰਕ ਪੈਣ ਨੂੰ ਟਾਈਮ ਲੱਗ ਜਾਂਦਾ ਜੀ। ਓਵਰਨਾਈਟਲੀ ਜੱਜ ਕਰਨਾ ਬੜਾ ਮੁਸ਼ਕਿਲ ਹੈ ਜੀ। ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਜੀ, ਦੇਖੋ ਸਾਡੇ ਬੜੇ ਕਲਾਇੰਟ ਨੇ ਜੀ ਜਿਹੜੇ ਕੰਮ ਕਰ ਰਹੇ ਨੇ, ਕਿ ਕਈਆਂ ਨੂੰ ਮਿਲ ਰਹੀ ਹੈ ਜੀ, ਕਈਆਂ ਨੂੰ ਫੁੱਲ ਟਾਈਮ ਵਰਕ ਹਜੇ ਵੀ ਨਹੀਂ ਮਿਲ ਰਿਹਾ ਜੀ। ਹਾਂਜੀ। ਕਈਆਂ ਦਾ ਕਿਉਂਕਿ ਇੰਨੇ ਕਿ ਜ਼ਿਆਦਾ ਕਹਿੰਦੇ ਵੀ ਸਾਡੇ ਕੋਲ ਬੰਦੇ ਆ ਗਏ, ਉਹ ਫੁੱਲ ਟਾਈਮ ਉਹਨਾਂ ਦੇ ਆਵਰ ਵੀ ਘਟ ਗਏ ਜੀ। ਤਾਂ ਇਹਦਾ ਪ੍ਰੈਕਟੀਕਲ ਕੀ ਨਿਕਲਦਾ ਜੀ, ਮੈਨੂੰ ਲੱਗਦਾ ਜੀ ਆਉਣ ਵਾਲੇ ਟਾਈਮ 'ਚ ਮਹੀਨੇ ਜਾਂ 2 ਮਹੀਨੇ ਵਿੱਚ ਜ਼ਿਆਦਾ ਪਤਾ ਲੱਗੂਗਾ ਜੀ। ਹਜੇ ਇਸ ਟਾਈਮ ਤੇ ਸਪੈਕੂਲੇਸ਼ਨ ਕਰਨੀ ਵੀ ਨਰਸਾਂ ਨੂੰ PR ਜਲਦੀ ਦੇ ਰਹੇ ਨੇ ਥੋੜੀ ਜਿਹੀ ਔਖੀ ਹੈ। ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਬਲਜੀਤ ਬਾਬਾ ਜੀ ਕਹਿ ਰਹੇ ਗੁੱਡ ਜੌਬ ਸਰ, ਥੈਂਕ ਯੂ ਜੀ। ਦੀਪਕ ਸ਼ਰਮਾ ਕਹਿ ਰਹੇ ਜੀ ਭਾਜੀ MRT ਜਿਨ੍ਹਾਂ ਦੀਆਂ ਪੈਂਡਿੰਗ ਜਾਂ 489 ਆਫਸ਼ੋਰ ਤੋਂ ਪਾਏ ਆ। MRT ਜਿਨ੍ਹਾਂ ਦੀਆਂ ਪੈਂਡਿੰਗਸ ਆ ਜੀ, MRT ਜਿਨ੍ਹਾਂ ਦੇ ਪੈਂਡਿੰਗ ਨੇ ਜੀ, ਉਹ ਖੁੱਲ ਰਹੀਆਂ ਨੇ, ਬਿਲਕੁਲ ਖੁੱਲ ਰਹੀਆਂ ਨੇ ਜੀ। ਆਪਣਾ ਇਹਨੂੰ ਇਹ ਨਾ ਸੋਚਿਆ ਜਾਵੇ ਵੀ ਬੰਦ ਹੈ, ਸਿਰਫ ਉਹਨਾਂ ਨੇ ਇਨ ਪਰਸਨ ਇੰਟਰਵਿਊ ਬੰਦ ਕਰ ਦਿੱਤੀ ਹੈ ਜੀ। ਫੋਨ ਦੇ ਉੱਤੇ MRTਆਂ ਹੋ ਰਹੀਆਂ ਨੇ ਜੀ, ਈਵਨ ਕਿ ਅਸੀਂ ਅੱਜ ਹੀ ਅਟੈਂਡ ਕਰਕੇ ਆਏ ਹਾਂ, ਤਾਂ ਫੋਨ ਦੇ ਉੱਤੇ ਹੋ ਰਹੀ ਹੈ। ਪਲੀਜ਼ ਆਪਣੇ ਈਮੇਲ ਤੇ ਫੋਨ ਜ਼ਰੂਰ ਚੈੱਕ ਕਰਦੇ ਰਹੋ ਜੀ, ਕਿਤੇ ਭੁਲੇਖੇ ਤੇ ਰਹਿ ਰਹੀ ਹੋ ਤੇ ਤੁਸੀਂ ਕਿਤੇ ਇਲੀਗਲ ਹੋ ਜਾਓ। 489 ਆਫਸ਼ੋਰ ਤੋਂ ਪਿਆ, ਇਹਦਾ ਕੀ ਮੀਨਿੰਗ ਹੈ ਜੀ? 489 ਆਫਸ਼ੋਰ ਤੋਂ ਪਿਆ ਜੀ, ਤਾਂ ਫਿਰ ਤਾਂ ਜਦੋਂ ਗ੍ਰਾਂਟ ਹੋ ਉਹਦਾ ਔਨਸ਼ੋਰ ਗ੍ਰਾਂਟ ਹੋ ਸਕਦਾ, ਕੋਈ ਏਡੀ ਟੈਨਸ਼ਨ ਨਹੀਂ। ਤਾਂ ਵੇਟਿੰਗ ਹੀ ਹੈ ਜੀ, ਵੇਟਿੰਗ ਹੀ ਹੈ ਜੀ। ਜਸਵੀਰ ਧੁੰਨਾ ਜੀ ਕਹਿ ਰਹੇ ਹੈਲੋ ਸਰ, ਆਸਟ੍ਰੇਲੀਆ ਰਿਫਿਊਜ਼ਲ ਕੇਸ ਐਪਲ ਆਸਟ੍ਰੇਲੀਆ ਅਪਲਾਈ ਹੋਣਾ ਸ਼ਾਇਦ। ਆਸਟ੍ਰੇਲੀਆ ਗੁੱਡ ਪ੍ਰੋਫਾਈਲ, ਉਹਨਾਂ ਨੇ ਆਪਣੀ ਈਮੇਲ ਤੇ ਜਿਹੜਾ ਫੋਨ ਨੰਬਰ ਦਿੱਤਾ, ਤੁਹਾਨੂੰ ਇਹ ਤੇ ਕੋਸ਼ਿਸ਼ ਕਰਾਂਗੇ ਵੀ ਤੁਹਾਡਾ ਜਿਹੜਾ ਕੰਸਰਨ ਹੈਗਾ ਤੁਹਾਨੂੰ ਈਮੇਲ ਤੇ ਰਿਪਲਾਈ ਕਰ ਦਿੱਤਾ ਜਾਊਗਾ। ਸਾਡੇ ਨਾਲ ਅਜੇ ਬਾਂਸਲ ਦੇ ਨਾਲ ਅਰੁਣ ਬਾਈ ਜੀ ਵੀ ਨਾਲ ਜਿਹੜੇ ਜ਼ਿੰਮੇਵਾਰੀ ਪੂਰੀ ਸੰਭਾਲ ਰਹੇ ਆ ਸਾਰੇ, ਉਹ ਟੈਕਨੀਕਲੀ ਤੇ ਉਹ ਚੀਜ਼ਾਂ ਦਾ ਤੁਹਾਡਾ ਖਿਆਲ ਰੱਖਿਆ ਜਾਊਗਾ ਜੀ। ਸੁਖਦੀਪ ਨਾਰਾਇਣ ਕਰੇ ਟੈਕਸੀ ਡਰਾਈਵਰ ਬਾਰੇ ਵੀ ਦੱਸੋ ਕੁਝ, ਕੀ ਤਾਂ ਟੈਕਸੀ ਡਰਾਈਵਰ ਨੂੰ ਕੁਝ ਮਿਲੇਗਾ ਜਾਂ ਨਹੀਂ, ਇਹਦੇ ਬਾਰੇ ਤਾਂ ਨਹੀਂ ਹੈ। ਦੇਖੋ ਜੀ ਜਿਹੜੀ ਵੀ ਅਨਾਉਂਸਮੈਂਟ ਆਈ ਆ ਉਹ ਆਈ ਥਿੰਕ ਆਕੂਪੇਸ਼ਨ ਬੇਸਡ ਤਾਂ ਆਈ ਨਹੀਂ ਜੀ, ਵੀ ਕਿਹੜੀ ਆਕੂਪੇਸ਼ਨ ਨੂੰ ਮਿਲੂਗਾ ਕਿਹੜੀ ਨਹੀਂ। ਉਹਨਾਂ ਨੇ ਸਿਰਫ ਵੀਜ਼ਾ ਹੋਲਡਰ ਦੇ ਹੀ ਡਿਫਰੈਂਸ਼ੀਏਟ ਕੀਤਾ ਜੀ, ਵੀ PR ਬੰਦੇ ਇੱਕ ਪਾਸੇ ਨੇ ਜੀ ਤੇ TR ਜਾਂ ਸਟੂਡੈਂਟ ਬੰਦੇ ਵਿਚਾਰੇ ਇੱਕ ਪਾਸੇ ਨੇ ਜੀ। ਬਿਲਕੁਲ ਜੀ। ਅਰਸ਼ਦੀਪ ਕਰੇ ਆਈ ਮੂਵਡ ਇਨ ਜਨਵਰੀ ਐਂਡ ਅਪਲਾਈਡ EOI ਇਨ ਫੈਬਰੂਰੀ, ਵਾਟ ਇਜ਼ ਪ੍ਰੋਸੈਸਿੰਗ ਟਾਈਮ ਐਂਡ ਡੂ ਆਈ ਨੀਡ ਟੂ ਵਰਕ ਕੰਪਲਸਰੀ? ਥੋੜਾ ਜਿਹਾ ਵੇਗ ਹੈ ਜੀ, ਮੈਨੂੰ ਥੋੜੀ ਹੋਰ ਸੌਰੀ ਅਰਸ਼ਦੀਪ ਜੀ,
ਇਹਦੇ ਬਾਰੇ ਮੈਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਕਿ ਮੈਂ ਐਡਵਾਈਸ ਕਰ ਸਕਾਂ, ਤੁਸੀਂ ਸਾਨੂੰ ਦਫ਼ਤਰ 'ਚ ਕੰਟੈਕਟ ਕਰ ਸਕਦੇ ਹੋ, ਸਾਨੂੰ ਪੂਰੀ ਇਨਫੋਰਮੇਸ਼ਨ ਦੇ ਦਿਓ ਤੇ ਅਸੀਂ ਤੁਹਾਨੂੰ ਐਡਵਾਈਸ ਦੇਵਾਂਗੇ ਜੀ। ਤੁਸੀਂ ਈਮੇਲ ਵੀ ਕਰ ਸਕਦੇ ਹੋ, ਫੋਨ ਨੰਬਰ ਜਿਹੜੇ ਥੱਲੇ ਚੱਲ ਰਹੇ ਟਿਕਰਿੰਗ ਦੇ ਵਿੱਚ ਉਹਦੇ ਨਾਲ ਵੀ ਤੁਸੀਂ ਸੰਪਰਕ ਕਰਕੇ ਤੁਸੀਂ ਟੀਮ ਨਾਲ ਜਾਂ ਅਜੇ ਬਾਈ ਨਾਲ ਗੱਲ ਕਰਕੇ ਤੇ ਅਸੀਂ ਫਸਟ ਕੰਸਲਟੇਸ਼ਨ ਦੇ ਬਿਲਕੁਲ ਪੈਸੇ ਚਾਰਜ ਨਹੀਂ ਕਰ ਸਕਦੇ, ਤਾਂ ਤੁਸੀਂ ਬੇਫਿਕਰ ਹੋ ਕੇ ਸਾਨੂੰ ਕਾਲ ਕਰ ਸਕਦੇ ਹੋ, ਤੁਹਾਨੂੰ ਕਾਸਟ ਨਹੀਂ ਪਊਗੀ। ਥੈਂਕ ਯੂ ਜੀ, ਥੈਂਕ ਯੂ। ਅਗਲਾ ਅਰਸ਼ਦੀਪ ਕਰੇ ਟਾਕਿੰਗ ਅਬਾਊਟ ਨਿਊ ਸਾਊਥ ਵੇਲ 190 ਐਜ਼ ਸ਼ਿਫ, ਉਹਨਾਂ ਨੇ ਪਹਿਲੇ ਦੇ ਨਾਲ ਐਡੀਸ਼ਨ ਕੀਤਾ ਜੀ, ਤੁਸੀਂ ਸ਼ਾਇਦ ਇਹਦਾ ਜਵਾਬ ਦੇ ਦਿੱਤਾ ਸੀ। ਦੇ ਚੁੱਕੇ ਹਾਂ। ਸੁਖ ਸ਼ੇਰਗਲ ਜੀ ਕਹਿ ਰਹੇ ਬਾਂਸਲਵੀਰ ਇਟਸ ਗੁੱਡ ਡਿਸੀਜਨ ਟੂ ਸਟੈਂਡ ਵਿਦ ਸਟੂਡੈਂਟਸ। ਸੋ ਧੰਨਵਾਦ ਜੀ, ਵੀ ਚੰਗੀ ਗੱਲ ਹੈ ਜੀ, ਜਿਹੜੀ ਫੇਅਰ ਸਟੇਟਮੈਂਟ ਆ ਫੇਅਰ ਆ ਸਟੂਡੈਂਟਾਂ ਦੇ ਕਾਰਨ ਹੀ ਇਕਨੋਮੀ ਚੱਲ ਰਹੀ ਹੈ ਜੀ। ਦੇਖੋ ਤੁਸੀਂ ਹੋ ਚਾਹੇ ਮੈਂ ਆ ਜੀ, ਅਸੀਂ ਸਭ ਸਟੂਡੈਂਟਾਂ ਦੇ ਨਾਲ ਹੀ ਚੱਲ ਰਹੇ ਹਾਂ, ਚਾਹੇ ਅਸੀਂ ਉਰੇ ਦੇ ਸਿਟੀਜ਼ਨ ਆ ਜੀ, ਪਰ ਕਿਤੇ ਨਾ ਕਿਤੇ ਸਟੂਡੈਂਟ ਵੀ ਉਨਾ ਹੀ ਧੱਕਾ ਲਾ ਰਹੇ ਨੇ ਜਿੰਨਾ ਅਸੀਂ ਆਸਟ੍ਰੇਲੀਅਨ ਇਕਨੋਮੀ ਨੂੰ ਧੱਕਾ ਲਾ ਰਹੇ ਹਾਂ। ਬਿਲਕੁਲ ਜੀ, ਅਜੇ ਅਸੀਂ ਇੱਥੋਂ ਦੇ ਨਹੀਂ ਹੋਏ ਜੀ, ਵੀ ਸਾਨੂੰ ਆਪਦੇ ਆਪ ਚ ਸਟੂਡੈਂਟ ਜੀ ਲੱਗਦੇ ਆ ਸਾਨੂੰ ਵੀ ਉਹੀ ਧੱਕਾ ਲੱਗਦਾ ਜਿਹੜਾ ਕਿ ਆਮ ਨਾਰਮਲ ਜਿਹੜਾ ਉਹ ਵਰਤਾਰਾ ਚੱਲ ਰਿਹਾ ਜੀ। ਗਗਨ ਵੜੈਚ ਕਹਿ ਰਹੇ ਭਾਜੀ 491 ਫੈਮਿਲੀ ਸਪਾਂਸਰਡ ਅਕਾਊਂਟਿੰਗ ਵਿਦ 105 ਪੁਆਇੰਟਸ ਐਨੀ ਚਾਂਸ। ਬਿਲਕੁਲ ਚਾਂਸ ਨੇ ਜੀ, ਜਸਟ ਹੈਂਗ ਇਨ देयर ਜੀ, ਸੂਨ ਤੁਹਾਨੂੰ ਇਨਵੀਟੇਸ਼ਨ ਆਣਾ ਚਾਹੀਦਾ ਜੀ। ਰੋਬੀ ਚੌਧਰੀ ਜੀ ਕਹਿ ਰਹੇ, ਰੋਬੀ ਚੌਧਰੀ ਜੇ ਮੈਂ ਵੇਖਾਂ ਤਾਂ ਸਾਡੇ ਮਿੱਤਰ ਨੇ ਬਹੁਤ ਪਿਆਰੇ, ਸ਼ਾਇਦ ਅਸੀਂ ਇਕੱਠੇ ਪੜ੍ਹਦੇ ਨੇ ਕਾਲਜ ਦੇ ਵਿੱਚ, ਉਹਨਾਂ ਨੇ ਵੀ ਆਪਣੀ ਇੱਕ ਰਾਏ ਦਿੱਤੀ ਹੈ, ਧੰਨਵਾਦ ਜੀ ਸ਼ਾਮਲ ਹੋਣ ਲਈ। ਆਈ ਥਿੰਕ PM ਵਾਂਟਸ ਟੂ ਹੈਲਪ ਦਾ ਇੰਟਰਨੈਸ਼ਨਲ ਸਟੂਡੈਂਟਸ ਬਟ ਹੀ ਇਜ਼ ਨਾਟ ਇਨ ਦਾ ਪੋਜੀਸ਼ਨ ਟੂ ਡੂ ਸੋ। ਆਸਟ੍ਰੇਲੀਆ ਇਜ਼ ਇਨ ਅ ਬਿਗ ਫਾਈਨੈਂਸ਼ੀਅਲ ਕ੍ਰਾਈਸਿਸ। ਬਿਲਕੁਲ ਜੀ, ਜਿਹੜੀ ਆਪਾਂ ਗੱਲਬਾਤ ਡਿਸਕਸ ਕੀਤੀ ਆ ਉਹ ਰੋਬੀ ਜੀ ਕਿਤੇ ਨਾ ਕਿਤੇ ਅਸੀਂ ਸਹਿਮਤ ਆ ਜੀ PM ਨਾਲ, ਪਰ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਜੀ, ਜੇ ਤੁਸੀਂ ਹੈਲਪ ਨਹੀਂ ਕਰ ਸਕਦੇ, ਜ਼ਖਮ ਨੂੰ ਤੇ ਮੱਲਮ ਨਹੀਂ ਲਾ ਸਕਦੇ ਤਾਂ ਕੁਰੇਦੋ ਤਾਂ ਨਾ ਜੀ, ਤਾਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਪੋਰਟਰੇ ਕੀਤਾ ਜਾ ਸਕਦਾ ਸੀ। ਜਦ ਕਿਤੇ ਨਾ ਕਿਤੇ ਵਰਡ ਜੇ ਨਹੀਂ ਤੁਸੀਂ ਚੰਗਾ ਬੋਲ ਸਕਦੇ ਤਾਂ ਜਿਵੇਂ ਕਹਿੰਦੇ ਨੇ ਚੁੱਪ ਰਹੋ ਜੀ। ਹਾਂਜੀ 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 ਬਿਲਕੁਲ ਜੀ। ਨਮਲੀ ਜੀ ਲਾਈਕ ਕਰ ਰਹੇ ਆ ਤੇ ਨਮਲੀ ਜੀ ਪੁੱਛ ਰਹੇ ਆ 491 ਪ੍ਰੋਸੈਸਿੰਗ ਟਾਈਮ ਕਿੰਨਾ ਬੰਸਲ ਸਾਹਿਬ? ਤੁਸੀਂ ਆਮ ਮਲੀ ਸਾਹਿਬ ਕਮੈਂਟ ਕਰਨ ਦੀ ਲੋੜ ਹੈ ਤੁਹਾਨੂੰ ਤੁਹਾਡੇ ਕੋਲੇ ਅਕਸਰ ਆਉਂਦੇ ਰਹਿੰਦੇ ਬੰਸਲ ਸਾਹਿਬ ਤੇ ਤੁਹਾਨੂੰ ਉੱਥੇ ਆ ਕੇ ਸੇਵਾਵਾਂ ਪ੍ਰਦਾਨ ਕਰਨਗੇ। 491 ਪ੍ਰੋਸੈਸਿੰਗ ਟਾਈਮ ਉਹਨਾਂ ਨੇ। ਪ੍ਰੋਸੈਸਿੰਗ ਟਾਈਮ ਜੀ ਪਹਿਲਾਂ ਤਾਂ 1 ਮਹੀਨੇ ਦਾ ਸੀਗਾ ਜੀ, ਹੁਣ ਪੈ ਬਹੁਤ ਜ਼ਿਆਦਾ ਗਏ ਜੀ, ਤਾਂ ਹੁਣ ਇਹਨਾਂ ਨੇ 2 ਤੋਂ 3 ਮਹੀਨੇ ਕਰਤਾ ਜੀ। ਬਿਲਕੁਲ ਜੀ, ਮੈਂ ਪੈਕਨ ਵਾਲਿਆਂ ਨੂੰ ਥੋੜਾ ਵੱਧ ਟਾਈਮ ਲੱਗ ਰਿਹਾ ਕੰਟਰੀ ਸਾਈਡ ਕਰਕੇ। ਨਾਲ ਆਪਾਂ ਇਹ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਯਾਦ ਕਰਵਾਤਾ, ਲੋਹਾਮ ਸਾਹਿਬ ਆਪਰੇਟ ਕਰ ਰਹੇ ਨੇ ਤੇ ਉਹ ਕਹਿ ਰਹੇ ਵੀ ਅਗਲੀ ਜਿਹੜੀ ਐਡਵਰਟਾਈਜ਼ਮੈਂਟ ਆ ਸਟਾਰ ਮੋਟਰਸ ਦੀ ਚੱਪ ਚਲਾ ਦਿੱਤੀ ਜਾਵੇ। ਥੈਂਕ ਯੂ ਜੀ। ਕਿਰਨ ਮੰਗਟ ਕਹਿ ਰਹੇ ਜੀ ਵਟ ਅਬਾਊਟ JRP? ਇਹਦੇ ਬਾਰੇ ਅਨਾਉਂਸਮੈਂਟ ਦੀ ਵੇਟ ਕਰ ਰਹੇ ਹਾਂ ਜੀ। ਬਿਲਕੁਲ TRA ਨੂੰ ਅਸੀਂ ਮੇਲਾਂ ਵੀ ਪਾਈਆਂ ਨੇ ਜੀ, ਕਿਉਂਕਿ ਜਿਹੜੇ ਕਿ ਅੱਜ ਕੱਲ ਦੇ ਰੂਲ ਨੇ ਜੀ, ਤਾਂ ਰੈਸਟੋਰੈਂਟ ਵੀ ਬੰਦ ਹੋ ਚੁੱਕੇ ਨੇ ਤੇ ਬੱਚਾ ਸਟੂਡੈਂਟਸ ਕੋਲ ਟਾਈਮ ਵੀ ਨਹੀਂ ਹੋਣਾ ਜੀ, ਕਿਉਂਕਿ ਰੈਸਟੋਰੈਂਟ ਬੰਦ ਹੋ ਗਏ, JRP ਰੁਕ ਗਏ ਜੀ, ਤੇ ਨਾ ਹੀ ਉਹ ਆਪਣੀ ਜਿਹੜੀ ਜੌਬ ਰੈਡੀ ਅਸੈਸਮੈਂਟ ਹੈ ਉਹ ਲੈਣ ਕੋਈ ਆ ਰਿਹਾ। ਤਾਂ ਇਹਦੇ ਬਾਰੇ TRA ਦੀ ਕੋਈ ਸਟੇਟਮੈਂਟ ਨਹੀਂ ਆਈ ਜੀ, ਕੋਈ ਪਾਲਿਸੀ ਨਹੀਂ ਆਈ, ਜਦਕਿ ਬਾਕੀ ਸਾਰੇ ਵੈਟਸੈਸ ਵਗੈਰਾ ਸਾਰੇ ਨੇ ਆਪਣਾ ਕੰਮ ਆਨਲਾਈਨ ਕਰ ਦਿੱਤਾ ਜੀ, ਔਨ ਫੋਨ ਸਾਰਾ ਕੁਝ ਹੋਣਾ ਸ਼ੁਰੂ ਹੋ ਗਿਆ। ਪਰ TRA ਤੋਂ ਅਸੀਂ ਵੇਟ ਕਰ ਰਹੇ ਹਾਂ ਵੀ ਉਹ ਕੁਝ ਨਾ ਕੁਝ ਸਾਨੂੰ ਦੱਸਣ ਕਿ ਉਹਨਾਂ ਦੀ ਆਹ ਵਾਲੇ ਟਾਈਮ ਦੇ ਵਿੱਚ ਅਗਲੇ 6 ਮਹੀਨਿਆਂ ਦੇ ਵਿੱਚ ਕੀ ਪਾਲਿਸੀ ਹੈ ਜੀ। ਬਿਲਕੁਲ ਜੀ, ਥੈਂਕ ਯੂ। ਜਦੋਂ ਵੀ ਕੁਝ ਆਊਗਾ ਤੁਹਾਨੂੰ ਜ਼ਰੂਰ ਅਪਡੇਟ ਕੀਤਾ ਜਾਊਗਾ। ਤੁਸੀਂ ਇਨ ਟੱਚ ਜ਼ਰੂਰ ਰਹੋ ਜੀ। ਈਮੇਲ ਜਿਹੜੀ ਪਰਮਾਨੈਂਟਲੀ ਤੁਸੀਂ ਇੱਕ ਵਾਰੀ ਸੇਵ ਕਰ ਲਓ ਆਪਣੇ ਅਕਾਊਂਟਸ ਦੇ ਵਿੱਚ, ਈਮੇਲ ਅਕਾਊਂਟਸ ਦੇ ਵਿੱਚ, ਤੇ ਜਦੋਂ ਵੀ ਕੋਈ ਗੱਲਬਾਤ ਆਉਂਦੀ ਹੈ ਤਾਂ ਰਿਪਲਾਈ ਵੀ ਜ਼ਰੂਰ ਟਾਈਮ ਸਿਰ ਕਰਦੇ ਨੇ। ਇਹੀ ਇਹਨਾਂ ਦਾ ਅੱਜ ਤੱਕ ਦਾ ਜਿਹੜਾ ਰਸੂਖ ਬਣਿਆ ਹੋਇਆ। ਤੇ ਸਵਾਤੀ ਧੰਦ ਚੌਧਰੀ ਕਹਿ ਰਹੇ ਜੀ ਸਰ ਇਜ਼ देयर ਐਨੀ ਚਾਂਸ ਆਫ ਫੀਸ ਰਿਡਕਸ਼ਨ ਆਫ ਇੰਟਰਨੈਸ਼ਨਲ ਸਟੂਡੈਂਟਸ ਐਜ਼ ਕਲਾਸਿਸ ਹੈਵ ਮੂਵਡ ਆਨਲਾਈਨ? ਜੀ ਇਹ ਬਹੁਤ ਵਧੀਆ ਸਵਾਲ ਆ ਮੇਰੇ। ਬਿਲਕੁਲ ਬਹੁਤ ਵਧੀਆ ਸਵਾਲ ਹੈ ਜੀ, ਪਰ ਸਵਾਤੀ ਜੀ ਇਹੀ ਪ੍ਰੋਬਲਮ ਸਾਨੂੰ ਆ ਰਹੀ ਹੈ, ਸਟੂਡੈਂਟਾਂ ਨੂੰ ਜੀ ਦੋਨੇ ਹੱਥੀ ਲਿਆ ਜਾ ਰਿਹਾ। ਆਸਟ੍ਰੇਲੀਅਨ ਗਵਰਨਮੈਂਟ ਸਪੋਰਟ ਨਹੀਂ ਕਰਨਾ ਚਾਹੁੰਦੀ, ਕਿਤੇ ਨਾ ਕਿਤੇ ਅਸੀਂ ਵੀ ਰਿਕੁਐਸਟ ਪਾਈ ਸੀ ਜੀ, ਤੇ ਸਟੂਡੈਂਟ ਵੀ ਰਿਕੁਐਸਟ ਕਰ ਰਹੇ ਨੇ ਵੀ ਸਾਡਾ ਜਿਹੜਾ ਕੋਰਸ ਆ 2 ਤੋਂ 3 ਮਹੀਨੇ ਤੱਕ ਡੈਫਰ ਕੀਤਾ ਜਾਵੇ। ਪਰ ਕਾਲਜਾਂ ਨੇ ਜੀ ਆਪਣੀ ਕਮਾਈ ਦਾ ਸਾਧਨ ਬਣਾ ਲਿਆ ਜੀ, ਉਹਨਾਂ ਨੇ ਆਨਲਾਈਨ ਕਰਤੇ। ਸਟੂਡੈਂਟਾਂ ਕੋਲੇ ਜਿਵੇਂ ਤੁਸੀਂ ਪਹਿਲਾਂ ਕਿਹਾ ਜੀ, ਕੁਝ ਸਟੂਡੈਂਟ ਫੁੱਲ ਟਾਈਮ ਹੋ ਗਏ ਜੀ, ਕੁਝ ਜਿਹੜੇ ਹਸਪੀਟੈਲਿਟੀ ਨਾਲ ਖਾਸ ਕਰਕੇ ਰਿਲੇਟਡ ਸੀ ਜੀ ਉਹ ਬਿਲਕੁਲ ਵਿਹਲੇ ਹੋ ਗਏ ਜੀ। ਹੁਣ ਉਹਨਾਂ ਨੂੰ ਇੰਡੀਆ ਤੋਂ ਜਾਂ ਓਵਰਸੀਜ਼ ਤੋਂ ਵੀ ਸਪੋਰਟ ਨਹੀਂ ਮਿਲ ਰਹੀ, ਉਰੇ ਵੀ ਕੰਮ ਬੰਦ ਹੋ ਗਏ ਜੀ, ਤੇ ਉਧਰੋਂ ਕਾਲਜ ਆਨਲਾਈਨ ਕਰਕੇ ਉਹਨਾਂ ਨੂੰ ਕਲਾਸਾਂ ਵੀ ਲਾਣੀਆਂ ਪੈ ਰਹੀਆਂ ਨੇ। ਤਾਂ ਮੇਰੇ ਖਿਆਲ ਨਾਲ ਗਵਰਨਮੈਂਟਾਂ ਨੂੰ ਪਾਲਿਸੀ ਬਣਾਉਣੀ ਚਾਹੀਦੀ ਹੈ ਕਿ 2-3 ਮਹੀਨੇ ਕਾਲਜ ਵੀ ਬੰਦ ਕਰ ਦੇਣ। ਜਦ ਸਕੂਲ ਬੰਦ ਹੋਏ ਨੇ ਕਾਲਜ ਕਿਉਂ ਨਹੀਂ ਬੰਦ ਹੋ ਸਕਦੇ? ਹੁਣ ਤੁਸੀਂ ਸਪੋਰਟ ਨਹੀਂ ਕਰ ਰਹੇ ਤਾਂ ਘੱਟੋ ਘੱਟ ਇੰਟਰਨੈਸ਼ਨਲ ਸਟੂਡੈਂਟਾਂ ਨੂੰ 2-3 ਮਹੀਨੇ ਰਾਹਤ ਤਾਂ ਦੇ ਦੇਣ ਨਾ। ਇਹ ਕੋਈ ਇਹਨਾਂ ਦੀ ਆਪਸੀ ਯੂਨਿਟੀ ਹੈ ਜਾਂ ਕੁਝ ਕਾਲਜ ਕਰ ਰਹੇ ਆ, ਕੁਝ ਡੈਫਰ ਕਰ ਰਹੇ ਆ, ਕੁਝ ਨਹੀਂ ਕਰ ਰਹੇ? ਇਹਨਾਂ ਦੇ ਵਿੱਚ ਕੋਈ ਸਿਮਿਲੈਰਿਟੀ ਹੈ? ਬੰਦ ਨਹੀਂ ਕਰ ਸਕਦੇ ਜੀ ਗਵਰਨਮੈਂਟ ਦੇ ਬਿਨਾਂ ਕਿ ਕਾਲਜ ਬੰਦ ਹੈ, ਤਾਂ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਨਾ ਵੀ ਆਪਾਂ 3 ਮਹੀਨੇ ਕਾਲਜ ਬੰਦ ਹੀ ਕਰ ਦਈਏ ਜੀ। ਖਾਸ ਕਰ ਆਨਲਾਈਨ ਚਲਾਉਣ ਦੇ ਲਈ ਵੀ ਕਿਤੇ ਨਾ ਕਿਤੇ ਦੇਖੋ ਕਈ ਕੋਰਸਾਂ ਦੇ ਵਿੱਚ ਪ੍ਰੈਕਟੀਕਲ ਆਪਣੇ ਕੰਪੋਨੈਂਟ ਹੁੰਦੇ ਨੇ ਜੀ, ਚਾਹੇ ਕੁਕਿੰਗ ਕੋਰਸ ਹੀ ਆ ਜਿਵੇਂ ਹਸਪੀਟਲ ਨਾਲ ਰਿਲੇਟਡ, ਠੀਕ ਹੈ ਜੀ। ਕਾਲਜਾਂ ਨੇ ਥਿਊਰੀ ਕਲਾਸਾਂ ਤਾਂ ਆਨਲਾਈਨ ਕਰ ਲਈਆਂ ਜੀ, ਹੁਣ ਜਿਹੜਾ ਪ੍ਰੈਕਟੀਕਲ ਆ ਉਹ ਤਾਂ ਆਨਲਾਈਨ ਹੋਣਾ ਨਹੀਂ। ਤਾਂ ਕਿਤੇ ਨਾ ਕਿਤੇ ਸਟੂਡੈਂਟ ਦੇ ਉੱਤੇ ਉਹੀ ਗੱਲ ਹੈ ਜੀ, ਦੂਰੀ ਮਾਰ ਪੈ ਰਹੀ ਹੈ, ਜਿਹਦੇ ਅਸੀਂ ਸਖਤ ਖਿਲਾਫ ਆ। ਤੇ ਅਸੀਂ ਗਵਰਨਮੈਂਟ ਨੂੰ ਗੁਜ਼ਾਰਿਸ਼ ਕਰਦੇ ਵੀ ਘੱਟੋ ਘੱਟ
ਕੁਛ ਨਾ ਕੁਛ ਰੂਲ ਕੱਢਣ ਕਿ 3 ਮਹੀਨੇ ਲਈ ਜਿਹੜੇ ਸਾਰੇ ਕੋਰਸ ਨੇ ਇੱਕ ਵਾਰ ਸਾਰੇ ਕਾਲਜ ਨੇ ਇੱਕ ਵਾਰ ਬੰਦ ਕਰਨ, ਤਾਂ ਕਿ ਸਟੂਡੈਂਟ ਇੱਕ ਪਾਸੇ ਦਾ ਵਿਹਲਾ ਹੋ ਜਾਏ ਨਾ, ਵਿਚਾਰੇ ਦੂਸਰੇ ਪਾਸੇ ਧਿਆਨ ਦੇਣ। ਜਿੰਨਾ ਚਿਰ ਕੰਮ ਦੀ ਵਿਪਤਾ ਉਹਨਾਂ ਚਿਰ ਬਿਲਕੁਲ ਕਾਲਜ ਜੀ। ਦੀ ਟੈਨਸ਼ਨ ਨਹੀਂ ਰਹਿਣੀ ਚਾਹੀਦੀ, ਬਿਲਕੁਲ ਨਹੀਂ ਰਹਿਣੀ ਚਾਹੀਦੀ। ਜਾਂ ਜੇ ਆਨਲਾਈਨ ਸਟੱਡੀ ਜਾਰੀ ਰੱਖਣੀ ਵੀ ਆ ਤਾਂ ਜਿਹੜੀਆਂ ਫੀਸਾਂ ਦਾ ਉਹ ਚ ਕੋਈ ਨਾ ਕੋਈ ਇਦਾਂ ਦਾ ਕਨਸੈਸ਼ਨ ਜ਼ਰੂਰ ਹੋਣਾ ਚਾਹੀਦਾ। 3 ਮਹੀਨੇ ਬੰਦ ਹੋ ਸਕਦੇ ਨੇ, ਕਾਲਜ ਕਿਉਂ ਨਹੀਂ ਹੋ ਸਕਦੇ? ਸਕੂਲ ਵੀ ਨਹੀਂ ਨਾ ਹੋ ਰਹੇ, ਚੱਕਰ ਤੇ ਸਕੂਲ ਵੀ ਬੰਦ ਹੋ, ਵਿਕਟੋਰੀਆ ਤੋਂ ਬੰਦ ਨੇ ਜੀ। ਨਹੀਂ, ਉਹਨਾਂ ਨੇ ਫੇਰ ਰੀਓਪਨ ਦਾ ਕਰ ਰਹੇ ਨਾ ਇਸ਼ਾਰਾ, ਕਿ ਉਹ ਕਹਿੰਦੇ ਵੀ ਤੁਸੀਂ ਜਿਹੜੀਆਂ ਆਪਣੀਆਂ ਹੋਰ ਸਕੂਲ ਹੌਲੀਡੇਜ਼ ਜਿਹੜੀਆਂ ਟਰਮ ਸਟਾਰਟ ਹੋਣੀਆਂ ਤੇ ਦੁਬਾਰਾ ਫੇਰ ਉਹਨਾਂ ਨੇ ਕਿਹਾ ਕਿ ਵੀ ਆਪਣਾ ਸ਼ਾਇਦ, ਮੈਨੂੰ ਸ਼ੋਰ ਨਹੀਂ ਪਰ ਇਹ ਇਸ਼ਾਰੇ ਇਹੀ ਆ ਕਿ ਵੀ ਦੁਬਾਰਾ ਰੀਓਪਨ ਹੋਣਗੇ। ਪਤਾ ਨਹੀਂ ਜੀ ਗਵਰਨਮੈਂਟ ਚਾਹੁੰਦੀ ਕੀ ਹੈ ਜੀ ਫਿਰ ਤਾਂ। ਫਿਰ ਉਹੀ ਹੈ ਨਾ, ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਜੇ ਸਿੱਧੀ ਤੁਸੀਂ ਜਿਹੜੀ ਹੈਲਪ ਨਹੀਂ ਕਰ ਸਕਦੇ ਆਪਦੇ ਫੰਡਿੰਗ ਸਿਸਟਮ ਚੋਂ, ਤਾਂ ਰਾਹਤ ਹੋਰ ਤਰੀਕੇ ਨਾਲ ਵੀ ਦਿੱਤੀ ਜਾ ਸਕਦੀ ਆ, ਤੇ ਇਹਦੇ ਲਈ ਕੋਈ ਨਾ ਕੋਈ ਇਕਜੁੱਟ ਹੋ ਕੇ ਕੰਪੇਨ ਬਣਨੀ ਚਾਹੀਦੀ ਆ ਕਿ ਜਿਹੜੀ ਸਾਰੀ ਇਹ ਗਵਰਨਮੈਂਟ ਤੇ ਜਿਹੜਾ ਪ੍ਰੈਸ਼ਰ ਪਵੇ ਤੇ ਸਟੂਡੈਂਟਸ ਵਰਗ ਨੂੰ ਕਿਸੇ ਨਾ ਕਿਸੇ ਪਾਸੋਂ ਹੋਰ ਰਿਲੀਫ ਜ਼ਰੂਰ ਮਿਲੇ। ਬਿਲਕੁਲ, ਦੇਖੋ ਜੀ ਮੈਂ ਤਾਂ ਆਪ ਸ਼ੁਰੂ ਤੋਂ ਜਿਸੀ ਆਪਣੀ ਸਟਾਰਟਿੰਗ ਚੀਜ਼ ਤੋਂ ਇਸੇ ਚੀਜ਼ ਤੇ ਗੱਲਬਾਤ ਚੱਲ ਰਹੀ ਹੈ ਜੀ, ਕਿ ਕਿਤੇ ਨਾ ਕਿਤੇ ਗਵਰਨਮੈਂਟ ਨੂੰ ਅਸੀਂ ਰਿਕੁਐਸਟ ਕਰਦੇ ਆ ਵੀ ਇਹ ਇਕਨੋਮੀ ਨੂੰ ਹਾਈਬਰਨੇਸ਼ਨ ਵਿੱਚ ਪਾ ਰਹੇ ਨੇ, ਤਾਂ ਸਟੂਡੈਂਟਾਂ ਨੂੰ ਵੀ ਘੱਟੋ ਘੱਟ ਜੇ ਰਿਲੀਫ ਨਹੀਂ ਦੇ ਸਕਦੇ, ਹਾਈਬਰਨੇਸ਼ਨ ਦਾ ਪਾਰਟ ਤਾਂ ਬਣਾਇਆ ਜਾਵੇ। ਬਿਲਕੁਲ ਬਿਲਕੁਲ। ਬੜੀਆਂ ਹੀ ਹਾਫ ਸਟੇਟਮੈਂਟਾਂ ਨੇ ਜੀ, ਵੀ ਤੁਸੀਂ ਰੈਂਟ ਮੋਮੋਰੀਅਮ ਲਾਤਾ ਜੀ, ਪਰ ਕਿਤੇ ਨਾ ਕਿਤੇ ਦੇਖੋ ਅਸੀਂ ਵੀ ਰੈਂਟ ਭਰਦੇ, ਪਰ ਜਿਨ੍ਹਾਂ ਨੂੰ ਰੈਂਟ ਭਰਨਾ ਜੀ ਉਹਨਾਂ ਨੂੰ ਇਹਦੇ ਬਦਲੇ ਕੀ ਮਿਲ ਰਿਹਾ ਜੀ? ਹਾਂਜੀ ਹਾਂਜੀ ਬਿਲਕੁਲ। ਹੁਣ ਤੁਸੀਂ ਕਾਲਜ ਆਨਲਾਈਨ ਕਰਤੇ ਜੀ, ਸਟੂਡੈਂਟਾਂ ਕੋਲ ਕੰਮ ਖਤਮ ਹੋ ਗਿਆ ਜੀ, ਇੰਡੀਆ ਦਾ ਓਵਰਸੀ ਤੋਂ ਹੈਲਪ ਨਹੀਂ ਆ ਰਹੀ, ਹੁਣ ਸਟੂਡੈਂਟ ਘਰੇ ਬੈਠਾ ਆਨਲਾਈਨ ਸਟੱਡੀ ਤੇ ਕਰ ਰਿਹਾ, ਪਰ ਭਰੂ ਕਿੱਥੋਂ ਪੈਸੇ ਜੀ? ਬਿਲਕੁਲ। ਇੱਕ ਥੋੜਾ ਜਿਹਾ ਰਿਬੈਲੀਅਨ ਮੂਵਮੈਂਟ ਵੱਲ ਜਿਹੜਾ ਧਿਆਨ ਦਿਵਾਇਆ ਜਾ ਰਿਹਾ ਵੀ ਕਿਤੇ ਜਿਹੜੇ ਸਟੂਡੈਂਟ ਆ ਉਹ ਤੁਹਾਡੀਆਂ ਪਾਲਿਸੀਆਂ ਨੂੰ ਇਗਨੋਰ ਨਾ ਕਰਨ, ਕਿਤੇ ਜਿਹੜਾ ਤੁਸੀਂ ਸੋਸ਼ਲ ਡਿਸਟੈਂਸਿੰਗ ਦਾ ਜਾਂ 2 ਤੋਂ ਵੱਧ ਬੰਦਿਆਂ ਦਾ ਜਿਹੜਾ ਰੱਖਿਆ, ਕਿਤੇ ਉਹ ਇਹੋ ਜਿਹੀ ਸਿਚੁਏਸ਼ਨ ਨਾ ਬਣੇ ਕਿ ਉਹ ਕਹਿਣ ਵੀ ਅਸੀਂ ਘਰੇ ਵੀ ਭੁੱਖੇ ਬੈਠੇ ਆਂ ਤੇ ਅਸੀਂ ਇਹੋ ਜਿਹੀ ਗਲਤੀ ਨਾ ਕਰਨ ਕਿਤੇ ਵੀ। ਇਹਨਾਂ ਦੇ ਲੌਂਗ ਟਰਮ ਇਫੈਕਟ ਹੁੰਦੇ ਨੇ ਜੀ, ਕਿਤੇ ਨਾ ਕਿਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆਸਟ੍ਰੇਲੀਆ ਦੀ ਰੈਪੂਟੇਸ਼ਨ ਨੂੰ ਬੜਾ ਧੱਕਾ ਲੱਗਣਾ ਜੀ। ਬਿਲਕੁਲ। ਹੁਣ ਵੀ ਵੈਸੇ ਵੀ ਕੈਨੇਡਾ ਵੈਸੇ ਆਸਟ੍ਰੇਲੀਆ ਨਾਲੋਂ ਜ਼ਿਆਦਾ ਪਪੂਲਰ ਹੋ ਰਿਹਾ, ਤਾਂ ਮੈਨੂੰ ਲੱਗਦਾ ਜੇ ਇਸ ਤਰ੍ਹਾਂ ਦੀਆਂ ਪਾਲਿਸੀਆਂ ਰਹੀਆਂ ਤਾਂ ਆਸਟ੍ਰੇਲੀਆ ਨੂੰ ਬਹੁਤ ਵੱਡਾ ਧੱਕਾ ਲੱਗਣਾ ਜੀ, ਆਸਟ੍ਰੇਲੀਆ ਦੇ ਖਾਸ ਕਰਕੇ ਐਜੂਕੇਸ਼ਨ ਇੰਡਸਟਰੀ ਨੂੰ ਜੀ। ਬਿਲਕੁਲ। ਜਿਹੜੇ ਕਿ ਹੁਣ ਇਸ ਟਾਈਮ ਦੋਨੇ ਹੱਥੀ ਸਟੂਡੈਂਟਾਂ ਪਿੱਛੇ ਪਏ ਹੋਏ ਨੇ ਜੀ। ਹਾਂਜੀ 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 ਬਿਲਕੁਲ। ਅਰਸ਼ਦੀਪ ਕਹਿ ਰਹੇ ਜਸਟ ਵਾਂਟ ਟੂ ਨੋ ਵਾਟ ਇਜ਼ ਪ੍ਰੋਸੈਸਿੰਗ ਟਾਈਮ ਫॉर 180 ਨਿਊ ਸਾਊਥ ਵੇਲ ਐਜ਼ ਸ਼ਿਫਟ ਆਈ ਮੂਵਡ ਇਨ ਜਨਵਰੀ ਐਂਡ ਅਪਲਾਈਡ। ਇਹ ਆਪਾਂ ਸ਼ਾਇਦ ਦੁਬਾਰਾ ਕੁਐਸਚਨ ਆ ਗਿਆ ਜੀ, ਇਹਦਾ ਤੁਸੀਂ ਸਵਾਲ ਦਾ ਜਵਾਬ ਦਿੱਤਾ ਜੀ। ਸੌਰੀ, ਪ੍ਰੋਸੈਸਿੰਗ ਟਾਈਮ ਨਹੀਂ ਹੈਗਾ ਜੀ, ਜਸਟ ਹੈਂਗ ਇਨ ਦੇਅਰ। ਬੜੇ ਫੈਕਟਰਾਂ ਦੇ ਅਰਸ਼ਦੀਪ ਜਿਵੇਂ ਤੁਹਾਨੂੰ ਦੱਸਿਆ ਕਿ ਡਿਪੈਂਡ ਕਰਦਾ ਜੀ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਕਿਉਂਕਿ ਸਾਨੂੰ ਥੋੜੀ ਪਰਸਨਲ ਇਨਫੋਰਮੇਸ਼ਨ ਚਾਹੀਦੀ ਹੈ ਜੀ, 2-4 ਤੁਹਾਡੀ ਕਿੰਨੀ ਏਜ ਆ, ਬੜੇ ਫੈਕਟਰ ਨੇ ਜੀ। ਜਦੋਂ ਤੁਹਾਨੂੰ ਸਾਨੂੰ ਅਸੀਂ ਤੁਹਾਨੂੰ ਨਾਲ ਦੀ ਨਾਲ ਐਡਵਾਈਸ ਦਵਾਂਗੇ ਜੀ। ਤੇ ਐਜ਼ ਅ ਟੋਲਡ ਯੂ ਜੀ, ਅਸੀਂ ਫਸਟ ਕੰਸਲਟੇਸ਼ਨ ਚਾਰਜ ਨਹੀਂ ਕਰਦੇ, ਤਾਂ ਤੁਸੀਂ ਸਾਨੂੰ ਵਿੱਚ ਦੇ ਕੋਲ ਕਾਲ ਕਰ ਸਕਦੇ ਹੋ। ਬਿਲਕੁਲ ਜੀ। ਮੈਂ ਸੌਰੀ ਚਾਹਣਾ ਵੀ ਮੈਂ ਤੁਹਾਡਾ ਕੰਪਲੀਟ ਜਿਹੜਾ ਸਵਾਲ ਨਹੀਂ ਪੜ੍ਹ ਸਕਿਆ, ਹੁਣ ਦੁਬਾਰਾ ਦੂਜੀ ਵਾਰ ਤੁਸੀਂ ਸ਼ਾਇਦ ਅਪਡੇਟ ਕਰਕੇ ਭੇਜਿਆ ਹੋਊਗਾ, ਪਰ ਤੁਸੀਂ ਕੰਟੈਕਟ ਕਰਕੇ ਜਿਹੜੀ ਡਿਟੇਲ ਨਾਲ ਗੱਲਬਾਤ ਕਰ ਸਕਦੇ ਹੋ। ਜਗਤਾਰ ਸਿੰਘ ਕਹਿ ਰਹੇ ਜੀ ਸਰ ਨਿਊ ਸਾਊਥ ਵੇਲ ਚ ਨਰਸਿੰਗ ਵਿੱਚ PR ਹੈਗੀ ਆ ਕਿੰਨੇ ਪੁਆਇੰਟ ਤੇ? ਸਰ ਇਹਦਾ ਜੀ ਪੁਆਇੰਟ ਬੇਸ ਤੇ ਦੱਸਣਾ ਬਹੁਤ ਔਖਾ ਜੀ, ਕਿਉਂਕਿ ਨਿਊ ਸਾਊਥ ਵੇਲ ਦਾ ਆਪਣਾ ਇਨਵੀਟੇਸ਼ਨ ਬੇਸ ਸਿਸਟਮ ਹੋ ਚੁੱਕਿਆ ਜੀ। ਤਾਂ ਉਹ ਆਪਣੇ ਜਿਹੜੇ ਨਿਊ ਸਾਊਥ ਵੇਲ ਦੇ ਵਿੱਚ ਰਹਿ ਰਹੇ ਨੇ ਬੰਦੇ, ਤਾਂ ਤਕਰੀਬਨ ਉਹ ਜਿਹੜੇ ਹਾਇਰ ਪੁਆਇੰਟ ਵਾਲੇ ਨੇ ਉਹਨਾਂ ਨੂੰ ਇਨਵਾਈਟ ਕਰਦੇ ਨੇ ਜੀ। ਠੀਕ ਹੈ ਜੀ, ਥੈਂਕ ਯੂ। ਪਰ ਫਿਰ ਵੀ ਜੇ 80+ ਪੁਆਇੰਟ ਹੈਗੇ ਨੇ ਤਾਂ ਇਹਦੇ ਬਹੁਤ ਜ਼ਿਆਦਾ ਚਾਂਸ ਨੇ ਕਿ ਤੁਹਾਨੂੰ ਪਿਕ ਕੀਤਾ ਜਾ ਸਕਦਾ। ਓਕੇ ਜੀ। ਖਾਸ ਕਰਕੇ ਅੱਜ ਕੱਲ ਦੇ এনवायरमेंट ਵਿੱਚ। ਹਰਦੀਪ ਸਿੰਘ ਕਹਿ ਰਹੇ ਸਤਿ ਸ਼੍ਰੀ ਅਕਾਲ ਜੀ, ਆਈ ਹੈਵ ਲੌਜਡ 491 from offshore case officer contacted me on first week of March. I have provided documents which they ask in which time I can grant my 491 visa. So ਫਿਰ ਮੈਂ ਕਹੂੰਗਾ ਜੀ ਅਸੀਂ ਇੰਡੀਵਿਜੂਅਲ ਦੇ ਕੇਸ ਦੇ ਉੱਤੇ ਐਡਵਾਈਸ ਆਨਲਾਈਨ ਨਹੀਂ ਦੇ ਸਕਦੇ ਜੀ। ਅਸੀਂ ਬਿਲਕੁਲ ਤੁਹਾਡੀ ਜਨਰਲ ਇਨਕੁਆਇਰੀ ਦਾ ਆਨਸਰ ਕਰਨ ਲਈ ਤਿਆਰ ਹਾਂ ਜੀ, ਪਰ ਜੇ ਤੁਸੀਂ ਸਾਨੂੰ ਕਾਲ ਕਰੋਗੇ ਜੀ ਅਸੀਂ ਹੈਪੀ ਹਾਂ ਤੁਹਾਡੇ ਨਾਲ ਤੁਹਾਡਾ ਕੇਸ ਇਨ ਡਿਟੇਲ ਡਿਸਕਸ ਕਰਨ ਲਈ ਜੀ। ਓਕੇ, ਥੈਂਕ ਯੂ ਜੀ। ਕੁਲਦੀਪ ਸਿੰਘ ਕੋਤਰਾ ਜੀ ਕਹਿ ਰਹੇ ਜੀ ਅਸੈਸਮੈਂਟ ਲੈਵਲ 2 ਇੰਡੀਆ ਕਦੋਂ ਤੱਕ ਹੋਊਗਾ ਜੀ? ਹੁਣ ਤਾਂ ਥੋੜਾ ਟਾਈਮ ਲੱਗ ਜਾਣਾ ਜੀ ਕੁਲਦੀਪ ਸਿੰਘ ਜੀ। ਹੋਪਫੁਲੀ ਜਦੋਂ ਅਗਲਾ ਆਣਾ, ਮੈਨੂੰ ਲੱਗਦਾ ਸਤੰਬਰ ਦੇ ਐਂਡ ਤੱਕ ਆਣਾ ਜੀ, ਉਦੋਂ ਤੱਕ ਪੂਰੀ ਉਮੀਦ ਆ ਕਿਉਂਕਿ 6 ਮਹੀਨੇ ਵੀਜ਼ੇ ਨਹੀਂ ਲੱਗਣੇ ਜੀ, ਤਾਂ ਹੋ ਸਕਦਾ ਵੀ ਅਸੈਸਮੈਂਟ ਲੈਵਲ 2 ਜਾਂ 1 ਵੀ ਹੋ ਜੇ। ਇਸ ਟਾਈਮ ਤਾਂ 6 ਮਹੀਨੇ ਤੱਕ ਘੱਟੋ ਘੱਟ ਵੇਟ ਕਰਨੀ ਪੈਣੀ ਹੈ ਜੀ। ਥੈਂਕ ਯੂ। ਜਸਪ੍ਰੀਤ ਕਹਿ ਰਹੀ ਸਰ ਅਸੀਂ ਸਟੂਡੈਂਟ ਵੀਜ਼ਾ ਤੇ ਆ ਤੇ ਮੇਰੇ ਮਦਰ ਇੰਡੀਆ ਤੋਂ ਵਿਜ਼ਟਰ ਵੀਜ਼ਾ ਤੇ ਆਏ ਸੀ ਫੈਬ ਚ, ਤੇ ਉਹਨਾਂ ਦੀ ਵਾਪਸੀ 4 ਮਈ ਨੂੰ ਹੈ। 3 ਮੰਥ ਸਟੇ ਸੀ, ਨੋ ਫਰਦਰ ਸਟੇ ਆ, ਪਲੀਜ਼ ਦੱਸਿਓ ਹੁਣ ਕੀ ਕਰ ਸਕਦੇ ਆ। ਉਹ ਪਿਛਲੇ ਪ੍ਰੋਗਰਾਮ ਦਾ ਜਿਹੜਾ ਸ਼ਾਇਦ ਇਹਨਾਂ ਨੇ ਨਹੀਂ ਸੁਣਿਆ। ਬਿਲਕੁਲ ਜੀ। ਹਾਂਜੀ, ਤਾਂ ਤੁਸੀਂ ਉਹ ਸਾਨੂੰ ਜਸਪ੍ਰੀਤ ਜੀ ਕੰਟੈਕਟ ਕਰ ਸਕਦੇ ਹੋ ਜੀ। ਐਜ਼ ਆਈ ਸੇਡ ਤੁਸੀਂ ਜੇ ਸਟੂਡੈਂਟ ਹੋ ਤੇ ਤੁਹਾਡੇ ਮਦਰ ਕਰੋਨਾ ਵਾਇਰਸ ਕਰਕੇ ਵਾਪਸ ਨਹੀਂ ਜਾ ਸਕਦੇ, ਤਾਂ ਅਸੀਂ ਉਹਦੀ ਤੁਹਾਡੀ ਹੈਲਪ ਕਰ ਰਹੇ ਹਾਂ ਜੀ। ਤੁਸੀਂ ਸਾਨੂੰ ਕਾਲ ਕਰੋ,
ਤੇ ਅਸੀਂ ਤੁਹਾਡੇ ਮਦਰ ਦਾ ਵੀਜ਼ਾ ਅਪਲਾਈ ਕਰਾਂਗੇ ਜੀ, ਨੋ ਫਰਦਰ ਚ ਹਟਾ ਕੇ ਦੇਵਾਂਗੇ ਤੇ ਨਵਾਂ ਵੀਜ਼ਾ ਅਪਲਾਈ ਕਰਕੇ ਦੇਵਾਂਗੇ। ਬਿਲਕੁਲ ਜੀ, ਜੇ ਤੁਹਾਨੂੰ ਫਾਈਨੈਂਸ਼ੀਅਲ ਹੈਗੇ, ਤੁਸੀਂ ਹਾਰਡਸ਼ਿਪ ਚੋਂ ਗੁਜ਼ਰ ਰਹੇ ਤੇ ਉਹ ਵੀ ਬਿਲਕੁਲ ਤੁਹਾਡੀ ਜਿਹੜੀ ਸਪੋਰਟ ਕਰਨ ਦਾ ਇਹਨਾਂ ਵਾਅਦਾ ਹੁਣ ਕੀਤਾ ਅਸੀਂ ਬੈਂਕ ਸਟੇਟਮੈਂਟ ਪਹਿਲਾਂ ਲਿਆ ਕਰਾਂਗੇ ਜੀ। ਬਿਲਕੁਲ, ਜੇ ਰਿਐਲਿਟੀ ਦੇ ਵਿੱਚ ਹੈਗੇ ਆ। ਸੁਖਬੀਰ ਸਿੰਘ ਨੇ ਨਹੀਂ ਇਹ ਮਜ਼ਾਕ ਕਰ ਰਹੇ ਜੀ, ਕੋਈ ਬੈਂਕ ਸਟੇਟਮੈਂਟ ਵਾਲਾ ਰੌਲਾ ਨਹੀਂ ਹੁੰਦਾ, ਪਰ ਜੇ ਤੁਸੀਂ ਇਮਾਨਦਾਰੀ ਨਾਲ ਇਹ ਚੀਜ਼ ਕਹਿੰਦੇ ਆ ਕਿ ਵੀ ਅਸੀਂ ਇਹ ਚੀਜ਼ ਇੰਨੀ ਕੁ ਫੀਸ ਨਹੀਂ ਪੇ ਕਰ ਸਕਦੇ, ਪਰ ਇਦੋਂ ਵੱਡੀ ਤਾਂ ਗੱਲ ਇਹ ਹੁੰਦੀ ਹੈ ਕਿ ਵੀ ਉਹਨਾਂ ਦੇ ਰਹਿਣ ਲਈ ਇੱਕ ਵੀਜ਼ਾ ਐਕਸਟੈਂਡ ਕਰਨ ਦੀ ਆਪਸ਼ਨ ਮਿਲ ਜੇ ਤੇ ਆਪਾਂ ਉਹਦੇ ਲਈ ਕੋਈ ਵੀ ਕਾਸਟ ਪੇ ਕਰਨ ਨੂੰ ਤਿਆਰ ਹੁੰਦੇ ਆ, ਪਰ ਜਿਹੜੀ ਬਣਦੀ ਕਾਸਟ ਤੁਸੀਂ ਆਪਣੀ ਫੀਸ ਵੀ ਜਿਹੜੀ ਉਹ ਮਾਫ ਕਰਨ ਨੂੰ ਤਿਆਰ ਆ। ਥੈਂਕ ਯੂ। ਸੁਖਬੀਰ ਸਿੰਘ ਕਹਿ ਰਹੇ ਗੁੱਡ ਜੌਬ, ਥੈਂਕ ਯੂ ਜੀ। ਜੈਂਸ ਸੰਧੂ ਕਹਿ ਰਹੇ ਜੀ ਸਰ ਲਿਟਰਲੀ ਵੀ ਆਰ ਡਿਸਅਪੁਆਇੰਟਡ ਵਿਦ ਪੀਐਮਸ ਵਰਡਸ। ਬਿਲਕੁਲ ਜੀ, ਉਹਨਾਂ ਨੇ ਨਾਲ ਅੱਗੇ ਜਾਰੀ ਕੀਤਾ ਸੀ, ਪਲੀਜ਼ ਰੇਜ਼ on a media level at least authorities must reconsider their decision again। ਬਿਲਕੁਲ ਜੀ, ਅਸੀਂ ਆਪ ਇਹ ਚੀਜ਼ ਚਾਹੁੰਦੇ ਆ ਕਿ ਵੀ ਸਾਰਾ ਮੀਡੀਆ ਜਾਂ ਸਾਰੇ ਲੋਕ ਜਿਹੜੀਆਂ ਵੀ ਇੱਕ ਅਥਾਰਟੀਜ਼ ਉੱਥੇ ਤੱਕ ਅਪਰੋਚ ਕਰ ਸਕਦੀਆਂ, ਉਹਨਾਂ ਨੂੰ ਯੂਨਾਈਟ ਹੋ ਕੇ ਇਕੱਠੇ ਹੋ ਕੇ ਇਹ ਜਿਹੜੀ ਥੋੜੀ ਬਹੁਤ ਵੇਵ ਦੇ ਤੌਰ ਤੇ ਜਿਹੜੀ ਇਹ ਚੀਜ਼ ਮੈਸੇਜ ਪਹੁੰਚਾਇਆ ਜਾਵੇ ਕਿ ਜੇ ਤੁਸੀਂ ਕਨਸੈਸ਼ਨ ਹਜੇ ਦੇਣ ਦੇ ਮਾਹੌਲ ਦੇ ਵਿੱਚ ਨਹੀਂ ਆ, ਐਗਜ਼ੈਂਪਸ਼ਨਸ ਦੇਣ ਦੇ ਮਾਹੌਲ ਦੇ ਵਿੱਚ ਨਹੀਂ ਆ, ਤਾਂ ਇਦਾਂ ਦੀਆਂ ਸਟੇਟਮੈਂਟਸ ਤੋਂ ਜਿਹੜੇ ਬੱਚੇ ਆ, ਜਿਹੜੇ ਸਟੂਡੈਂਟਸ ਆ, ਜਿਹੜੇ ਸਟਰਗਲਿੰਗ ਪੀਰੀਅਡ ਦੇ ਵਿੱਚ ਆ, ਉਹ ਬਹੁਤ ਔਖੇ ਟਾਈਮ ਨੂੰ ਵੇਖ ਕੇ ਡਰ ਰਹੇ ਆ, ਤਾਂ ਉਹਨਾਂ ਦਾ ਦਿਲ ਨਾ ਤੋੜਿਆ ਜਾਵੇ। ਤੁਹਾਡੇ ਨਾਲ ਜੈਨ ਸੰਧੂ ਜੀ ਸਹਿਮਤ ਹਾਂ ਜੀ, ਬਿਲਕੁਲ। ਅੱਗੇ ਮਨਦੀਪ ਕੌਰ ਰੰਗੀ ਕਹਿ ਰਹੇ ਜੀ ਮਾਈ BVB expires on 3rd May, there is no way I can either enter Australia before that. Any idea should I take any action before the travel ban gets lifted or after? ਅਨਫੋਰਚੂਨੇਟਲੀ ਹੈ ਜੀ, ਆਸਟ੍ਰੇਲੀਆ ਜਿਵੇਂ ਅਸੀਂ ਪਹਿਲੇ ਪ੍ਰੋਗਰਾਮ ਵਿੱਚ ਦੱਸਿਆ ਸੀਗਾ ਜੀ, ਇਹਨਾਂ ਨੇ ਹੁਣ ਬਿਲਕੁਲ ਆਪਣੀ ਪਾਲਿਸੀ ਕਲੀਅਰ ਕਰ ਦਿੱਤੀ ਹੈ ਜੀ। ਜਿਹੜੇ ਬੰਦੇ ਆਫਸ਼ੋਰ ਨੇ ਜੀ, ਟੈਂਪਰੇਰੀ ਵੀਜ਼ਾ ਹੋਲਡਰ ਚਾਹੇ ਬ੍ਰੀਜਿੰਗ ਵੀਜ਼ਾ ਹੋਲਡਰ ਜੀ, ਉਹਨਾਂ ਨੂੰ ਟਰੈਵਲ ਬੈਨ ਲਿਫਟ ਕਰਨ ਤੱਕ ਉੱਥੇ ਹੀ ਰਹਿਣਾ ਪੈਣਾ ਜੀ। ਜਦੋਂ ਟਰੈਵਲ ਬੈਨ ਲਿਫਟ ਹੋਇਆ ਜੀ, ਜੇ ਤੁਹਾਡਾ ਵੀਜ਼ਾ ਬਚਦਾ ਜੀ ਤਾਂ ਤੁਸੀਂ ਉਸੇ ਵੀਜ਼ੇ ਤੇ ਵਾਪਸ ਆ ਸਕਦੇ ਹੋ, ਪਰ ਅਨਫੋਰਚੂਨੇਟਲੀ ਜੇ ਤੁਹਾਡਾ ਵੀਜ਼ਾ ਬ੍ਰੀਜਿੰਗ ਵੀਜ਼ਾ ਵੀ ਖਤਮ ਹੋ ਚੁੱਕਿਆ ਜੀ ਤਾਂ ਤੁਹਾਨੂੰ ਨਵਾਂ ਵੀਜ਼ਾ ਅਪਲਾਈ ਕਰਨਾ ਪੈਣਾ ਜੀ। ਤਾਂ ਤੁਸੀਂ ਨਵੇਂ ਵੀਜ਼ਾ ਲੈ ਕੇ, ਨਵਾਂ ਵੀਜ਼ਾ ਮੋਰ ਲਾਈਕਲੀ ਟੂਰਿਸਟ ਵੀਜ਼ਾ ਹੋਊਗਾ ਜੀ, ਤਾਂ ਤੁਸੀਂ ਉਹ ਟੂਰਿਸਟ ਵੀਜ਼ਾ ਲੈ ਕੇ ਤੁਸੀਂ ਉਰੇ ਵਾਪਸ ਆ ਸਕਦੇ ਹੋ ਜੀ। ਬਿਲਕੁਲ ਜੀ, ਜਿਹੜੇ ਲਾਸਟ 2 ਕਮੈਂਟਸ ਆ ਜੀ ਉਹ ਲੈ ਕੇ ਤੇ ਯਾਦਵਿੰਦਰ ਨੈਣੇਵਾਲੀਆ ਜੀ ਕਹਿ ਰਹੇ ਗੁੱਡ ਔਨ ਯੂ ਵੀਰੇ, ਕੀਪ ਯੂਅਰ ਗੁੱਡ ਵਰਕ ਅਪ, ਥੈਂਕ ਯੂ ਵੈਰੀ ਮਚ ਜੀ। ਯਾਦਵਿੰਦਰ ਮਿੱਤਲ ਜੀ ਕਹਿ ਰਹੇ ਆ ਜੀ ਨਾਈਸ ਟੂ ਹੀਅਰ ਯੂ, ਗੁੱਡ ਜੌਬ, ਕੀਪ ਇਟ ਅਪ, ਥੈਂਕ ਯੂ ਵੈਰੀ ਮਚ ਜੀ। ਹੁਣ ਇਸ ਤੋਂ ਬਾਅਦ ਕਮੈਂਟਸ ਜਿਹੜੇ ਅਸੀਂ ਫੇਸਬੁੱਕ ਤੇ ਨਹੀਂ ਲਵਾਂਗੇ। ਜਾਂਦੇ ਇੱਕ ਜਿਹੜਾ ਸਵਾਲ ਹੋਰ ਆ ਗਿਆ ਜੀ, ਸਿੰਘ ਗੈਗਸ ਕਹਿ ਰਹੇ ਡਜ਼ ਆਸਟ੍ਰੇਲੀਅਨ ਗਵਰਨਮੈਂਟ ਔਰ ਇਮੀਗ੍ਰੇਸ਼ਨ ਹੈਜ਼ ਦਾ ਰਾਈਟ ਟੂ ਸੈਂਡ ਟੈਂਪਰੇਰੀ ਰੈਜ਼ੀਡੈਂਟਸ ਬੈਕ ਇਨ ਦਿਸ ਟਾਈਪ ਆਫ ਪੈਂਡੈਮਿਕ? ਨਹੀਂ ਜੀ, ਇਹ ਤੁਹਾਡੇ ਕੋਲ ਸ਼ਾਇਦ ਗਲਤ ਚੀਜ਼ਾਂ ਪਹੁੰਚ ਰਹੀਆਂ। ਮੈਂ ਇਹਨੂੰ ਕਲੀਅਰ ਕਰ ਰਿਹਾ ਜੀ। ਦੇਖੋ, ਜਿਹੜਾ ਇਹਨਾਂ ਨੇ ਕੁਐਸਚਨ ਪੁੱਛਿਆ ਡਜ਼ ਆਸਟ੍ਰੇਲੀਅਨ ਗਵਰਨਮੈਂਟ ਹੈਵ ਰਾਈਟ, ਦੇਖੋ ਜੀ, ਹਰ ਇੱਕ ਗਵਰਨਮੈਂਟ ਹੈਵ ਦਾ ਰਾਈਟ ਟੂ ਇਵਿਕਟ ਹੂ ਇਜ਼ ਨਾਟ देयर ਪਰਮਨੈਂਟ ਰੈਜ਼ੀਡੈਂਟ ਔਰ ਸਿਟੀਜ਼ਨ। ਇਹਦੇ ਵਿੱਚ ਰਾਈਟ ਜ਼ਰੂਰ ਹੈਗਾ, ਪਰ ਉਹ ਕਿਤੇ ਵੀ ਨਹੀਂ, ਕਦੇ ਵੀ ਨਹੀਂ ਚਾਹਣਗੇ ਜੀ, ਨਾ ਹੀ ਹਜੇ ਤੱਕ ਦੁਨੀਆ ਦੀ ਕਿਸੇ ਕੰਟਰੀ ਨੇ ਕਿਹਾ ਵੀ ਤੁਸੀਂ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਨੂੰ ਆਪਣੇ ਘਰੇ ਜਾਓ। ਕਿਤੇ ਨਾ ਕਿਤੇ ਜਿਵੇਂ ਕਿ ਟੈਣਾ ਸਾਹਿਬ ਨੇ ਵੀ ਕਿਹਾ ਜੀ, ਇਹਨਾਂ ਦਾ ਮਤਲਬ ਇਹ ਨਹੀਂ ਸੀ ਜੀ, ਜਿਹੜਾ ਮੈਸੇਜ PM ਨੂੰ ਦਿੱਤਾ ਗਿਆ ਮੇਰੇ ਖਿਆਲ ਨਾਲ ਆਸਟ੍ਰੇਲੀਅਨ ਵੈਲਿਊਜ਼ ਨੂੰ ਰੈਪਰੈਜ਼ੈਂਟ ਨਹੀਂ ਕਰਦਾ। ਇਹਨੂੰ ਹੋਰ ਵਧੀਆ ਤਰੀਕੇ ਨਾਲ ਕਿਹਾ ਜਾਣਾ ਚਾਹੀਦਾ ਸੀ। ਇਹਦੇ ਸਿਰਫ 2 ਮਤਲਬ ਨਿਕਲਦੇ ਨੇ ਜੀ, ਵੀ ਜੇ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਵਾਪਸ ਜਾ ਸਕਦੇ ਹੋ, ਤੇ ਜੇ ਤੁਸੀਂ ਦੂਜਾ ਜੀ ਜਿਹੜੇ ਤੁਸੀਂ ਸਟੂਡੈਂਟ ਹੋ ਤਾਂ ਤੁਸੀਂ ਆਸਟ੍ਰੇਲੀਅਨ ਗਵਰਨਮੈਂਟ ਤੋਂ ਮਦਦ ਦੀ ਆਸ ਨਾ ਰੱਖੋ। ਬਿਲਕੁਲ ਸਿੱਧੀ ਫੰਡਿੰਗ ਦੇ ਤੌਰ ਤੇ ਜਿਹੜੀ ਆਪਾਂ ਗੱਲ, ਬਿਲਕੁਲ ਫੰਡਿੰਗ ਪੈਸੇ ਦੇ ਤੌਰ ਤੇ ਜੀ ਆਸਟ੍ਰੇਲੀਅਨ ਗਵਰਨਮੈਂਟ ਤੁਹਾਡੀ ਕੋਈ ਵੀ ਹੈਲਪ ਨਹੀਂ ਕਰੂਗੀ ਜੀ ਫਿਲਹਾਲ, ਹੋਰ ਲੈਵਲ ਤੇ ਫਿਲਹਾਲ ਬਿਲਕੁਲ ਸਹੀ ਗੱਲ ਹੈ। ਸੋ ਕੁਲਵੰਤ ਸਿੰਘ ਬੇਦੀ ਦਾ ਕੁਐਸਚਨ ਸੀਗਾ ਜੀ, ਮਾਈ ਟੂਰਿਸਟ ਵੀਜ਼ਾ ਫॉर 1 year which is going to expire on 13 of June 2020 due to coronavirus in India and flights are not flying to India. My visa is under clause 8503. What is the procedure to extend the visa up to favorable conditions? ਤੁਸੀਂ ਬਿਲਕੁਲ ਜੀ, ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ, ਆਪਾਂ ਪਹਿਲਾਂ ਵੀ ਇਹਦਾ ਆਨਸਰ ਕਰ ਚੁੱਕੇ ਹਾਂ। ਤੁਸੀਂ ਸਾਨੂੰ ਕੰਟੈਕਟ ਕਰੋ ਜੀ, ਵੀ ਵਿਲ ਹੈਲਪ ਯੂ ਜੀ ਟੂ ਗੈਟ ਯੂਰ 8503 ਵੇਵਡ, ਤੇ ਨਾਲ ਹੀ ਅਸੀਂ ਤੁਹਾਡੀ ਹੈਲਪ ਕਰਾਂਗੇ ਨਵਾਂ ਵੀਜ਼ਾ ਅਪਲਾਈ ਕਰਨ ਲਈ। ਬਹੁਤ ਹੀ ਸਿੰਪਲ ਤੇ ਈਜ਼ੀ ਪ੍ਰੋਸੈਸ ਹੈ ਜੀ, ਤੇ ਵਿਲ ਹੈਲਪ ਯੂ ਥਰੂ ਇਟ। ਹਾਂਜੀ ਬਿਲਕੁਲ। ਜਿਹੜੇ ਇਹ ਕੁਐਸਚਨ ਸੀਗੇ, ਕੁਐਸਚਨਾਂ ਦੇ ਵਿੱਚੋਂ ਜਿਹੜੇ ਆਪਾਂ ਪਹਿਲਾਂ ਪੋਸਟ ਪਾਈ ਸੀ ਵੀ ਜੇ ਤੁਹਾਡੇ ਕੁਐਸਚਨ ਹੋਣਗੇ ਤਾਂ ਆਪਾਂ ਉਹਨਾਂ ਦਾ ਆਨਸਰ ਪਹਿਲਾਂ ਰੈਡੀ ਕਰਕੇ ਰੱਖਾਂਗੇ। ਸੋ ਉਹਨਾਂ ਦੇ ਵਿੱਚੋਂ ਕੁਝ ਕੁਐਸਚਨ ਲਏ ਸੀਗੇ, ਤੇ ਇੱਕ ਮੇਰੀ ਫੇਸਬੁੱਕ ਤੇ ਕਮੈਂਟ ਆਇਆ ਸੀਗਾ ਜੀ, ਉਹ ਸਾਡੇ ਫੈਮਿਲੀ ਡਾਕਟਰ ਨੇ, ਡਾਕਟਰ ਰੁਪਿੰਦਰਪਾਲ ਸਿੰਘ ਜੀ, ਉਹਨਾਂ ਦਾ ਆਪਣਾ ਹਸਪੀਟਲ ਚੱਲ ਰਿਹਾ ਫਰੀਦਕੋਟ ਦੇ ਵਿੱਚ। ਅੱਛਾ ਜੀ। ਤੇ ਉਹ ਕਹਿੰਦੇ ਵੀ ਜੂਨ ਚ ਉਹਨਾਂ ਦਾ ਟੂਰਿਸਟ ਵੀਜ਼ਾ ਐਕਸਪਾਇਰ ਹੋ ਜਾਣਾ, ਉਹ ਇੰਡੀਆ ਹੀ ਹੈ। ਬਿਲਕੁਲ ਜੀ। ਤੇ ਜੇ ਉਹ ਚਾਹਣ ਤਾਂ ਉਹ ਵੀਜ਼ਾ ਵਧਾ ਸਕਦੇ ਆ ਕਿ ਉਹ ਇਸ ਕੰਡੀਸ਼ਨ ਦੇ ਵਿੱਚ ਜਿਹੜੇ ਵੀਜ਼ੇ ਕੰਪਲੀਟ ਪੂਰੇ ਹੋ ਜਾਣਗੇ, ਜਿਨ੍ਹਾਂ ਦੇ ਹੁਣ ਵੀਜ਼ੇ ਆਏ ਪਏ ਸੀ ਉਹਨਾਂ ਨੇ ਆਉਣਾ ਸੀ, ਆਏ ਨਹੀਂ, ਪਰ ਉਹ ਵੀਜ਼ੇ ਅੱਗੇ ਐਕਸਟੈਂਡ ਹੋਣਗੇ ਕਿ ਨਵੇਂ ਰੀ ਅਪਲਾਈ ਹੋਣਗੇ? ਵੀਜ਼ਾ ਦੇਖੋ ਜੀ, ਆਸਟ੍ਰੇਲੀਅਨ ਵੀਜ਼ਾ ਜਿਹੜਾ ਹੈਗਾ ਉਹ ਕਦੇ ਵੀ ਐਕਸਟੈਂਡ ਨਹੀਂ ਹੁੰਦਾ ਜੀ, ਤੁਸੀਂ ਹਰ ਵਾਰ ਨਵਾਂ ਵੀਜ਼ਾ ਹੀ ਅਪਲਾਈ ਕਰਦੇ ਹੋ। ਤਾਂ ਡਾਕਟਰ ਸਾਹਿਬ ਨੂੰ ਕਹਿ ਦਿਓ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜੀ, ਜੇ ਤੁਹਾਡਾ ਵੀਜ਼ਾ ਐਕਸਪਾਇਰ ਹੋ ਗਿਆ ਤਾਂ ਕੋਈ ਗੱਲ ਨਹੀਂ, ਜਦੋਂ ਟਰੈਵਲ ਬੈਨ ਹਟੂਗਾ ਜੀ ਤਾਂ ਉਹ ਨਵਾਂ ਵੀਜ਼ਾ ਅਪਲਾਈ ਕਰਕੇ ਆਸਟ੍ਰੇਲੀਆ ਆ ਸਕਦੇ ਨੇ।
ਤੇ ਇਹਦੇ ਕੀ ਚਾਂਸ ਆ ਜੀ ਜਿਹੜੇ ਤੁਸੀਂ ਹੁਣ ਵੇਖ ਰਹੇ ਆ ਕਿ ਵੀ ਜਦੋਂ ਹੁਣ ਸਾਰਾ ਕੁਝ ਠੀਕ ਠਾਕ ਹੁੰਦਾ, ਕੰਟਰੋਲ ਹੁੰਦਾ ਕਰੋਨਾ ਵਾਇਰਸ ਤੇ ਜਿਵੇਂ ਇਹਨਾਂ ਦੀ ਇਕਨੋਮੀ ਆਪਾਂ ਕਹਿੰਦੇ ਆ ਕਿ ਵੀ ਟਰੈਵਲਰਸ ਤੇ ਸਟੂਡੈਂਟਸ ਦੇ ਉੱਪਰ ਡਿਪੈਂਡੈਂਟ ਹੈ, ਤੇ ਕਿੰਨੇ ਕੁ ਈਜ਼ੀ ਹੋ ਜਾਣਗੇ ਵੀਜ਼ੇ ਲੱਗਣੇ? ਵੀਜ਼ੇ ਈਜ਼ੀ ਮੇਰੇ ਖਿਆਲ ਨਾਲ ਜਦੋਂ ਸਾਰਾ ਕੁਝ ਸੈੱਟ ਹੋ ਜਾਊਗਾ ਉਦੋਂ ਸਕਾਟ ਮੋਰਿਸਨ ਜੀ ਨੂੰ ਪਤਾ ਲੱਗ ਜਾਊਗਾ ਕਿ ਵੀ ਆਸਟ੍ਰੇਲੀਆ ਦੀ ਇਕਨੋਮੀ ਟੂਰਿਸਟ ਤੇ ਸਟੂਡੈਂਟ ਦੇ ਉੱਤੇ ਕਿੰਨੀ ਜ਼ਿਆਦਾ ਡਿਪੈਂਡੈਂਟ ਆ ਜੀ। ਹਾਂਜੀ ਤਾਂ ਕਿਤੇ ਨਾ ਕਿਤੇ ਜਿਹੜੀਆਂ ਅੱਜ ਦੀਆਂ ਸਟੇਟਮੈਂਟਾਂ ਨੂੰ ਫਿਰ ਇਹ ਥੋੜਾ ਪਛਤਾਣਗੇ ਤੇ ਇਹਨਾਂ ਨੂੰ ਸੌਖਾ ਕਰਨਾ ਹੀ ਪੈਣਾ। ਹਾਂਜੀ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਇਹ ਸਟੇਟਮੈਂਟ ਨਾਲ ਆਸਟ੍ਰੇਲੀਆ ਦੀ ਮੇਨ ਨੂੰ ਬਹੁਤ ਧੱਕਾ ਲੱਗਣਾ ਜੀ, ਤੇ ਉਹ ਧੱਕਾ ਕਿਤੇ ਨਾ ਕਿਤੇ ਘੁੰਮ ਫਿਰ ਕੇ ਜਾਂ ਕਹਿ ਲਓ ਵੀ ਇਹਨਾਂ ਵਿੱਚ ਦੀ ਹੁੰਦਾ ਆਪਣੇ ਤੱਕ ਵੀ ਆਊਗਾ ਜੀ। ਬਿਲਕੁਲ ਠੀਕ ਹੈ ਜੀ। ਜੇ ਕੋਈ ਮੇਰੇ ਕੁਐਸਚਨ ਦੇ ਵਿੱਚੋਂ ਪਾਸੇ ਕੋਈ ਸਵਾਲ ਰਹਿ ਗਿਆ ਹੋਵੇ, ਤੁਸੀਂ ਪ੍ਰਪੇਅਰ ਕਰਕੇ ਆਇਓ ਵੀ ਅੱਜ ਗੱਲ ਕਰਕੇ ਜਾਣੀ, ਦੱਸਣੀ ਹੈ, ਸਮਝਾਉਣੀ ਆ, ਦਰਲਾਸਾ ਤਰਵਾਸਾ ਦੇਣਾ, ਤੇ ਪਲੀਜ਼ ਉਹ ਐਜ਼ ਏ ਮੈਸੇਜ ਜਾਂਦੇ ਬਿਲਕੁਲ ਜ਼ਰੂਰ ਜੀ। ਇੱਕ ਚੀਜ਼ ਆਪਾਂ ਜਿਹੜੀ ਡਿਸਕਸ ਕੀਤੀ ਜੀ ਆਪਣੇ EMPLOYER ਸਪਾਂਸਰ ਵੀਜ਼ਿਆਂ ਬਾਰੇ ਆਪਾਂ ਥੋੜੀ ਜਿਹੀ ਗੱਲ ਕਰ ਲਈਏ, ਕਿਉਂਕਿ ਸਾਨੂੰ ਬਹੁਤ ਹੀ ਜ਼ਿਆਦਾ ਇਨਕੁਆਰੀ ਹੈ ਜੀ ਪਿਛਲੇ 2 ਹਫ਼ਤਿਆਂ ਤੋਂ ਕਿ ਜਿਹੜੇ ਵੀ ਸਾਡੇ ਮਿੱਤਰ ਪਿਆਰੇ ਸਟੂਡੈਂਟ ਭਰਾ ਜਿਹੜੇ ਕਿ ਆਪਣੇ ਟੈਂਪਰੇਰੀ ਰੈਜ਼ੀਡੈਂਟ ਨੇ 482 ਵੀਜ਼ੇ ਤੇ ਨੇ, ਉਹਨਾਂ ਦਾ ਹੁਣ ਕੀ ਹੋਊਗਾ, ਕਿਉਂਕਿ ਬਿਜ਼ਨਸ ਡਾਊਨ ਟਰਮ ਦੇ ਵਿੱਚ ਨੇ ਜੀ, ਬਿਜ਼ਨਸ ਬੰਦ ਨੇ ਜਾਂ ਬਿਜ਼ਨਸ ਦਾ ਬਹੁਤ ਜ਼ਿਆਦਾ ਕੰਮ ਘਟ ਗਿਆ ਜੀ। ਤਾਂ ਅਸੀਂ ਸਿਰਫ ਇਸ ਸਟੇਜ ਤੇ ਹੀ ਕਹਿ ਸਕਦੇ ਹਾਂ ਜੀ ਵੀ ਆਰ ਸਟਿਲ ਵੇਟਿੰਗ ਟੂ ਹੀਅਰ ਫਰੋਮ ਦਾ ਗਵਰਨਮੈਂਟ। ਪਰ ਮੈਂ ਕੁਝ ਕੁ ਚੀਜ਼ਾਂ ਕਹਿਣਾ ਚਾਹੂੰਗਾ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਜੀ। ਜੇ ਤੁਹਾਡਾ 482 ਵੀਜ਼ਾ ਬਹੁਤ ਪਿਆ ਜੀ ਤਾਂ ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਕਿਤੇ ਨਾ ਕਿਤੇ PR ਦੀ ਕੰਡੀਸ਼ਨ ਹੁੰਦੀ ਹੈ 5 ਸਾਲ ਦੇ ਵਿੱਚੋਂ 3 ਸਾਲ ਉਹ ਰਿਕੁਆਇਰਮੈਂਟ ਪੂਰੀ ਕਰਨਾ। ਤਾਂ ਜੇ ਕਿਸੇ ਵੀ ਰੀਜ਼ਨ ਕਰਕੇ, ਚਾਹੇ ਕਰੋਨਾ ਵਾਇਰਸ ਕਰਕੇ 6 ਮਹੀਨੇ ਤੁਸੀਂ ਇਹ ਕੰਡੀਸ਼ਨ ਨਹੀਂ ਪੂਰੀ ਕਰ ਪਾ ਰਹੇ, ਤਾਂ ਤੁਸੀਂ ਆਪਣਾ ਜਿਹੜਾ 3 ਸਾਲ ਬਾਅਦ PR ਪਾਣੀ ਸੀ ਜਾਂ 2 ਸਾਲ ਬਾਅਦ ਪਾਣੀ ਸੀ, ਉਹ ਤੁਸੀਂ 6 ਮਹੀਨੇ ਹੋਰ ਵੇਟ ਕਰਨੀ ਪੈਣੀ ਹੈ, 2.5 ਜਾਂ 3.5 ਸਾਲ ਬਾਅਦ ਪਾ ਸਕਦੇ ਹੋ। ਤਾਂ ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਜੀ। ਦੂਜੇ ਜਿਨ੍ਹਾਂ ਦਾ ਵੀਜ਼ਾ ਬਹੁਤ ਜਲਦੀ ਖਤਮ ਹੋਣ ਲੱਗਿਆ ਜੀ ਤੇ ਉਹਨਾਂ ਦਾ ਰੈਸਟੋਰੈਂਟ ਬੰਦ ਹੋ ਚੁੱਕਿਆ ਜੀ, ਤਾਂ ਅਸੀਂ ਉਹਨਾਂ ਨੂੰ ਇਹੀ ਸਲਾਹ ਦਿੰਦੇ ਹਾਂ ਜੀ, ਕਿਤੇ ਨਾ ਕਿਤੇ ਪਲੀਜ਼ ਵੇਟ ਨਾ ਕਰੋ, ਇਲੀਗਲ ਨਾ ਹੋਵੋ। ਤੁਸੀਂ ਆਪਣਾ ਵੀਜ਼ਾ ਹੋਰ ਕਿਸੇ ਤਰੀਕੇ ਨਾਲ, ਚਾਹੇ ਤੁਸੀਂ ਨਵਾਂ ਵਿਜ਼ਟਰ ਵੀਜ਼ਾ ਪਾ ਲਓ ਜੀ ਜਾਂ ਤੁਸੀਂ ਨਵਾਂ ਸਟੂਡੈਂਟ ਵੀਜ਼ਾ ਪਾ ਕੇ ਆਪਣਾ ਵੀਜ਼ਾ ਐਕਸਟੈਂਡ ਕਰਵਾ ਲਓ, ਕਿਉਂਕਿ ਤੁਹਾਡੇ ਕੋਲ 482 ਐਕਸਟੈਂਡ ਕਰਨ ਦੀ ਆਪਸ਼ਨ ਨਹੀਂ ਹੋਣੀ, ਕਿਉਂਕਿ ਤੁਹਾਡਾ ਬਿਜ਼ਨਸ ਬੰਦ ਹੈ। ਹਾਂਜੀ, ਤਾਂ ਆਪਣੀਆਂ ਡਿਊ ਡੇਟ ਨੂੰ ਬਿਲਕੁਲ ਧਿਆਨ 'ਚ ਰੱਖੋ ਜੀ। ਜੇ ਤੁਹਾਡੀ ਡਿਊ ਡੇਟ ਅਗਲੇ 3 ਤੋਂ 6 ਮਹੀਨੇ ਤਾਂ ਜੀ, ਤਾਂ ਤੁਸੀਂ ਪਲੀਜ਼ ਸਾਨੂੰ ਜਾਂ ਕਿਸੇ ਵੀ ਆਪਣੇ ਕੁਆਲੀਫਾਈਡ ਮਾਈਗ੍ਰੇਸ਼ਨ ਏਜੰਟ ਨੂੰ ਕੰਟੈਕਟ ਕਰੋ ਤੇ ਉਹਦਾ ਅੱਜ ਤੋਂ ਹੀ ਹੱਲ ਸੋਚ ਕੇ ਰੱਖੋ। ਪਲੀਜ਼ ਡੋਂਟ ਵੇਟ ਟਿਲ ਲਾਸਟ ਮਿੰਟ ਜੀ। ਤੇ ਕਰੋਨਾ ਵਾਇਰਸ ਕੋਈ ਐਕਸਕਿਊਜ਼ ਨਹੀਂ ਹੋਣਾ ਤੁਹਾਡੇ ਇਲੀਗਲ ਹੋਣ ਦਾ, ਕਿਉਂਕਿ ਦਾ ਗਵਰਨਮੈਂਟ ਹੈਜ਼ ਮੇਡ ਇਟ ਵੈਰੀ ਵੈਰੀ ਕਲੀਅਰ ਕਿ ਜੇ ਤੁਸੀਂ ਜਿਹੜੇ ਸਰਕਮਸਟੈਂਸ ਹੋ ਤੁਸੀਂ ਉਹਦੇ ਵਿੱਚ ਕੀ ਕਰਨਾ। ਤਾਂ ਜੇ ਤੁਸੀਂ ਕੁਝ ਨਹੀਂ ਕਰਦੇ ਤੇ ਤੁਸੀਂ ਆਪਣੇ ਹੱਥ ਧਰ ਕੇ ਬੈਠੇ ਰਹਿੰਦੇ ਹੋ ਤੇ ਆਪਣਾ ਵੀਜ਼ਾ ਖਤਮ ਕਰ ਲੈਂਦੇ ਹੋ, ਤਾਂ ਤੁਹਾਨੂੰ ਆਸਟ੍ਰੇਲੀਅਨ ਗਵਰਨਮੈਂਟ ਕਰੋਨਾ ਵਾਇਰਸ ਦੇ ਬੇਸ ਦੇ ਉੱਤੇ ਕੋਈ ਰਾਹਤ ਨਹੀਂ ਦੇਵੇਗੀ ਜੀ, ਜਸਟ ਅਦਰ ਦੈਨ ਗਿਵਿੰਗ ਯੂ ਵੀਜ਼ਾ ਅੰਟਿਲ ਯੂ ਕੈਨ ਡਿਪਾਰਟ। ਬਿਲਕੁਲ ਜਿਹੜੀ ਲਾਸਟ ਮੁੱਕਦੀ ਗੱਲ ਇਹ ਆ ਕਿ ਵੀ ਹਰ ਇੱਕ ਗੱਲ ਦੇ, ਹਰ ਇੱਕ ਚੀਜ਼ ਦੇ ਅੱਜ ਦੇ ਦਿਨ ਦੇ ਵਿੱਚ ਰਾਹ ਹੈਗੇ ਆ, ਚਾਹੇ ਉਹ ਪਹਿਲਾਂ ਕੁਝ ਵੀ ਰੂਲ ਰੈਗੂਲੇਸ਼ਨ ਹੋਣ, ਪਰ ਕਿਤੇ ਨਾ ਕਿਤੇ ਟਰਮ ਕੰਡੀਸ਼ਨ ਦੇ ਵਿੱਚ ਜਿਹੜੀਆਂ ਕੈਟਾਸਟ੍ਰੋਫੀ ਜਾਂ ਉਥਲ ਪੁਥਲ ਜਿਹੜੀ ਉਹ ਵਿਸ਼ਵ ਦੇ ਨਾਲ ਹੋ ਸਕਦੀ ਆ, ਉਹਦੇ 'ਚ ਉਹ ਐਗਜ਼ੈਂਪਸ਼ਨਸ ਹੁੰਦੀਆਂ, ਉਹਦੇ 'ਚ ਉਹ ਛੋਟਾਂ ਹੁੰਦੀਆਂ, ਤੇ ਉਹੀ ਛੋਟਾਂ ਇੱਥੇ ਅਪਲਾਈ ਹੋਣਗੀਆਂ, ਕਿਉਂਕਿ ਇਹ ਮਹਾਮਾਰੀ ਜਿਹੜੀ ਹੈ ਸਾਰੇ ਵਰਲਡ ਦੀ ਇੱਕ ਮਜਬੂਰੀ ਆ, ਤੇ ਇਹਦੇ 'ਚ ਤੁਸੀਂ ਜੈਨੂਅਨ ਤਰੀਕੇ ਨਾਲ, ਜਾਇਜ਼ ਤਰੀਕੇ ਨਾਲ, ਬਿਨਾਂ ਪੈਨਿਕ ਹੋਏ ਤੁਸੀਂ ਇੱਕ ਐਕਸਪਰਟ ਦੀ ਸਲਾਹ ਲੈ ਕੇ ਤੁਸੀਂ ਆਪਦੇ ਇਸ ਮਸਲੇ ਦਾ ਹੱਲ ਕਰ ਸਕਦੇ ਹੋ। ਬਿਲਕੁਲ ਜੀ, ਐਕਸਪਰਟ ਦੀ ਸਲਾਹ ਜ਼ਰੂਰ ਲਓ ਜੀ। ਘਰੇ ਬੈਠੇ ਆਪਣੇ ਆਪ ਗੱਲਾਂ ਨਾ ਬਣਾਓ ਜੀ। ਕੋਈ ਰੂਮਰ ਜਾਂ ਫੇਸਬੁੱਕ ਨੋਟ ਅ ਟਰਸਟਡ ਸੋਰਸ, ਠੀਕ ਹੈ, ਸਾਨੂੰ ਬਹੁਤ ਇਨਫੋਰਮੇਸ਼ਨ ਮਿਲਦੀ ਹੈ, ਪਰ ਪਲੀਜ਼ ਕਿਤੇ ਵੀ ਤੁਹਾਨੂੰ ਸ਼ੱਕ ਲੱਗਦਾ ਜਾਂ ਕਿਤੇ ਕੋਈ ਵੀ ਗਲਤ ਸਟੈਪ ਲੈਣ ਤੋਂ ਪਹਿਲਾਂ ਪਲੀਜ਼ ਆਪਣੇ ਕਿਸੇ ਮਾਈਗ੍ਰੇਸ਼ਨ ਏਜੰਟ ਜਾਂ ਲਾਇਰ ਨਾਲ ਜ਼ਰੂਰ ਸਲਾਹ ਕਰੋ ਜੀ, ਕਿਉਂਕਿ ਜੇ ਹੁਣ ਕੋਈ ਗਲਤ ਸਟੈਪ ਲਿਆ ਗਿਆ ਬਾਅਦ ਚ ਉਹਨੂੰ ਠੀਕ ਕਰਨਾ ਬੜਾ ਔਖਾ ਜੀ। ਬਿਲਕੁਲ ਜੀ, ਧੰਨਵਾਦ ਜੀ। ਤੇ ਜਿਹੜੇ ਤੁਸੀਂ ਗੱਲਬਾਤ ਜਿਹੜੀ ਆਪਣੀ ਸੁਣੀ ਆ, ਸਾਡੇ ਨਾਲ ਸੀ ਅਜੇ ਬਾਂਸਲ ਜੀ ਤੇ ਉਹਨਾਂ ਦੇ ਬ੍ਰਦਰ ਅਰੁਣ ਬਾਂਸਲ ਜੀ, ਤੇ ਬਾਂਸਲ ਇਮੀਗ੍ਰੇਸ਼ਨ ਚਲਾ ਰਹੇ, ਤੇ ਜਿਹੜਾ ਸਾਰਾ ਡਿਟੇਲ ਉਹਨਾਂ ਦਾ ਐਡਰੈਸ ਥੱਲੇ, ਫੋਨ ਨੰਬਰ, ਈਮੇਲ, ਵੈਬਸਾਈਟ, ਜੋ ਵੀ ਕੁਝ ਤੁਸੀਂ ਕਿਸੇ ਤਰੀਕੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਤਾਂ ਉਹਨਾਂ ਦੀ ਜਿਹੜੀ ਫਸਟ ਜਿਹੜੀ ਕੰਸਲਟੇਸ਼ਨ ਹੈਗੀ ਉਹ ਫ੍ਰੀ ਆ, ਤੁਸੀਂ ਲੈ ਸਕਦੇ ਹੋ। ਉਹਨਾਂ ਦੀ ਜਿਹੜੀ ਹੁਣ ਤੱਕ ਦੀ ਜਿਹੜੀ ਰਿਕਾਰਡ, ਹੁਣ ਤੱਕ ਦਾ ਰਿਕਾਰਡ ਉਹਨਾਂ ਦਾ ਉਹ ਬੜਾ ਸਾਫ਼ ਸੁਥਰਾ, ਤੇ ਅਸੀਂ ਇਹ ਚੀਜ਼ ਦੀ ਗਰੰਟੀ ਲੈ ਕੇ ਹੀ ਅਸੀਂ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਐਕਸਪਰਟ ਜਿਹੜੀ ਰਾਏ ਆ ਤੁਹਾਡੇ ਤੱਕ ਪਹੁੰਚਾਉਣੇ ਆ, ਤੇ ਤੁਸੀਂ ਕਿਸੇ ਵੀ ਤਰੀਕੇ ਨਾਲ, ਕਿਸੇ ਵੀ ਮਾਧਿਅਮ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਆਪਦੀ ਕਿਸੇ ਵੀ ਚਿੰਤਾ, ਸਮੱਸਿਆ ਜਾਂ ਕੁਐਸਚਨ ਦਾ ਜਿਹੜਾ ਸਮਾਧਾਨ, ਸਮੱਸਿਆ ਦਾ ਹੱਲ ਕਰ ਸਕਦੇ ਹੋ। ਤੇ ਇੱਕ ਵਾਰ ਮੈਂ ਫੇਰ ਧੰਨਵਾਦ ਕਰਦਾ ਜੀ, ਸ਼ੁਕਰੀਆ ਬਹੁਤ ਬਹੁਤ, ਤੇ ਆਪ ਸਭ ਦਾ ਵੀ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਜਿਉਂਦੇ ਰਹੋ, ਸੇਫ ਰਹੋ, ਸਟੇ ਹੋਮ, ਤੇ ਕੋਸ਼ਿਸ਼ ਕਰੋ ਕਿ ਜਿੰਨਾ ਵੀ ਤੁਸੀਂ ਗਵਰਨਮੈਂਟ ਨੂੰ ਵਾਚ ਕਰਦੇ ਹੋ ਉਸ ਤਰੀਕੇ ਨਾਲ ਪੋਜ਼ਿਟਿਵਿਟੀ ਦੇ ਵਿੱਚ ਲੈ ਕੇ ਤੇ ਸਾਵਧਾਨੀਆਂ ਜਿਹੜੀਆਂ ਕੰਪਲੀਟ ਕਰੋ, ਤੇ ਇਹ ਨੌਬਤੀ ਨਾ ਆਵੇ ਕਿ ਸਾਨੂੰ 3 ਮਹੀਨੇ, 4 ਮਹੀਨੇ ਤੇ 5 ਮਹੀਨੇ ਦਾ ਫਿਕਰ ਕਰਨਾ ਪਵੇ। ਜੇ ਗਵਰਨਮੈਂਟ ਇਹਨੂੰ ਜਲਦੀ ਕੰਟਰੋਲ 'ਚ ਕਰ ਲੈਂਦੀ ਹੈ ਤਾਂ ਸਾਡੇ ਕੰਮ ਦੁਬਾਰਾ ਟਰੈਕ ਤੇ ਆ ਜਾਣਗੇ। ਜਿਉਂਦੇ ਵਸਦੇ ਰਹੋ ਜੀ, ਰੱਬ ਰਾਖਾ। ਸਤਿ ਸ਼੍ਰੀ ਅਕਾਲ।
ਬੰਸਲ ਇਮੀਗ੍ਰੇਸ਼ਨ ਕੰਸਲਟੈਂਟਸ, ਜੋ ਕਿ ਤੁਹਾਨੂੰ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੀ ਸੇਵਾਵਾਂ ਪ੍ਰਦਾਨ ਕਰ ਰਹੇ ਨੇ, ਜਿਵੇਂ ਕਿ ਸਟੂਡੈਂਟ ਵੀਜ਼ਾ ਐਪਲੀਕੇਸ਼ਨ, ਸਟੂਡੈਂਟ ਵੀਜ਼ਾ ਐਕਸਟੈਂਸ਼ਨ, GNC, ਫੈਮਿਲੀ ਵੀਜ਼ਾ, ਬਿਜ਼ਨਸ ਵੀਜ਼ਾ, EMPLOYMENT ਸਪਾਂਸਰ ਵੀਜ਼ਾ ਅਤੇ ਨਾਲ ਦੀ ਨਾਲ ਜੇਕਰ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕੈਨੇਡਾ ਵਿੱਚ ਮਾਈਗ੍ਰੇਟ ਹੋਣਾ ਚਾਹੁੰਦੇ ਹੋ ਤੇ ਬੰਸਲ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਕਾਲ ਕਰੋ 039 602 1330. They are expert in MRT, AAT cases. ਸਤਿ ਸ਼੍ਰੀ ਅਕਾਲ ਜੀ, ਮੈਂ ਨਵਜੋਤ ਮੱਲੀ, ਸਟਾਰ ਮੋਟਰਵਰਕਸ ਸਪੈਕਟਰਮ ਤੋਂ। ਅਸੀਂ ਇੱਥੇ ਹਰ ਤਰ੍ਹਾਂ ਦੀ ਮੈਕੈਨੀਕਲ ਰਿਪੇਅਰਸ ਤੇ ਸਰਵਿਸ ਕਰਦੇ ਹਾਂ ਜੀ, ਔਨ ਆਲ ਮੇਕਸ ਐਂਡ ਮਾਡਲਸ ਤੇ। ਇਹਦੇ ਨਾਲ ਅਸੀਂ ਇੱਥੇ ਪੈਨਰਾਈਡ ਦਾ ਆਇਲ ਯੂਜ਼ ਕਰਦੇ ਹਾਂ ਜੀ, ਤੇ ਰਾਈਕੋ ਦੇ ਫਿਲਟਰ ਤੇ ਜੈਨੂਅਲ ਫਿਲਟਰ ਯੂਜ਼ ਕੀਤੇ ਜਾਂਦੇ ਨੇ ਤਾਂ ਜੋ ਤੁਹਾਡੀ ਵਾਰੰਟੀ ਵੋਇਡ ਨਾ ਹੋਵੇ। ਤੇ ਸਾਡੇ ਕੋਲ ਇੱਥੇ ਡਿਫਰੈਂਟ ਵੈਰਾਈਟੀਜ਼ ਦੇ ਡਿਫਰੈਂਟ ਬ੍ਰਾਂਡ ਅਵੇਲੇਬਲ ਹੈ ਜੀ। ਨਵੇਂ ਤੇ ਪੁਰਾਣੇ ਟਾਇਰ ਤੁਹਾਨੂੰ ਉਪਲਬਧ ਹੈ ਜੀ। ਬ੍ਰਾਂਡ ਨਿਊ ਬੈਟਰੀਜ਼ ਤੇ ਯੂਜ਼ਡ ਬੈਟਰੀ ਵੀ ਉਪਲਬਧ ਹੈ ਜੀ ਔਨ ਦਾ ਸਪੋਟ। 3 ਸਾਲ ਦੀ ਵਾਰੰਟੀ ਤੁਹਾਨੂੰ ਦਵਾਂਗੇ ਵਿਦ ਦਾ ਨਿਊ ਬੈਟਰੀ। ਇਹਦੇ ਨਾਲ ਅਸੀਂ ਇੱਥੇ ਰੋਡ ਵਰਦੀਜ਼ ਵੀ ਕਰਦੇ ਹਾਂ ਜੀ, ਆਲ ਮੇਕਸ ਐਂਡ ਮਾਡਲਸ ਦੀਆਂ, ਆਲ ਪੈਸੇਂਜਰ ਤੇ ਕਮਰਸ਼ੀਅਲ ਕਾਰਸ ਦੀਆਂ। ਕਮਰਸ਼ੀਅਲ ਕੀ ਜਿਵੇਂ ਟੈਕਸੀਜ਼, ਊਬਰ, VHA, ਕੋਈ ਕਿਸੇ ਤਰ੍ਹਾਂ ਦੀ ਹਾਇਰ ਕਾਰ ਹੋ ਗਈ, ਉਹਦੀ ਵੀ ਇੱਥੇ ਰੋਡਵਰਦੀ ਕੀਤੀ ਜਾਂਦੀ ਹੈ ਵੀ। ਟੈਕਸੀਜ਼ ਨੂੰ ਸਪੈਸ਼ਲ ਪ੍ਰਾਈਸ ਦੇਵਾਂਗੇ ਜੀ। ਸਾਡੇ ਕੋਲ ਇੱਥੇ ਕਰਟੈਕਸੀ ਕਾਰ ਵੀ ਅਵੇਲੇਬਲ ਹੈ ਜੀ। ਉਹਦੇ ਨਾਲ ਜੇ ਤੁਹਾਨੂੰ ਆਫਟਰ ਆਵਰ ਕਿਸੇ ਵੀ ਚੀਜ਼ ਦੀ ਜ਼ਰੂਰਤ ਪੈਂਦੀ ਹੈ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 043 ਤੇ। ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ। ਅਸੀਂ ਪ੍ਰੋਮਿਸ ਕਰਦੇ ਤੁਹਾਨੂੰ ਬੈਸਟ ਸਰਵਿਸ ਪ੍ਰੋਵਾਈਡ ਕਰਾਂਗੇ। ਸਾਡਾ ਐਡਰੈਸ ਹੈਗਾ ਜੀ ਫੈਕਟਰੀ 4 ਨੰਬਰ 628 ਹੋਗਨ ਕੋਰਟ ਇਨ ਪੈਕਰਮ। ਸਾਡਾ ਫੋਨ ਨੰਬਰ ਹੈ ਜੀ 59411602। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।